तो उन्होंने भी यही बात कही है, मगर आगे नहीं पढ़ते। जैसे मैं कहता हूँ कि मैं अपने बाप का खातमुल औलाद हूँ, ठीक है, जमा का सीगा है उसके बाद, तो क्या मेरे दादे की औलाद ख़त्म हो गई है? मैंने कहा कि मैं अपनी बाप का आखिरी बेटा हूँ। क्या जो मुझसे बच्चे पैदा होंगे वो मेरे दादे के बच्चे नहीं होंगे, मेरे दादे की औलाद नहीं होगी? वाह, समझ आई ना इस बहुत बात को? इस बात को सबर समझे भाई क्या? ਤੁਸੀਂ तो ਹਰ ਉਹ ਗੱਲ ਕਰਦੇ ਹੋ ਜਿਹੜੀ ਤਾਂ ਕੁਛ ਹੀ ਨਹੀਂ ਲੇਕਿਨ ਗੱਲ तो उस बात है ਤੁਸੀਂ ऑलरेडी जो गल बात कर एक्सप्लेनेशन रहे हो ना इसी कि बात कहते से कभी भी है एक्सप्लेनेशन क्या दे रहा हूँ आपको शहरी कि गैर अब शहरी जो किसी किस्म औलाद का पैदा कोई दावा होगी, है ही नहीं। जी जी मिस्टर डॉक्टर साहब, अब जो औलाद पैदा होगी वो नबी पाक सल्लल्लाहु अलैहि वसल्लम की शरीयत में, नबूवत में ही उम्मती नबी होगा। लेकिन तो ये ਉਹਨਾਂ इसके ਨੇ मैंने ਕੋਈ ये ਗੱਲ है, नहीं की थी, ਉਹਨਾਂ ने बिल्कुल खत्म गल की थी कि है ही नहीं दावा, बिल्कुल किसी किस्म का दावा नहीं। ये उनको पूछ लेना, वो बुला लें, वो उनका वो मैं ना तो मंडल डिसाइड करना चाहती भाई जरा हम हम तो मिस्टर अकबर भाई समझते हैं इस बात को। ਮੈਂ ਵੇਖਦਾ ਜੇ ਲੱਭ ਮੈਂ ਸ਼ੇਅਰ ਕਰ ਸਕਦਾ ਹੋ ਸਕਦਾ ਕਲਾਸ ਦੇ ਉੱਤੇ ਹੁਣ ਜਾਂ ਅਵੇਲੇਬਲ नहीं आके वो मैं नजर कॉल नहीं आया एक करता दो दिन हूँ, आगे मैं मिलने। कॉल करता हूँ उनको अभी। हाँ कॉल करके जरा बुला दे जरा क्योंकि ये 3-4 दिन से ये बाल लेके घूम रहे हैं तो उसका मसला हल हो जाए ना प्लीज। हाँ मैं कॉल करता हूँ, मगर जो मैंने एक्सप्लेन, हर अहमदी समझता है बम्बास्टर साहब की बात को, और हर गैर अहमदी भी यही बात करते हैं कि नबी पाक सल्लल्लाहु अलैहि वसल्लम से हट के कोई नबी नहीं आ सकता। ला नबी माशाल्लाह जज़ाकल्लाह समझ गई। ओके। ओके अच्छा जरा ਮੈਨੂੰ ਥੋੜਾ ਜਿਹਾ ਐਕਸਪਲੇਨ ਕਰੋ ਮੀਆਂ ਅਲੀ ਜਵਾਦ ਰਾਣੇ ਸੀਕਰ ਤੇ ਇਹ ਕੀ ਚੱਕਰ ਹੈਗਾ ਕਾਹਦਾ ਘਰੋਲਾ ਪੈ ਗਿਆ? ਤੁਸੀਂ ਮਿਊਟ ਲਾ ਕੇ ਥੋੜੀ ਦੇਰ ਬੈਠੋ ਕਿਉਂਕਿ ਤੁਹਾਡੇ ਸਟੈਫੀ ਸਾਹਿਬ ਅਵੇਲੇਬਲ ਨਹੀਂ ਉਹਨਾਂ ਨੇ ਬਰਾੜ ਲਾਈ ਉਹ ਤੁਹਾਨੂੰ ਦੱਸਣਗੇ ਆਪਾਂ ਜੀ ना। हाँ जी मास्टर साहब कॉल करता हूँ, इधर बुला लेता हूँ, तो वो आपको अपने लफ्जों में बता देंगे। भैया बुला दे प्लीज। ਗੁਲਾਮ ਇਬਨੇ ਗੁਲਾਮ ਭਾਈ ਤੁਸੀਂ ਵੀ ਥੋੜਾ ਜਿਹਾ ਐਕਸਪਲੇਨ ਕਰ ਦਿਓ ਤਾਂ ਕਿ ਪਤਾ ਲੱਗੇ ਯਾਰ। ਤੇ ਆਪ ਯਾਰ ਇੱਥੇ ਲਿਖਿਆ ਹੀ ਰਾਣੇ ਹਾਜ਼ਰ ਹੋਣ ਤੇ ਮੈਂ ਆਪ ਹਾਜ਼ਰ ਹੋਇਆ ਮੈਨੂੰ ਵੀ ਪਤਾ ਮੈਂ ਇਹਨਾਂ ਨੂੰ ਪੁੱਛਿਆ ਹਾਂ ਦੱਸੋ ਅੱਗੋਂ ਗੱਲ ਹੋਰ ਕੋਈ ਸ਼ੁਰੂ ਹੋਣੀ ਮੈਂ ਪਟਵਾੜਾ ਦੀ ਚਲੋ ਠੀਕ ਹੋਇਆ ਮੀਆਂ ਸਾਹਿਬ ਅਲੀ ਸਾਹਿਬ ਜਵਾਦ ਭਾਈ ਸਰ ਮੈਨੂੰ ਬਾਕੀਆਂ ਦਾ ਨਹੀਂ ਪਤਾ ਮੈਨੂੰ ਆਪਣਾ ਪਤਾ ਹੈ ਉਹਨਾਂ ਨੇ ਕਿਹਾ ਰਾਣਾ ਹਾਜ਼ਰ ਹੋ ਤੇ ਮੈਂ ਆਪਣੇ ਆਪ ਨੂੰ ਰਾਣਾ ਸਮਝ ਕੇ ਆ ਗਿਆ ਤੇ ਮੈਂ ਕਿਹਾ ਜੀ ਮੈਂ ਹਾਜ਼ਰ ਹਾਂ ਦੱਸੋ ਕੀ ਗੱਲ ਹੈ ਤੇ ਕੋਈ ਗੱਲ ਦੱਸੀ ਦੀਆਂ ਤੇ ਹੋਰ ਦੀਆਂ ਹੋਰ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਕੋਈ ਐਕਸ ਭਾਈ ਆ ਕੇ ਫਿਰ ਉਹਨਾਂ ਨੇ ਇੱਕ ਆਪਣੀ ਗੱਲ ਇਲਮੀ ਸ਼ੁਰੂ ਕਰ ਲਈ ਤੇ ਮੈਂ ਬੈਗ ਰਾਣਾ ਤੇ ਹੁਣ ਗੁਲਾਮ ਇਬਨੇ ਗੁਲਾਮ ਭਾਈ ਰਾਣੇ ਤੇ ਇੱਥੇ ਢੇਰਾਂ ਦੇ ਨਾਲ ਢੇਰਾਂ ਦੇ ਢੇਰ ਦੇ ਤੇ ਹੁਣ ਉਹਨਾਂ ਵੱਲੋਂ ਮੈਂ ਇੱਕ ਬੰਦਾ ਤੇ ਆ ਸਕਦਾ ਸੀ ਨਾ ਮੈਂ ਤੇ ਆ ਗਿਆ ਨਾ ਮੈਂ ਤੇ ਫਿਰ ਮੈਂ ਤੇ ਜਦੋਂ ਵੇਖਿਆ ਨਾ ਆਪਣਾ ਲਿਖਿਆ ਮੈਂ ਤੇ ਫੌਰਨ ਆ ਗਿਆ। ਹਾਂ ਸਭ ਗੱਲ ਸਮਝ ਨਹੀਂ ਰਹੇ ਮੈਨੂੰ ਲੱਗਦਾ ਸਾਫੀ ਦਾ ਨਾਂ ਲਿਖਣ ਲੱਗਾ ਸੀ ਰਾਣਾ ਰਾਸ਼ਦ ਸਾਹਿਬ ਦਾ ਤੇ ਆਜ਼ਾਦ ਰਾਜਪੂਤ ਦਾ ਮੈਂ ਕਿਹਾ ਯਾਰ ਉਹਨਾਂ ਦੇ ਨਾਂ ਨਾ ਲਿਖੋ ਸਿਰਫ ਰਾਣਾ ਹੀ ਲਿਖ ਦਿਓ ਬਸ। ਭਾਈ ਅੱਜ ਕੱਲ ਅਠਵਾਲ ਸਾਹਿਬ ਕੋ ਬਚ ਕੇ ਰਿਓ ਅਠਵਾਲ ਸਾਹਿਬ। ਹਾਂਜੀ ਸਾਫੀ ਯਾਰ ਆਪਣਾ ਪੋਸਟਰ ਵੱਡਾ ਕਰਕੇ ਮੁਹੰਮਦ ਖਾਨ ਨੂੰ ਪੜਾ ਦੇ ਇੱਕ ਵਾਰੀ। ਮੈਂ ਕਿਹਾ ਜਰਾ ਧਿਆਨ ਨਾਲ ਰਿਓ ਅਠਵਾਲ ਸਾਹਿਬ ਨੂੰ ਕੋਈ ਗੱਲ ਇਹੋ ਜੀ ਨਾ ਕਿਉਂ ਨਹੀਂ ਤੇ ਉਹ ਤੁਹਾਡੇ ਥੋੜਾ ਜਿਹਾ ਨਾ ਇੱਕ ਥੋੜਾ ਜਿਹਾ ਖਾਨ ਸਾਹਿਬ ਵੇਖਿਆ ਕਿ ਜੋ ਐਕਸ ਭਾਈ ਗੱਲ ਕਰਦੇ ਨੇ ਉਹਨਾਂ ਨੂੰ ਸਵਾਲੀ ਹੈ ਤੇ ਉਹਨਾਂ ਦੀ ਆਵਾਜ਼ ਬਹੁਤ ਘੱਟ ਆਉਂਦੀ ਹੈ ਤੇ ਉਦੋਂ ਥੋੜੀ ਦੇਰ ਮਿਊਟ ਲਾ ਅੱਛਾ ਮੈਨੂੰ ਵੀ ਮੌਕਾ ਦੇ ਦਿਓ ਮੈਂ ਕੋਈ ਘੰਟਾ ਹੋ ਗਿਆ ਥੱਲੇ ਬੈਠਾ ਯਾਰ। ਅੱਛਾ ਕਮੈਂਟ ਜਿਹੜਾ ਦੱਸਿਆ ਨਾ ਆਪਣੇ ਸੀਕਰਟ ਦੀ ਬਰਾੜ ਤੇ ਜਾ ਕੇ ਆਪਣੇ ਅੱਲਾਹੁ ਅਕਬਰ ਦੀ ਆਈਡੀ ਨੇ ਲਿਖਿਆ ਇਹਦੇ ਤੇ ਗੱਲ ਹੋਣ ਡਈ ਹੈ ਇਹ ਪੜ੍ਹ ਲੈ ਮੁਹੰਮਦ ਖਾਨ। अभी आता हूँ। ਤਾਹਰ ਸਾਹਿਬ ਤੁਸੀਂ ਮੈਂ अरे समीर भाई क्या बोला आपने आ रहे मैंने फोन उठा लिया, कहते मैं आता हूँ, अभी आता हूँ। थोड़े आ जाओ हाँ खुद आगे बता दे ਜਵਾਦ ਸਾਹਿਬ ਤੇ ਆ ਗਏ ਨੇ ਮੈਨੂੰ ਲੱਗਦਾ। मेहर साहब की आईडी है मेरा। ਫੇਵਰਟ ਸਾਹਿਬ ਨੂੰ ਕੀ ਲਿਖਿਆ ਥੱਲੇ? ਦੇਖੋ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਜੱਜਾ ਭਾਈ ਤੁਹਾਡੇ ਦਰਮਿਆਨ ਮੌਜੂਦ ਨੇ, ਜੱਜਾ ਭਾਈ ਨੂੰ ਥੋੜਾ ਜਿਹਾ ਮੌਕਾ ਦਿਓ, ਸਲਾਮ ਮਾਰੋ। ਇਹ ਸਾਫੀ ਸਾਹਿਬ ਇਹਨਾਂ ਨੂੰ ਇੱਕ ਵਾਰੀ ਦੱਸ ਦਿਓ ਕੀ ਲਿਖਿਆ ਉਹਨਾਂ ਨੇ। ਯਾਰ ਦੇਖੋ ਮੈਂ ਤੁਹਾਨੂੰ ਦੱਸ ਦਿੰਦਾ ਯਾਰ, ਇਹ ਮੈਂ ਚੰਦ ਬੰਦਿਆਂ ਦੇ ਨਾਮ ਲਿਖੇ ਨੇ। ਰਾਣੇ ਮੈਂ ਇਸ ਲਈ ਲਿਖਿਆ ਕਿ 3 ਰਾਣੇ ਮੈਨੂੰ ਚਾਹੀਦੇ। ਇੱਕ ਰਾਣਾ ਜਿਹੜੇ ਬੈਠੇ ਨੇ ਇੱਥੇ ਆ ਕੇ ਗੁਲਾਮ ਸਾਹਿਬ, ਇਹ ਵੀ ਰਾਣੇ ਨੇ। ਦੂਸਰੇ ਰਾਣਾ ਰਾਸ਼ਦ ਸਾਹਿਬ ਤੇ ਰਾਣਾ ਆਜ਼ਾਦ ਸਾਹਿਬ, ਇਸ ਲਈ ਮੈਂ ਰਾਣੇ ਲਿਖ ਦਿੱਤਾ, ਇਕੱਲਾ ਰਾਣਾ ਨਹੀਂ ਲਿਖਿਆ। ਇਹ 3 ਰਾਣੇ, ਹੋਰ ਜਿੰਨੇ ਮਰਜ਼ੀ ਰਾਣੇ ਨੇ ਉਹਨਾਂ ਦੀ ਮੈਂ ਗੱਲ ਨਹੀਂ ਕਰ ਰਿਹਾ। ਇਹ 3 ਰਾਣੇ, ਉਹਨਾਂ ਵਿੱਚੋਂ ਇੱਕ ਆ ਗਿਆ। ਠੀਕ ਹੋ ਗਿਆ? ਫਿਰ ਰਾਣਿਆਂ ਦੀ ਗੱਲ ਹੈ ਤੇ ਫਿਰ ਅਸੀਂ ਚਲੇ ਜਾਂਦੇ ਹਾਂ। ਨਹੀਂ 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 ਨਹੀਂ, ਉਹ ਤੁਸੀਂ ਤਾਂ ਪਾਰਟਿਸਪੈਂਟ ਹੋ ਨਾ, ਤੁਹਾਡੇ ਸਾਹਮਣੇ ਕੇਸ ਪੇਸ਼ ਹੋਏਗਾ, ਤੁਸੀਂ ਗੱਲ ਕਰੋਗੇ। ਜਿਵੇਂ ਹੁਣ ਮਿਸਟਰ ਐਕਸ ਭਾਈ ਦਾ ਕੇਸ ਪੇਸ਼ ਹੋਇਆ ਹੈ ਕਿ ਬੰਬਾਸਟਿਕ ਸਾਹਿਬ ਨੇ ਕੀ ਬਿਆਨ ਦਿੱਤਾ ਹੈ ਉੱਥੇ, ਜਾਂ ਕਿਵੇਂ ਕਰਕੇ ਦਿੱਤਾ ਹੈ ਬਿਆਨ। ਮਾਸ਼ਾਅੱਲਾ ਆ ਗਏ ਜੀ, ਰਾਣੇ ਚ ਰਾਣਾ ਆ ਗਿਆ ਜੀ। ਰਾਣੇ ਉੱਪਰ ਰਾਣਾ। ਹਾਂਜੀ ਕੀ ਪੰਗਾ ਪੈ ਗਿਆ? ਵੱਡੀ ਸੀਟ ਤੇ ਕਰੋ ਬੰਬਾਸਟਿਕ ਭਾਈ ਨੂੰ।
ਹਾਂਜੀ ਕੀ ਹੈ ਹੋਰ ਬਾਸਕਿਟ ਕੀਤੇ ਭਾਈ ਸਲਾਮ ਅਲੈਕੁਮ। ਇਹ ਵਾਲੇਕੁਮ 3 ਸਲਾਮ ਦਿਨ ਹੋ ਗਏ ਨੇ, ਇਹ ਮਿਸਟਰ ਐਕਸ ਸਾਹਿਬ ਨੇ ਇਹਨਾਂ ਨੇ ਸਾਡੇ ਨੱਕ ਵਿੱਚ ਦਮ ਕੀਤਾ ਪਿਆ ਹੈ। ਅਸੀਂ ਇਹਨਾਂ ਦੇ ਅਸੀਂ ਇਹਨਾਂ ਕੰਨਾਂ ਨੂੰ 'ਚ ਦਮ ਕਿਹਾ ਕਰ ਦਿੰਦੇ ਇਹ ਸਾਡੇ ਹਿੱਕ ਦੇ ਉੱਤੇ ਪਿਪਲਾਂ ਦਾ ਦਰਖਤ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਠੀਕ ਹੈ। ਹਾਂ ਤੇ ਇਹ ਕਹਿ ਰਹੇ ਨੇ ਕਿ ਮੁਬਾਸ਼ਿਕ ਭਾਈ ਨੇ ਕੋਈ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੈ ਕਿ ਮਿਰਜ਼ਾ ਸਾਹਿਬ ਦਾ, ਹਜ਼ਰਤ ਮਸੀਹ ਮੌਦ अलैहिस्सलाम ਦਾ ਕਿਸੇ ਕਿਸਮ ਦਾ ਵੀ ਨਬੂਵਤ ਦਾ ਦਾਵਾ ਨਹੀਂ ਹੈਗਾ। नहीं ऐसी तो गल हो ही नहीं उन्होंने ਤੇ कहा ਤੁਸੀਂ मिसाल ਐਗਰੀ ਕਰਦੇ ਹੋ ਜਾਂ ਡਿਸਐਗਰੀ? ਅਸੀਂ ਕਿ ਅਸੀਂ ਸੁਣਾਂਗੇ ਤਾਂ ਸਾਨੂੰ ਪਤਾ ਚੱਲੇਗਾ ਨਾ ਕਿ ਉਹਨਾਂ ਨੇ और ਕੀ ਕੀਤਾ ਹੈ। यार बात यह है कि इनका आका जो है ना अमर नजीर वो भी वैसे ही है और ये भी वैसे ही है और फिर मैं जितना ना ही समझा ये वो ਤੇ ही ਉਹਨੇ है ਆਖਿਆ बेचारे ਨੇ ਫੁੱਦੂ ਮੁਸਲਮਾਨ ਨੇ ਦੱਸਿਆ ਨਹੀਂ ਉਹਨੇ। ये सारे बेचारे फुद्दू ही ने बस इन्हों दा कोई गल होए उसके ऊपर बयान लेके काट छांट के फौरन रिकॉर्डिंग करके ओ मैं जीत गया ये बस गुजरात शरीफ ही है बंदा की करे हमारा लक्ष्य चला गया एक्स साहब ओला चला ਭਾਈ ਆ ਜਾਓ ਤੇ ਕੀ ਹੋ ਗਿਆ ਮਿਸਟਰ ਐਕਸ ਭਾਈ ਤੁਹਾਡਾ ਹੁਣ ਗੱਲ ਹੋਣੀ ਸੀ ਤਾਂ ਤੁਸੀਂ ਚਲੇ ਗਏ ਹੋ। ਉਹ ਕਹਿੰਦਾ ਮੈਂ ਥੋੜਾ ਜਿਹਾ ਬਿਜ਼ੀ ਹਾਂ, ਉਹ ਆ ਜਾਂਦੇ ਨੇ ਵਾਪਸ, ਕੋਈ ਚੱਕਰ ਨਹੀਂ ਹੈਗਾ। चलो ਅੱਛਾ आ ਤੁਸੀਂ जाओ। ਆਪਣੀ ਹਾਂ ਇੱਕ ਛੋਟੀ ਜੀ ਗੱਲ ਹੋਰ, ਉਹ ਇਹ ਫਿਰਕਾ ਨਜ਼ੀਰੀਆ ਦੇ नहीं गए। ਆਹੋ ਇਹ ਅੱਛੀ ਗੱਲ ਗੱਲ ਦੀ ਹੈ, ਥੋੜੀ ਜਿਹੀ ਬਹੁਤ ਗਲਤਫਹਿਮੀ ਅੱਛੀ ਹੋ ਗਈ ਹੈ। ਉਹ ਅੱਛੇ ਇਨਸਾਨ ਨੇ, ਬੜੀ ਅੱਛੇ ਤਰੀਕੇ ਨਾਲ ਗੱਲ ਕਰਦੇ, ਉਹਨਾਂ ਨੇ ਗਲਤਫਹਿਮੀ ਹੈ ਤਾਂ ਬੰਬਾਸਿਕ ਭਾਈ ਆਰਾਮ ਨਾਲ ਹੀ ਉਹਨਾਂ ਦੀ ਦੂਰ ਕਰਦੇ ਹੋ। ਸਾਡੇ ਨਾਲ ਬਹਿੰਦੇ ਨੇ, ਹਾਲਾਂਕਿ ਇਸ ਵਜ੍ਹਾ ਤੋਂ हाँ ਉਹਨਾਂ ਨੂੰ ਕਈ ਜਗ੍ਹਾ ਦੇ ਉੱਤੇ ਲੋਕ ਜਿਹੜੇ ਨੇ ਇਸ ਗੱਲ ਤੋਂ ਕਰਦੇ ਵੀ ਨੇ, ਬਲਕਿ ਹੁਣ ਕੱਲ ਮੈਂ ਕੱਲ ਅੱਜ ਦੀ ਗੱਲ ਹੈ ਜਾਂ ਕੱਲ ਦੀ, ਉਹਨਾਂ ਨੂੰ ਮਰਜ਼ਈ ਹੁੰਦਿਆਂ ਵੀ ਉਹਨਾਂ ਦੇ ਉੱਤੇ ਇਲਜ਼ਾਮ ਲੱਗ ਗਿਆ ਕਿ ਮਰਜ਼ਈ चलो ਨੇ ਤੇ ਇੰਡਾਇਰੈਕਟਲੀ ਜੇ ਉਹ ਕਈ ਕੁਝ ਚੱਲਦਾ ਤੁਹਾਨੂੰ ਪਤਾ। ਤੇ ਚਲੋ ਇੱਕ अच्छा ਅੱਛੇ अच्छा ਭਾਈ ਨੇ, ਉਹਨਾਂ ਨੇ ਗਲਤ ਹੈ। ਉਹ ਇਹੀ ਸਵਾਲ ਕਰਨਾ ਚਾਹ ਰਹੇ ਸਨ ਕਿ ਗੱਲ ਹੈ ਕਿ ਜੇ ਉਹ ਕਹਿੰਦੇ ਕਿ आप इन्हें ਬਾਦਸ਼ਾਹ ਨੇ तशरीफ ਦਾਵਾ ਹੀ ਨਹੀਂ तशरीफ लाए इन्हें तशरीफ ਆ लाए ਹੀ ਗਏ ਨੇ। ਹਾਂਜੀ, ਉਹਨੇ ਉਹਨਾਂ ਕੋਲ ਸਵਾਰੀ ਹੁੰਦੀ ਕਿਸੇ ਵੇਲੇ, ਜੇ ਹੈ ਐਕਸ ਭਾਈ ਟਾਈਮ ਗੱਲ ਕਰ ਸਕਦੇ ਜੇ ਤਾਂ ਇਜਾਜ਼ਤ ਲੈ ਲਓ ਸਵਾਰੀ ਕੋ ਆਪਣੀ, ਕਰੋ चलो ਫਿਰ ਗੱਲ। एक्सा जी एक्सा फरमाओ कि हुक्म करो हो सकता है सवारी होवे ठीक है ਉਹ ਮੈਂ ਕਿਹਾ ਕਰ ਲੈਣਗੇ ਗੱਲ, ਥੋੜੀ ਦੇਰ ਬਾਅਦ ਹੋ ਜਾਏਗੀ। ਤੁਸੀਂ ਕੋਈ ਹੋਰ ਕੋਈ ਗੱਲ ਤੁਹਾਨੂੰ ਸੁਣਾ ਦਿਓ, ਨਹੀਂ ਦੇ ਇਲਮੀ ਆਦਮੀ ਹੈ ਤੁਸੀਂ, ਮਲਕ ਮਨਵਰ ਹਸੈਨੀ ਦੀ ਬਰਾੜ ਦੇ ਉੱਤੇ ਤੁਸੀਂ वो ਹੀਰੋ ਜੇ। आजकल आए नहीं अपना सैनी साहब ਪਤਾ ਨਹੀਂ, ਅਸੀਂ ਜਾਂਦੇ ਨਹੀਂ ਉੱਥੇ, ਸਾਡੇ ਵੱਲੋਂ ਤਾਂ ਬੜੇ ਦੇਰ ਤੇ ਮਰ ਗਏ ਨੇ। ਉਹ वो तो ਮਨਚੇ ਬੰਬ ਨਹੀਂ ਕੱਢ ਲੋ। वो जड़ा ਉਹ सीकर है ਕਹਿੰਦੇ ਨੀ वो ਉਹ ਕਹਿੰਦੇ ਨੀ ਤੂੰ ਮੇਰੇ ਲਈ ਮਰ ਗਿਆ, ਤੇ ਮੇਰੇ ਲਈ ਤਾਂ ਬੜੀ ਦੇਰ ਤੇ ਮਰ ਗਏ ਨੇ। ਉਹ ਜਿਹੜਾ ਸੀਕਰ ਉਸ ਕੁੱਤੇ ਦੇ ਸਿਰ ਕਿੰਨੇ ਫਿਰ ਦੁਬਾਰਾ ਇੱਟ ਮਾਰੀ ਉਹ ਭੌਂਕਣ ਡਿਆ ਸਵੇਰ ਦਾ ਕੱਲਾ ਹੀ ਉਹਨੂੰ ਕੀ ਹੋਇਆ ਉਹ ਜਨਾਬ ਵੇਖੋ ਕੈਸੀ ਗੱਲ ਹੈ। ਇਸ ਗੱਲ ਤੋਂ ਮੈਂ ਵੀ ਅੱਗੇ ਥੋੜੀ ਦੇਰ ਪਹਿਲਾਂ ਗੱਲ ਕਰਨ ਲਿਆ ਸੀ ਕਿ ਜਦੋਂ ਇੱਕ ਬੰਦਿਆਂ ਦਾ ਪਤਾ ਹੈ ਕਿ ਇਹਨਾਂ ਦੇ ਮੂੰਹ ਨੂੰ ਕੁੱਤਾ ਵੱਜਾ ਔਰ ਇਹਦਾ ਹਾਂ ਕੰਮ ਹੀ ਹੈ ਭੌਂਕਣਾ, ਹਾਂ ਇਹਨਾਂ ਨੇ ਕੱਲ ਇੱਕ ਗੱਲ ਪੇਸ਼ ਕੀਤੀ ਹੈ ਫਤਿਹ ਇਸਲਾਮ ਸਾਹਿਬ ਦੀ, ਇੱਕ ਐਵੇਂ ਹੀ ਕੋਈ 2 ਸਾਲ ਪੁਰਾਣੀ ਕੱਟ-ਵੱਟ ਕਰਕੇ ਦੀ ਗਾੜੀ ਉਸ ਪੇਜ ਤੇ ਜਵਾਬ ਦੇਣ ਦੀ ਲੋੜ ਹੀ ਕੋਈ ਨਹੀਂ। ਹਾਂ ਆਪਣੇ ਬੰਦੇ ਇੰਨੇ ਸੀਰੀਅਸ ਨੇ ਕਿ ਹਰ ਗੱਲ ਦਾ ਜਵਾਬ, ਬਈ ਗਲੀ ਦਾ ਕੋਈ ਕੁੱਤਾ ਵੀ ਲੰਘਣ ਦਿਆ ਨਾ ਤੇ ਆਖੇ ਇਹਨੂੰ ਵੀ ਜਨਾਬ ਸਲਾਮ ਕਰਕੇ ਨਾ ਤੇ ਇਹਦੀ ਵੀ ਗੱਲ ਸੁਣ ਲਓ ਜਾਂ ਇਹਨੂੰ ਭਾਗ ਪਾਣੀ ਪਿਲਾ ਦਿਓ। ਮੈਂ ਬੜਾ ਤੰਗ ਆ ਇਹੋ ਜੀ ਗੱਲ ਤੋਂ, ਖਾਸ ਤੌਰ ਤੇ ਜਿਹੜਾ ਨਾ ਆਪਣਾ ਹਾਂਜੀ ਰਾਸ਼ਦ ਬੇ ਰਾਸ਼ਦ ਉਹ ਆਪਣਾ ਚਲਾ ਜਾਂਦਾ ਹਰ ਜਗ੍ਹਾ ਤੇ ਉਹਨੇ ਹਾਂਜੀ ਤੇ ਨਹੀਂ ਕੀਤੀ ਇਹੋ ਜੀ ਗੱਲ ਉਹ ਬੜਾ ਨਹੀਂ ਉਹਨਾਂ ਨੇ ਕੀਤੀ। ਫਤਿਹ ਇਸਲਾਮ ਸਾਹਿਬ ਨੇ ਉਹਨਾਂ ਦੀ ਗੱਲ ਦੇ ਬਾਰੇ ਦੱਸ ਛੱਡਿਆ ਕਿ ਇਹ ਤੁਸੀਂ ਇਹ ਗੱਲਬਾਤ ਕੀਤੀ। ਉਹਨਾਂ ਨੇ ਉਹ ਮੌਜੂ ਬਣਾ ਕੇ ਤੇ ਲੱਗੇ ਨੇ ਵੀ ਇੱਕ ਸ਼ਾਤਮ ਆਦਮੀ ਹੈ, ਉਹਦੀ ਜ਼ਬਾਨ ਤੋਂ ਸਿਰਫ ਗਲਾਜ਼ਤ ਨਿਕਲਦੀ ਹੈ। ਮਸੀਹ ਮੌਤ ਦੇ ਬਾਰੇ ਚ ਇਦਾਂ ਦੇ ਬੰਦਿਆਂ ਨੂੰ ਅੰਗੇਜ ਕਰਨ ਦੀ ਸਾਨੂੰ ਲੋੜ ਕੀ ਹੈ? ਬਿਲਕੁਲ ਸਹੀ ਗੱਲ ਹੈ ਆਈ ਐਗਰੀ ਹਾਂ, ਉਹਨਾਂ ਨੂੰ ਅੰਗੇਜ ਕਰਨਾ ਹੀ ਨਹੀਂ ਚਾਹੀਦਾ। ਬੇਸ਼ੱਕ ਲਓ ਜੀ, ਬਿਲਕੁਲ ਮੁੰਡਾ ਆ ਗਿਆ ਜੇ, ਕਰ ਲੋ ਗੱਲ। ਲੋ ਜੀ ਰਾਜਪੂਤ ਆ ਗਿਆ ਆਪਣਾ ਜਿਗਰ ਬਾਬੂ ਸੁਣਿਆ ਪੇਸ਼ਾ ਸੁਣਿਆ ਸਾਨੂੰ ਯਾਦ ਕੀਤਾ ਜਾ ਰਿਹਾ ਵੀ। अब कितने रहे आजकल अमेरिका में के वापस घर आ गए हैं ਮੈਂ ਫਲੋਰੀਡਾ और फ्लोरिडा कितने फ्लोरिडा हूं फ्लोरिडा एडा बड़ा ਮੈਂ ਇਸ ਵੇਲੇ ਤੇ ਮਿਆਂਮਾਰ ਫਲੋਰੀਡਾ ਵਾਂ ਤੇ ਹੁਣ ਮੈਂ ਚੱਲਾਂ ਪੋਰਟ ਪੀਰਸ ਆਫ ਨਾਰਥ ਲਿਬਰਟਾ। ओहो ਉਹ ਤੇ ਯਾਰ ਜਿਹੜਾ ਇਹ ਗੱਲਾਂ ਹੋ ਰਹੀਆਂ ਨੇ ਕਿ ਟਰੱਕਾਂ ਵਾਲਿਆਂ ਦਾ ਬਿਜ਼ਨਸ ਬੇਕੂ ਮੁੱਕ ਗਿਆ, ਬੜੇ ਬੁਰੇ ਹਾਲਾਤ ਨੇ, ਝੂਠੇ ਆਪਣਾ ਟ੍ਰਿਪ ਘਟ ਗਏ ਨੇ ਕਿ ਸਹੀ ਉਸੇ ਤਰ੍ਹਾਂ ਹੀ ਨੇ ਲੱਗਦੇ ਪਏ ਨੇ ਨੇ ਲੱਗਣ ਦੇ ਇੰਟਰਵਿਊ ਲੱਗਦਾ। ਸਾਫੀ ਸਾਹਿਬ ਤੁਹਾਡਾ ਮੋਡੀਏਟਰ ਕੋਈ ਲਾਈ ਜਾਂਦਾ ਸਾਨੂੰ ਯਾਰ ਥੱਲੇ। ਮੋਡੀਏਟਰ ਜਿਹੜਾ ਮੈਂ ਤਾਂ ਸੁੱਤਾ ਪਿਆ ਸੀ, ਇੱਥੇ ਸੁਣਿਆ ਲਿਖਿਆ ਰਾਣਾ ਸਾਹਿਬ ਕੋਈ ਤੁਹਾਡੇ ਸਾਰਿਆਂ ਦੀ ਬਰਾੜ ਹੈ, ਕੋਈ ਨਹੀਂ, ਹੌਸਲਾ ਕਰੋ, ਸਬਰ ਰੱਖੋ, ਸਬਰ ਬਹੁਤ ਜ਼ਰੂਰੀ ਹੈ। ਇਹ ਰਾਣੇ ਮੈਂ ਇਸ ਲਈ ਬੁਲਾਏ ਨੇ, 3 ਰਾਣੇ ਸਨ, ਰਾਣਾ ਰਾਸ਼ਦ ਸਾਹਿਬ, ਰਾਣਾ ਆਜ਼ਾਦ ਰਾਜਪੂਤ ਸਾਹਿਬ ਤੇ ਰਾਣਾ ਗਜਨੀ ਜਿਹੜੇ ਗੁਲਾਮ ਇਬਨ ਗੁਲਾਮ ਸਾਹਿਬ।
ਇਹ ਤਿੰਨ ਸਨ ਨਾ, ਇਸ ਲਈ ਮੈਂ ਰਾਣੇ ਲਿਖਿਆ, ਰਾਣਾ ਨਹੀਂ ਲਿਖਿਆ। तो बाकी ब्राडा साफ की ने सारा ऐसे कम कट्टा कर लिया। ਤੇ ਇਹ ਇਹਨਾਂ ਨਾਲ ਮੇਰਾ ਇਹ ਗੱਲ ਕਰਨੀ ਤੇ ਹੈ ਸੀ, ਲੇਕਿਨ ਤੁਸੀਂ ਕਰ ਲਓ ਇੱਕ ਵਾਰੀ ਗੱਲ, ਫਿਰ ਕਰਦੇ ਆ ਇਹਨਾਂ ਨਾਲ ਗੱਲ। मैं की गल करनी ਗੱਲ ਇਸ ਤਰ੍ਹਾਂ ਹੈ ਕਿ ਤੁਸੀਂ ਲਾਈਏ ਬਰਾੜ, ਤੁਹਾਡੀਆਂ ਚੱਲਦੀਆਂ ਪਈਆਂ ਨੇ ਰਿਕਾਰਡਿੰਗਾਂ, ओए होए ਤੁਸੀਂ ਹੁਣ ਉੱਥੇ ਜਿਹੜੇ ਆਪਣੇ ਬੰਦੇ ਵੀ ਤੁਹਾਡੇ ਹੱਕ ਵਿੱਚ ਵੀ ਗੱਲ ਕਰਨ ਵਾਲੇ ਕਹਿ ਰਹੇ ਨੇ, ਜਿਵੇਂ ਫੁਰਕਾਨ ਸਾਹਿਬ ਕਹਿ ਰਹੇ ਸਨ ਕਿ ਉਹ ਹੋਸ਼ ਵਿੱਚ ਨਹੀਂ ਸਨ, ਉਹ ਆਪਣੇ ਸੈਂਸਿਸ ਵਿੱਚ ਨਹੀਂ ਸਨ, ਉਹਨਾਂ ਨੇ ਕੋਈ ਡਰਿੰਕ ਦੇ ਕੋਈ ਮਾਮਲਾਤ ਸਨ, ਤੇ ਇਹਦੇ ਵਿੱਚ ਕਾਕੇ ਸਿਪਾਹੀ ਦੀ ਗਲਤੀ ਹੈ, ਉਹਨਾਂ ਦੀ ਗਲਤੀ ਨਹੀਂ ਹੈਗੀ। ਜਦੋਂ ਇੱਕ ਬੰਦਾ ਹੋਸ਼ ਵਿੱਚ ਹੀ ਨਹੀਂ ਹੈਗਾ ਤਾਂ ਉਹਦੇ ਨਾਲ ਜਾ ਕੇ ਮੱਥਾ ਕਿਉਂ ਲਾਇਆ ਕਾਕੇ ਸਿਪਾਹੀ ਨੇ? ਇੱਕ ਉਹ ਰਿਕਾਰਡਿੰਗਾਂ ਚੱਲ ਰਹੀਆਂ ਨੇ, ਬੜੇ ਮਾਮਲਾਤ ਚੱਲ ਰਹੇ ਨੇ। ਮੈਂ ਇਸ ਲਈ ਪੁੱਛਣਾ ਚਾਹ ਰਿਹਾ ਸੀ ਕਿ ਇਹ ਮਾਮਲਾ ਕੀ ਹੋਇਆ ਹੈ, ਕੀ ਇਹਦੇ ਪਿੱਛੇ ਸਾਰੀ ਸੂਰਤ ਹਾਲ ਹੈ। ਅੱਜ ਵੀ ਤੁਹਾਡੀ ਗੱਲ ਹੁੰਦੀ ਰਹੀ ਹੈ ਜੀ। सुभान अल्लाह ठीक होंदी रही जो होंदी रही। अच्छे तो इतने तो साहल खान ते सीकर शीकर भी सीगे, उन्होंने कुछ जवाब नहीं आया, उन्होंने बदतमीजी की है। उन्होंने जो उन्होंने बदतमीजी की है तो मैं मैनू मुड़ के म्यूट करते रहे ने। मैं कहा तुम म्यूट कर दे, मेरे को ब्रांड नहीं है, मैं ਤੁਹਾਡਾ ਅਗਲਾ ਪਿਛਲਾ ਸਿੱਧਾ ਕਰ ਦਾਂਗਾ। ਤੁਸੀਂ ਜਵਾਬ ਨਹੀਂ ਦੇਣਾ, ਨਾ ਦਿਓ, ਬਦਤਮੀਜ਼ੀ ਕਿਉਂ ਕਰਦੇ ਵੀ? ਗੱਲ ਇਹ ਹੋਈ ਸੀ, ਮੈਂ ਕਿਹਾ ਦੱਸੋ ਜੀ ਮੈਨੂੰ ਮੁਸ਼ਰਕ ਦੇ ਘਰ ਜਨੇਬੀ ਕਿਉਂ ਪੈਦਾ ਹੁੰਦੇ ਨੇ? ਉਹਨੇ ਅੱਗੋਂ ਕਿਹਾ ਮੇਰੇ ਸਾਹਿਬ ਮੁਸ਼ਰਕ ਨੇ। ਮੈਂ ਕਿਹਾ ਚਲੋ ਉਹ ਨਹੀਂ ਜਿਹੜੀ ਮੈਂ ਗੱਲ ਕਰਨੇ ਆ, ਤੁਸੀਂ ਉਹਨਾਂ ਨੂੰ ਮੰਨਦੇ ਨਬੀ ਜਿਹਨੂੰ ਤੁਸੀਂ ਮੰਨਦੇ ਹੋ। ਕਹਿੰਦਾ ਰਸੂਲ ਕਰੀਮ ਦੇ ਵਾਲੇ ਤੋਂ ਮੁਸ਼ਰਕ ਸੀ, ਮੁਸ਼ਰਕੀ ਸੀ। ਮੈਂ ਕਿਹਾ ਆਹੋ। ਮੈਂ 2 ਹਦੀਸਾਂ ਪੇਸ਼ ਕੀਤੀਆਂ, ਉਹਨਾਂ ਨੇ ਬਦਤਮੀਜ਼ੀ ਸ਼ੁਰੂ ਕਰਤੀ ਜਵਾਬ ਦੇਣ ਦੀ ਬਜਾਏ। ਮੁਲਹਮ ਉਹਨਾਂ ਦੇ ਨਾਮ ਦੀ ਆਈਡੀ ਆ, ਉਹ ਗਿਆ ਜਾ ਕੇ ਚੈੱਕ ਕੀਤੀਆਂ, ਮੈਂ ਪੜ੍ਹ ਕੇ ਆ ਗਿਆ ਤੇ ਬਦਤਮੀਜ਼ੀ ਸ਼ੁਰੂ ਕਰਤੀ, ਜਵਾਬ ਉਹਨਾਂ ਦੇ। ਮੈਂ ਕਿਹਾ ਬਦਤਮੀਜ਼ੀ ਕਰਨ ਤੇ ਮੈਂ ਵੱਡਾ ਬਦਤਮੀਜ਼ ਦਾ। ਮੈਂ ਕਿਹਾ ਤੁਸੀਂ ਲੋਕਾਂ ਦੇ ਬਾਬਿਆਂ ਨੂੰ ਕਰਦੇ, ਆਪਣੇ ਬਾਬੇ ਭਜਾਓ ਮੇਰੇ ਤੋਂ। ਹੁਣ ਮੈਂ ਵੇਖਾਂ ਤੁਹਾਨੂੰ ਹਦੀਸ ਹੈਗੀ ਹੈ ਭਾਈ, ਜਿਹੜਾ ਪਹਿਲਾਂ ਬਦਤਮੀਜ਼ੀ ਕਰਦਾ ਸਾਰੀਆਂ ਗਾਲਾਂ ਦਾ ਗੁਨਾਹ ਉਹਦੇ ਸਿਰ ਜਾਂਦਾ। ਮੈਂ ਜੁੜ ਜੂ ਇਹਨਾਂ ਨੂੰ, ਫਿਰ ਮੇਰੇ ਸਿਰ ਤੇ ਗੁਨਾਹ ਵੀ ਨਹੀਂ ਹੋਣਾ। ਮੈਂ ਫਿਰ ਸਿੱਧਾ ਹੋ ਗਿਆ ਇਹਨਾਂ ਨੂੰ। ਜਦੋਂ मेरा ख्याल है राणा साहब का मुआहदा भी होया दा अफजल बराच नाल के क्यों राणा साहब राणा जी ਹਾਂਜੀ ਤੁਸੀਂ ਬੁਲਾਇਆ ਬੰਦੇ ਬੰਦੇ ਖੁਦ ਲਾਈ ਜਾਂਦੇ ਹੋ, ਕੀ ਕਰਦੇ ਹੋ ਯਾਰ? ਇਹ ਕੌਣ ਲਾਉਂਦੇ ਆ ਯਾਰ? ਅੱਗੇ ਮੈਂ ਤੇ ਚਲੋ ਮੈਂ ਤੇ ਆਪ ਉੱਤੇ ਥੱਲੇ ਉਤਰਿਆ ਸੀ, ਕਿਉਂਕਿ ਵਟਵਾਲ ਭਾਈ ਨੇ ਕਾਲ ਪਾਈ ਸੀ, ਮੈਂ ਕਿਹਾ ਉਹ ਆ ਜਾਣ ਉੱਤੇ। ਲੇਕਿਨ ਇੱਕ ਵਟਵਾਲ ਭਾਈ ਨੂੰ ਕੌਣ ਲਾਉਂਦੇ ਆ? ਕੌਣ ਹੈ ਇੱਥੇ ਮੋਡਰੇਟਰ? ਯਾਰ ਚੈੱਕ ਕਰ ਦੇਣਾ। ਸਾਰੇ ਹੀ ਮੋਡਰੇਟਰ, ਕੋਈ ਇੱਕ ਥੋੜੀ, ਕੋਈ 10-15 ਮੋਡਰੇਟਰ ਨੇ ਯਾਰ। ਯਾਰ ਏਦਾਂ ਨਹੀਂ ਹਰਕਤ ਨਾ ਕਰੋ ਯਾਰ। ਐਕਸ ਭਾਈ ਤੁਸੀਂ ਵੀ ਥੱਲੇ ਆ ਕੇ ਕਿਸੇ ਨੂੰ ਹੱਕ ਨਹੀਂ ਕਿਸੇ ਨੂੰ ਲਾਉਣਾ, ਵੇਖ ਸਾਰੇ ਲਾਈ ਜਾਂਦੇ ਨੇ। यार मैं ते जिम्मेदार मोड़ ना, मैं नहीं जे कुछ कर रहा। ਉਹੀ ਮੈਂ ਕਹਿ ਰਿਹਾ, ਮੈਂ ਵੀ ਕਿਸੇ ਨੂੰ ਲਾਇਆ ਮੈਂ ਕਿਸੇ ਨੂੰ ਹਟਾਉਣਾ ਨਹੀਂ ਹੈਗਾ, ਹਟਾਉਣਾ ਨਹੀਂ ਹੈ ਅਸੀਂ ਕਿਸੇ ਨੂੰ, ਪਰ ਮੈਂ ਨਾ ਬਰਾਡ ਬੰਦ ਕਰ ਦੇਣੀ ਹੈ ਯਾਰ, ਇਹ ਕੰਮ ਨਾ ਕਰੋ ਤੁਸੀਂ। ਉਹ ਠੀਕ ਹੈ, ਲੇਕਿਨ ਤੁਸੀਂ ਗੱਲ ਜਿਹੜੀ ਕਰਨੀ ਸੀ ਢਾਣਾ ਸਾਹਿਬ ਨਾਲ ਕਰ ਲਈਏ, ਤੁਹਾਡੀ ਉਹ ਗੱਲ ਹੈ। ਬਾਕੀ ਹੋਰ ਕਰਨ ਉਹ ਜੇ ਉਹੀ ਆਪਣੀ ਗੱਲ ਕੰਪਲੀਟ ਕਰ ਰਹੇ ਸਨ ਨਾ, ਕਿ ਉਹ ਮੈਂ ਨਾ ਤੂੰ ਇਹ ਪੁੱਛਿਆ ਕਿ ਇਹ ਰਾਣਾ ਸਾਹਿਬ ਨੂੰ ਹੀ ਲਾਤਾ ਥੱਲੇ ਕਿਸੇ ਨੇ? ਨਹੀਂ ਰਾਣਾ ਸਾਹਿਬ ਉੱਤੇ ਨੇ। ਜੇ ਉਹ ਆਂਦੇ ਨੇ ਜੋ ਥੋੜੀ ਸੀ ਜੋ ਪੀ ਲਈ ਹੈ ਤਾਂ ਕੀ ਕੰਮ ਹੈ ਯਾਰ? ਕਿਹੜੀ ਗੱਲ ਹੈ ਦੱਸੋ? ਨਹੀਂ ਮੈਂ ਕਹਿ ਰਿਹਾ ਫੁਰਕਾਨ ਸਾਹਿਬ ਇਹਨਾਂ ਦੀ ਹਮਾਇਤ ਵਿੱਚ ਬਰਾੜ ਲਾ ਰਹੇ ਸਨ, ਲੇਕਿਨ ਫੁਰਕਾਨ ਸਾਹਿਬ ਵੀ ਕਹੀ ਜਾਂਦੇ ਨੇ ਕਿ ਆਪਣੇ ਸੈਂਸਿਸ ਵਿੱਚ ਨਹੀਂ ਸਨ, ਉਹਨਾਂ ਨੇ ਡਰਿੰਕ ਕੀਤੀ ਹੋਈ ਸੀ। ਰਾਣਾ ਸਾਹਿਬ ਤੁਸੀਂ ਉੱਤੇ ਬੈਠੇ ਹੋ, ਫਿਰ ਕਦੇ ਫੋਨ ਕਾਲ ਤੁਹਾਨੂੰ ਆਈਏ ਫੋਨ ਕਾਲ? ਅੱਛਾ ਯਾਰ ਕਿਸੇ ਦੀ ਨਾ ਗੱਲ ਕਰੋ, ਫੁਰਕਾਨ ਦਾ ਫਾਇਦਾ ਨਹੀਂ ਗੱਲ ਕਰਨ ਦਾ। ਤੁਸੀਂ ਆਪਣੀ ਗੱਲ ਕਰੋ ਯਾਰ, ਮੁਤਲਕਾ ਗੱਲ ਕਰੋ। ਨਹੀਂ ਮੈਂ ਯਾਰ ਗੱਲ ਤੁਸੀਂ ਸਮਝਦੇ ਨਹੀਂ ਹੈਗੇ, ਕਿਉਂ ਨਹੀਂ ਕਰੀਏ ਕਿਸੇ ਦੀ ਗੱਲ ਯਾਰ? ਇੱਕ ਤੁਹਾਨੂੰ ਪਤਾ ਨਹੀਂ ਕੀ ਹੋ ਜਾਂਦਾ ਹੈ ਯਾਰ। ਕਰੋ ਯਾਰ ਕਰੋ, ਮੈਂ ਗਲਤੀ ਲੱਗ ਗਈ ਮੈਨੂੰ। ਕਰੋ ਸਾਹਿਬ अस्सलाम वालेकुम। ਸਲਾਮ ਭਾਈਜਾਨ, ਕੀ ਹਾਲ ਹੈ? ਠੀਕ ਹੋ? ਕਰੋ। ਅੱਛਾ ਫੁਰਕਾਨ ਸਾਹਿਬ ਪਤਾ ਨਹੀਂ ਕੌਣ ਤੁਸੀਂ ਕਿਹਦੀ ਗੱਲ ਕਰ ਰਹੇ ਹੋ, ਔਰ ਕੀ ਉਹ ਵੀ ਨਾਲ ਮਤਲਬ ਉਹ ਵੀ ਨਾਲ ਬਹਿ ਕੇ ਪੀ ਰਹੇ ਸਨ ਜਿਹੜਾ ਉਹਨਾਂ ਨੇ ਗੱਲ ਕੀਤੀ? ਇਹ ਨਵਾਂ ਸਕੂਲ ਤਾਂ ਤੁਸੀਂ ਸ਼ੰਪਕਸ਼ੂ ਸਾਹਿਬ ਹਾਂਜੀ ਕਿਵੇਂ ਕੋਈ ਕਰ ਸਕਦਾ? ਨਹੀਂ ਰਾਣਾ ਸਾਹਿਬ ਹੁਣ ਕਾਲ ਤੇ ਤੁਰ ਗਏ ਨੇ, ਹੁਣ ਗੱਲ ਮੁਕਾਉਂਦੇਗਾ। ਇੱਥੇ ਲਾਈਨ ਲੱਗੀ ਹੈ ਥੱਲੇ, ਇੱਥੇ ਸਿਆਫੀ ਸਾਹਿਬ ਦੀ ਅਦਾਲਤ ਦੇ ਵਿੱਚ ਥੱਲੇ ਕੇਸ ਨਵਾਂ ਫਾਈਲ ਖੋਲਦੀ ਪਈ ਹੈ। ਉਹਨੇ ਇਹ ਕਹਿਤਾ, ਉਹਨੇ ਇੰਜ ਕਹਿਤਾ। ਮੈਂ ਤੇ ਇੱਥੇ ਰਾਣਾ ਲਿਖਿਆ ਜੀ, ਮੈਂ ਤਾਂ ਦੌੜਾ ਆਇਆ, ਮੈਨੂੰ ਪਤਾ ਲੱਗਾ ਰਾਣਿਆਂ ਨੂੰ ਬੁਲਾਉਂਦੇ ਨੇ, ਤੇ ਮੈਂ ਉੱਤੇ ਆ ਕੇ ਉਹਨਾਂ ਕਹੀ ਹਾਜ਼ਰ ਆ ਮੈਂ, ਜਨਾਬ ਮੈਨੂੰ ਦੱਸੋ ਕੀ ਮੇਰੇ ਕੋਲ ਗਲਤੀ ਹੋਈ? ਦੱਸ ਨਹੀਂ ਪਾਏ ਕੋਈ ਵੀ ਗੱਲ।
ਉਹ ਬਈ ਗਲਤੀ ਇਹ ਹੋਈ ਹੈ ਨਾ ਕਿ ਤੁਹਾਡੀ ਕਮਿਊਨਿਟੀ ਦਾ ਬੰਦਾ ਹੈ, ਠੀਕ ਹੈ। ਉਹ ਲੈ ਜੀ ਉਹ ਚਲੇ ਗਏ ਨੇ ਜੀ ਜਨਾਬ, ਸਭ ਗਏ ਨੇ ਬੰਬਾ ਸਿੰਘ ਸਾਹਿਬ ਚਲੇ ਗਏ ਨੇ, ਤੇ ਉਹਨਾਂ ਨੂੰ ਟਾਈਮ ਨਹੀਂ ਲੱਗਾ। ਸਾਡਾ ਸਿਰ ਖਾਦੇ ਰੱਖਿਆ ਇਹਨਾਂ ਨੇ, ਤੇ ਹੁਣ ਗੱਲ ਕਰਨ ਦਾ ਮੌਕਾ ਆਇਆ ਤੇ ਉਹ ਜਾਣਦੇ ਨੇ, ਉਹਨਾਂ ਉੱਥੇ ਵੀ ਜਾ ਕੇ ਟਾਈਮ ਦੇਣਾ ਨਾ, ਜ਼ਰਾ ਇੱਥੇ ਵੀ ਜਾਣ ਦਿਓ ਜਿਹੜਾ ਜਾਂਦਾ ਯਾਰ। ਹੋਇਆ ਇਸ ਤਰ੍ਹਾਂ ਸੀਗਾ ਕਿ ਰਾਣਾ ਸਾਹਿਬ ਨਾਲ ਗੱਲ ਕਰਾਉਣੀ ਸੀ ਉਹਨਾਂ ਦੀ ਐਕਸ ਭਾਈ ਨਾਲ। ਯਾਰ ਜੇ ਤੀਰ ਦਾ ਨਿਸ਼ਾਨ ਲੱਗਾ, ਮੇਰੇ ਕੋਲ ਮੈਸੇਜ ਪੜਿਆ ਨਹੀਂ ਜਾਂਦਾ। 1122 ਤੋਂ ਠਵਾਲ ਸਾਹਿਬ ਮੇਰੇ ਕੋਲ ਪੜਿਆ ਜਾਂਦਾ, ਮਗਰ ਨਹੀਂ ਪੜਿਆ ਜਾਂਦਾ। ਇਹ ਕੀ ਲਿਖਿਆ? ਕਿ ਮੈਂ ਠਹਿਰੋ, ਮੈਂ ਐਨਕ ਲਾ ਲੈਂਦਾ, ਮੈਂ ਪੜ੍ਹ ਕੇ ਸੁਣਾਉਂਦਾ। ਐਨਕ ਲਾ ਕੇ ਦੱਸੋ ਰਾਣਾ ਸਾਹਿਬ। ਇਹ ਲਿਖਿਆ ਜੀ, तबसरा लेना है तो अल्लामा साहब के शागिर्दों को लें, 11, 22 और अठवाल ब्रांड को। ਉਹ ਕਹਿੰਦੇ ਜੇ ਤਬਸਰਾ ਲੈਣਾ ਨਾ, ਕੋਈ ਤਬਸਰਾ ਮੰਗਦੇ ਪਏ ਮੈਂ ਨੇ। ਐਲਾਨ ਕਰ ਦਿੰਦਾ, ਉਂਝ ਨਾ ਤੁਸੀਂ ਮੈਨੂੰ ਲਾਓ, ਜੇ ਕੋਈ ਜਗ੍ਹਾ ਚਾਹੀਦੀ ਫਿਰ ਲਾ ਦਿਓ। ਤੁਹਾਡਾ ਮੋਡੀਏਟਰ ਰਾਂਝਾ ਲਾਂਦਾ ਮੈਨੂੰ ਉਹਦੇ ਤੇ ਸ਼ੱਕ। ਰਾਂਝਾ ਕਿੱਥੇ ਰਾਣਾ ਜੱਗਾ ਰਾਂਝਾ ਹੈ ਕਿੱਥੇ? ਉਹ ਅੱਜ ਲੜ ਕੇ ਗਿਆ ਮੇਰੀ ਬਰਾੜ ਤੇ ਤਾਂ ਉਹ ਗੁੱਸਾ ਕੱਢਣ ਡਿਆ। ਵੈਸੇ ਨਹੀਂ ਕਰਦਾ ਮੁੰਡਾ ਚੰਗਾ। ਜਿਹੜਾ ਕੋਈ ਬੰਦਾ ਲਾਉਣ ਦਿਆ ਨਾ, ਪਲੀਜ਼ ਨਾ ਲਾਏ ਯਾਰ, ਬਾਕੀ ਸਾਰਿਆਂ ਦੀ ਖਿਆਲ ਕਰਦੇ, ਨਾ ਕਰੇ ਯਾਰ। ਮੈਨੂੰ ਲਾਓ ਯਾਰ, ਕੋਈ ਮਸਲਾ ਨਹੀਂ। ਤੇ ਮੁਹੰਮਦ ਖਾਨ ਸਾਹਿਬ ਨੂੰ ਥੱਲੇ ਸੁੱਟੋ। ਨਹੀਂ ਜਿਹਨੇ ਲਾਇਆ ਭਾਈ ਉਹਦੇ ਤੇ ਬਰਾੜ ਲੱਗ ਜਾਣੀ ਜੇ ਠਵਾਲ ਸਾਹਿਬ ਦੀ। ਇਹ ਮੈਂ ਤੁਹਾਨੂੰ ਪਹਿਲਾਂ ਦੱਸ ਦਿਆਂ। ਠਵਾਲ ਇਸ ਤਰ੍ਹਾਂ ਦਾ ਬੰਦਾ ਨਹੀਂ ਜਿਹੜਾ ਹਰ ਬੰਦੇ ਤੇ ਬਰਾੜ ਲਾੜੇ। ਤੂੰ ਮੁਹੰਮਦ ਖਾਨ, ਤੂੰ ਗੱਲ ਸੀਰੀਅਸ ਹੁੰਦੀ ਹੈ, ਤੂੰ ਵਿੱਚ ਐਵੇਂ ਨਾ ਮਤਲਬ ਕਿ ਏਦਾਂ ਨਾ ਕਰਿਆ ਕਰ। ਤੈਨੂੰ ਅਗਲੇ ਦਿਨ ਵੀ ਸਮਝਾਇਆ ਕਿ ਇਹ ਕੋਈ ਮਕਸਦ ਹੁੰਦਾ ਬਰਾੜ ਲਾਉਣ ਦਾ। ਸੰਪਰਕ ਸ਼ੂ ਨੇ ਵੇਖੋ ਇਹ ਸਵਾਲ ਕੀਤਾ ਕਿ ਫਰਕਾਨ ਕਿਉਂ ਚਲਾਣ ਡਿਆ ਸੀ, ਤੇ ਮੈਂ ਵੀ ਉਹੀ ਸਵਾਲ ਕਰਨ ਡਿਆ ਸੀ ਕਿ ਆਪਣੇ ਆਜ਼ਾਦ ਰਾਜਪੂਤ ਭਾਈ ਦਾ ਉਹਨੂੰ ਬਾਰ-ਬਾਰ ਕਿਉਂ ਅਟੈਕ ਕਰਨ ਡਿਆ ਸੀ। ਮੈਂ ਵੀ ਇਹ ਸੱਚੀ ਗੱਲ ਕਰਨ ਡਿਆ ਸੀ, ਜੋ ਸੰਪਰਕ ਸ਼ੂ ਭਾਈ ਨੇ ਵੀ ਕਰਤੀ ਹੈ। ਮਾਸ਼ਾਅੱਲਾ ਤੁਸੀਂ ਤੇ ਮਾਸ਼ਾਅੱਲਾ ਬੜੀ ਜ਼ਬਰਦਸਤ ਦੋ ਤਿੰਨ ਗੱਲ ਤਾਂ ਯਾਰ ਸਹੀ ਕਰਨ ਡਿਆ ਨਾ ਮੁਹੰਮਦ ਖਾਨ ਸਾਹਿਬ, ਉਹਨੂੰ ਗੱਲ ਤੇ ਕਰਨ ਦੇ ਪੂਰੀ। ਨਹੀਂ ਇਹਨਾਂ ਨੂੰ ਲਾਇਸੈਂਸ ਮਿਲਿਆ, ਇਹਨਾਂ ਨੂੰ ਸਾਰਿਆਂ ਨੂੰ ਪੁੱਛਣ ਦਾ ਲਾਇਸੈਂਸ ਨਹੀਂ ਮਿਲਿਆ। ਗੱਲ ਤੇ ਉਹ ਹੱਕ ਸੱਚ ਦੀ ਕਰ ਰਿਹਾ ਨਾ। ਤੇ ਨਹੀਂ ਬਰਾੜ ਤੇ ਮੈਂ ਹਰ ਇੱਕ ਦੇ ਨਾਲ ਉੱਤੇ ਲਾਣਾ ਹੀ, ਤੇ ਤੇਰੇ ਕੋ ਕੀ ਕਰਨ ਹੋਏਗਾ ਦੱਸ? ਕਿਆ ਲਾ ਤੂੰ ਕਰ ਕੀ ਸਕਦਾ? ਚੁੱਕ ਮੇਰੀ ਆਈਡੀ ਲਾ ਜਾ ਕੇ ਮੇਰੇ ਨਾਲ। ਕਿਉਂ ਤੇਰੀ ਚੁੱਕਣੀ? ਤੂੰ ਤਾਂ ਮੇਰੀ ਬਰਾੜ ਤੇ ਲੋਕਾਂ ਨੂੰ ਯਾਰ 1 ਮਿੰਟ ਇਹਨਾਂ ਦੋਵਾਂ ਦਾ 1 ਮਿੰਟ ਲਾ ਲਓ, ਤਾਂ ਕਿ ਇਹ ਪਹਿਲਾਂ ਲੜ ਲੈਣ ਤੇ ਬਾਕੀ ਗੱਲ ਬਾਅਦ ਚੋਂ ਕਰ ਲਾਂਗੇ। ਠਵਾਲ ਸਾਹਿਬ ਹੱਕ ਸੱਚ ਦੀ ਗੱਲ ਕਰ ਦੇਣ ਭਾਈ। ਹਾਂ ਚਲੋ 1 ਮਿੰਟ ਤੁਹਾਡਾ ਦੋਵਾਂ ਦਾ। ਕਿੰਨੇ ਪਹਿਲਾਂ ਟਾਈਮ ਲੈਣਾ? ਮੈਂ ਟਾਈਮ ਮੈਨੂੰ ਵੀ ਲੱਗਦਾ ਕਿ ਥੱਲੇ ਲਾ ਹੜਿਆ ਯਾਰ, ਕਰਦੇ ਕੀ ਨੇ ਯਾਰ। ਜਿਹੜਾ ਥੱਲੇ ਲਾਉਂਦਾ ਉਹ ਬਿਲਕੁਲ ਗਲਤ ਗੱਲ ਆ। ਠਵਾਲ ਕਾਹਦਾ? ਇਹਦੇ ਸੇਬੀ ਵਾਲਾ ਬੰਬ ਹੈ ਤੇ ਨਾ ਕਰ ਯਾਰ। ਤੈਨੂੰ ਮੈਂ ਕਿੰਨੀ ਵਾਰ ਸਮਝਾਇਆ, ਹਰ ਗਾਲਾਂ ਖਾਏਗਾ ਉਹਦੇ ਕੋਲੋਂ। ਕੋਈ ਪਤਾ ਨਹੀਂ ਲੱਗਦਾ ਗੱਲ ਕਿੱਧਰ ਜਾ ਰਹੀ ਹੈ, ਕਿਹਦੀ ਗੱਲ। ਅੱਛਾ ਮੈਂ ਜਿਹੜੀ ਗੱਲ ਕੀਤੀ ਮੇਰੀ ਵਿੱਚ ਰਹਿ ਗਈ ਯਾਰ। ਮੈਸੇਜ ਕਿਸ ਬੰਦੇ ਲਿਖਿਆ ਪੇ? ਇਹ ਕਿਹਦੀ ਆਈਡੀ ਹੈ ਜਿਹੜੀ? ਇਹ ਦੱਸੋ ਯਾਰ, ਮੈਨੂੰ ਨਜ਼ਰ ਨਹੀਂ ਆਉਂਦਾ ਪਿਆ। ਹੈ ਸਾਹਿਬ ਨੇ ਮੀਆਂ 40 ਫੇਵਰਿਟ ਕੀ ਨਾਂ ਦਾ ਯਾਰ ਉਹਨਾਂ ਲਿਖਿਆ? ਉਹਨਾਂ ਲਿਖਿਆ ਕੋਈ ਅੱਛਾ ਲਿਖਿਆ। ਉਹਨਾਂ ਕਿਹਾ ਜੀ 2 ਬੰਦਿਆਂ ਕੋਲ ਲਵੋ ਤਬਸਰਾ, ਬਿਲਕੁਲ ਅਠਵਾਲ ਸਾਹਿਬ ਕੋ ਤੇ 112। ਅੱਲਾ ਮਾਫ ਕਰੇ, ਉਹਨਾਂ ਇਹ ਗੱਲ ਹੀ ਤੂੰ ਆਪ ਹੀ ਦਾ ਕਿ ਤਬਸਰਾ ਦੇੜ ਦੇ ਕੀ ਗੱਲ ਹੈ ਤੇ ਕੀ ਨਹੀਂ। ਜੱਟ ਸਾਹਿਬ ਹੁੰਦੇ ਤਬਸਰਾ ਦੇਤਾ, ਠੀਕ ਹੈ, ਜੋ ਮਰਜ਼ੀ ਲੋਕੀ ਸਮਝਦੇ ਮੈਨੂੰ। ਮੈਂ ਤੇ ਆਮਨ ਨਜ਼ੀਰ ਦਾ ਕੋਈ ਸ਼ਿਕਾਇਤ ਨਹੀਂ ਜਿਆ। ਮੈਂ ਰਾਤੀ ਉਹਨੂੰ ਠੋਕ ਕੇ ਆਇਆ, ਉਹਦੀ ਮੰਜੀ ਪੂਰੀ ਠੋਕ ਕੇ ਆਇਆ। ਤੁਸੀਂ ਉਹਨੂੰ ਗਾਲਾਂ ਕੱਢਦੇ ਹੋ ਬੜੀਆਂ, ਰਹਿਣ ਦੋ ਸੁਦਾ। ਮੈਂ ਤੇ ਚੰਗਾ ਠੋਕਿਆ ਤੁੰਨ ਕੇ। ਤੇ ਮੈਨੂੰ ਜੇ ਕੋਈ ਆਂਦਾ ਵੀ ਇੰਜ ਤੇ ਇੰਜ, ਉਹ ਬੇਸ਼ੱਕ ਕੋਈ ਆਂਦਾ ਰਹੇ, ਤੇ ਮੈਂ ਤੇ ਆਮਨ ਨਜ਼ੀਰ ਦਾ ਸ਼ਿਕਾਇਤ ਕੋਈ ਨਹੀਂ ਜੇ। ਇਹ ਗੱਲ ਰਿਕਾਰਡ ਕਰ ਲਓ ਮੈਸੇਜ। ਨਾ ਅਲੀ ਅਹਿਮਦ ਸਾਹਿਬ ਅਗਰ ਉੱਤੇ ਆਂਦੇ ਨੇ, ਗੱਲ ਸੁਣੋ ਯਾਰ, ਦਾ ਗੱਲ ਸੁਣ ਲਿਆ ਕਰੋ। ਅਲੀ ਅਹਿਮਦ ਸਾਹਿਬ ਦਾ ਅਲੀ ਲਿਖਿਆ ਮੈਂ। ਅਲੀ ਅਹਿਮਦ ਜਿਹੜੇ ਹੁਸੈਨੀ ਸਾਹਿਬ ਦੇ ਭਰਾ ਨੇ, ਅਗਰ ਉਹ ਹੁਸੈਨੀ ਸਾਹਿਬ ਦੇ ਭਰਾ ਉੱਤੇ ਆਂਦੇ ਨੇ ਤਾਂ ਉਹਨਾਂ ਨਾਲ ਸਿਰਫ ਗੱਲ ਗਜਨੀ ਸਾਹਿਬ ਕਰਨਗੇ, ਹੋਰ ਕੋਈ ਬੰਦਾ ਗੱਲ ਨਹੀਂ। ਅਗਰ ਉਹ ਉੱਤੇ ਆਇਆ ਤੇ ਮੈਂ ਇੱਥੇ ਜਾਜਨ ਛੱਡ ਜਣੀ। ਉਹਨੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਬਹੁਤ ਗਾਲਾਂ ਉਧਰ ਪਵਾਈਆਂ ਨੇ ਭਾਈ ਸਾਹਿਬ। ਮੈਂ 2 ਮਹੀਨਿਆਂ ਬਾਅਦ ਆਇਆ, ਅਗਰ ਉਹ ਆਇਆ ਤੇ ਮੈਂ ਤੁਰ ਜਾਣਾ। ਬੰਦਾ ਕਿਸੇ ਨਾਲ ਗੱਲ ਹੀ ਨਹੀਂ ਕਰ ਸਕਦਾ ਯਾਰ, ਕਿਸੇ ਨਾਲ ਗੱਲ ਹੀ ਨਹੀਂ ਕਰ ਸਕਦਾ। ਕਰੋ ਗੱਲ ਭਾਈ ਸਾਹਿਬ, ਮੈਂ ਇੱਥੇ ਯਾਰ ਅਸੀਂ ਇਦਾਂ ਦੇ ਗੁਸਤਾਖਾਂ ਨਾਲ ਨਹੀਂ ਕਰਨੀ। ਜਿਹੜਾ ਖਾਨਦਾਨੀ ਗੁਸਤਾਖ ਹੋਏ, ਜਿਹੜਾ ਵੱਡਾ ਭਰਾ ਵੀ ਗੁਸਤਾਖੀਆਂ ਕਰਾਉਂਦਾ ਹੋਏ, ਉਹ ਵੀ ਕਰਾਉਂਦਾ ਹੋਏ, ਅਸੀਂ ਨਹੀਂ ਕਰਦੇ। ਗੱਲ ਸੁਣ ਲਓ। ਉਦੋਂ ਉਹਨੇ ਕੱਢ ਇਹਦੀ ਬਰਾੜ ਜਾਣ ਕੇ ਕਸਮ ਚੁੱਕਦਾ, ਕਸਮ ਇਹਨੂੰ ਆਖੋ ਚੁੱਕਿਆ ਆ ਕੇ ਪਰਾਂ। ਇੱਥੇ ਕਹਿੰਦਾ ਜੀ ਮੈਂ ਦੂਰ ਸਾਂ। ਉਹ ਜਦੋਂ ਗਾਲਾਂ ਪੈਣ ਤੁਸੀਂ ਦੂਰ ਹੋ ਜਾਂਦੇ ਹੋ ਯਾਰ। ਖੁਦਾ ਦੇ ਬੰਦੇ ਹੋ, ਤਬਾਹੀ ਪੱਟੀ ਹੈ ਤੁਸੀਂ।
ਇਹਨੂੰ ਜੇ ਚੁੱਕਿਆ ਨਾ ਬੇਸ਼ੱਕ ਹਸੈਨੀ ਦਾ ਜਾਂ ਕਿਦਾ, ਮੈਂ ਆਪ ਸੁਣਿਆ ਹੈ, ਬੜਾ ਵੱਡਾ ਮੈਂ ਨਾਮ ਕੱਟਤਾ, ਫਿਰ ਉਹਦਾ ਨਾਮ ਕੱਟਤਾ ਹੈਗਾ ਮੈਂ ਵਿੱਚ ਇੱਕ ਨਾਮ ਮੇਰਾ ਕੱਟ। ਮਸ਼ਵਰਾ ਲੈ ਲਓ, ਫਿਰ ਮੈਂ ਟੁਰ ਜਾਣਾ। ਮੇਰੀ ਗੱਲ ਇੱਕ ਸੁਣ ਲਓ ਸਾਰੇ ਭਰਾ, ਫਿਰ ਮੈਂ ਟੁਰ ਜਾਣਾ। ਜਿੰਨੇ ਇਹ ਜਿਹੜੇ ਸਾਰੇ ਕੰਜਰ ਜਿਹੜੇ ਆਮਰ ਨਜ਼ੀਰ ਖੰਜ਼ੀਰ, ਉਹ ਜਦੋਂ ਗੁਸਤਾਖੀਆਂ ਕਰਦਾ ਤੇ ਉਹ ਮਾਈਕ ਲਾਉਂਦਾ, ਤੇ ਇਹ ਜਿਹੜੇ ਇਹ ਉੱਤੇ ਵੀ ਕਈ ਲੋਕ ਬੈਠੇ ਹੋਏ ਨੇ ਸਾਰੇ, ਜਦੋਂ ਇਹ ਜਵਾਬ ਦਿੰਦੇ ਨੇ ਇਹਨਾਂ ਦੀ ਆਵਾਜ਼ ਨਹੀਂ ਸੁਣਦੀ, ਉਸ ਬਗੈਰਤ ਦੀ ਆਵਾਜ਼ ਉਹ ਗੁਸਤਾਖੀਆਂ ਦੀ ਸੁਣਦੀ ਹੈ। ਤੇ ਜੇ ਮੁਕਾਬਲਾ ਕਰਨਾ ਹੈ ਤੇ $40 ਦਾ ਜਾਂ 30 ਯੂਰੋ ਦਾ ਸਪੀਕਰ ਹੁੰਦਾ ਹੈ ਇੱਕ, ਸਾਰੇ ਲਓ, ਸਾਰੇ ਲਾ ਕੇ ਜਵਾਬ ਦਿਓ। ਕਰਨਾ ਹੈ ਤੇ ਇਸ ਤਰ੍ਹਾਂ ਕਰੋ, ਚੰਪਕਸ਼ੂ ਭਾਈ ਅਦਰਵਾਈਜ਼ ਤੁਹਾਡੀ ਆਵਾਜ਼ ਨਹੀਂ ਆਉਂਦੀ। ਕੱਲ ਸਾਡੇ ਮਾਈਕ ਅੱਗੇ ਤੇ ਉਹਦਾ ਮਾਈਕ ਨਹੀਂ ਚੱਲਿਆ। ਨਹੀਂ ਇਹ ਤਾਂ ਕਹਿ ਰਹੇ ਜੇ ਕਰਨਾ, ਜੇ ਤੁਸੀਂ ਇੰਨੀ ਪਾਵਰ ਰੱਖਦੇ ਹੋ ਸਾਰੇ ਕਰੋ, ਸਾਰੇ ਜਵਾਬ ਦਿਓ ਉਹਦਾ, ਪਰ ਮਾਈਕ ਲਓ ਸਾਰੇ, 20 ਯੂਰੋ ਲਾਓ ਤੇ $20 ਲਾਓ ਤੇ ਇੱਕ ਮਾਈਕ ਲਓ ਜਿਹੜਾ ਤੁਹਾਡੀ ਆਵਾਜ਼ ਵੀ ਪਹੁੰਚੇ। ਸਿਰਫ ਗਲੇ ਤੋਂ ਹੀ ਬੋਲਿਆ ਥਾ ਮੈਂ, ਸ਼ੰਪਕਸ਼ੂ ਮਾਈਕ ਨਹੀਂ ਸੀ ਲਾਇਆ ਕੱਲ ਮੈਂ। ਮਾਈਕ ਲਾਓ, ਚਲੀ ਵਾਲ ਨਹੀਂ ਲਾਉਂਦੇ ਟਵਾਲ ਹੁਸੈਨੀ ਨੂੰ ਵੀ ਪਤਾ ਲੱਗੇ ਕਿ ਤੁਹਾਡਾ ਛੱਡ ਦੇ ਮੁਹੰਮਦ ਖਾਨ, ਕੀ ਕਰਦਾ ਯਾਰ ਤੂੰ, ਗੱਲ ਨੂੰ ਸਮਝਦਾ, ਤੂੰ ਮਾਹੌਲ ਖਰਾਬ ਕਰਦਾ ਮੁਹੰਮਦ ਖਾਨ। ਅਟਵਾਲ ਭਾਈ ਨੇ ਕਿਉਂ ਬਾਰ-ਬਾਰ ਉਹ ਟੱਚ ਕਰਦਾ ਗੱਲ ਨੂੰ ਵਿੱਚ ਵੜਦਾ? ਬਖਸ਼ੂ ਸਾਹਿਬ ਉਹਦੀ ਦੇਖੋ ਇੱਕ ਜੱਟ ਤੇ ਪੈਰ ਰੱਖ ਛੜੇ ਤੇ ਹਰ ਚੀਜ਼ ਉਡਾ ਦੇ, ਉਹ ਚੁੱਕਦਾ ਹੀ ਨਹੀਂ। ਉਹਦਾ ਮਾਈਕ ਹੀ ਸਾਡੇ ਸਾਹਮਣੇ ਹੋਇਆ, ਇੱਥੇ ਵੱਡੇ ਭੈਣ ਚੋ ਫਿਨੀਅਰ ਖਾਨ ਮਾਈਕ ਲੈ ਕੇ ਆ ਗਏ ਨੇ, ਜਿਹਦਾ ਸਟੂਡੀਓ ਬਣਾਇਆ, ਹੁਣ ਉਹਨਾਂ ਦੀ ਜੁੱਤੀਆਂ ਮਾਰੀਆਂ ਨੇ। ਇਹ ਤਾਂ ਚੀਜ਼ ਹੀ ਕੋਈ ਨਹੀਂ, ਵਿਚਾਰਾ ਲਿਖੀ ਦੀ ਲੀਡ ਲੈ ਕੇ ਬੈਠਾ ਹੁੰਦਾ, ਪਰ ਉੱਥੇ ਚੁੱਕਦਾ ਨਹੀਂ ਨਾ ਬੰਦੇ ਨੂੰ। ਗੱਲ ਤੇ ਸਾਰੀ ਇਹ ਵੀ ਚੁੱਕੇ ਨੇ, ਇਹਨਾਂ ਨੂੰ ਚੁੱਕਦਾ, ਜੱਜਾ ਸਾਹਿਬ ਨੂੰ ਚੁੱਕਦਾ, ਜਿਹਨਾਂ ਕਿ ਯਾਰ ਗੱਲ ਸੁਣੋ, ਤੁਸੀਂ ਕਿੱਧਰ ਟੁਰ ਜਾਂਦੇ ਹੋ? ਰਾਂਝੇ ਸਾਹਿਬ ਦੇ ਉੱਤੇ ਇਲਜ਼ਾਮ ਲੱਗਾ ਹੈ, ਇਹ ਸਹੀ ਗੱਲ ਹੈ? ਮੁਹੰਮਦ ਅਤਵਾਲ ਭਾਈ ਨੇ ਜਿਹੜੀ ਗੱਲ ਕੀਤੀ ਹੈ, ਇਹਨਾਂ ਦਾ ਫੈਸਲਾ ਕਰਵਾਓ। ਰਾਂਝਾ ਸਾਹਿਬ ਉੱਤੇ ਆਓ, ਤੁਸੀਂ ਇਹਨਾਂ ਨੂੰ ਥੱਲੇ ਲਾਇਆ ਜਾਂ ਨਹੀਂ ਲਾਇਆ, ਉੱਤੇ ਆ ਕੇ ਦੱਸੋ ਸਾਰੇ। ਕੋਈ ਨਾ ਇਖਤਲਾਫੀ ਗੱਲਾਂ ਆਪਸ ਚ ਨਾ ਕੋਈ ਗੱਲ ਸ਼ੁਰੂ ਕਰਿਓ, ਤੁਹਾਡੀ ਮਿਹਰਬਾਨੀ ਹੈ। ਅੱਗੇ ਬੜੀਆਂ ਮਸਲੇ ਮਸਾਇਲ ਖਲੋਤੇ ਨੇ ਜਗ੍ਹਾ ਜਗ੍ਹਾ ਤੇ, ਅਸੀਂ ਉਹਨਾਂ ਨੂੰ ਗੁੰਜੀਏ ਕਿ ਨਵਾਂ ਕੋਈ ਰੌਲਾ ਪਾ ਕੇ ਬਹਿ ਜਾਣਾ। ਜੇ ਕਿਸੇ ਨੇ ਲਾਤਾ ਕੋਈ ਨਹੀਂ, ਗੱਲ ਹੁਣ ਨਹੀਂ ਲਾਇਆ, ਉਹਦੀ ਮਿਹਰਬਾਨੀ, ਗੱਲ ਮੁੱਕ। ਮੈਂ ਵੀ ਚੱਲਾਂ ਭਾਵਾ ਜੀ, ਤੇ ਐਸ ਜੇ ਮੁਕਾਬਲਾ ਕਰਨਾ ਤਾਂ ਸਪੀਕਰ ਤੇ ਆਪਣੇ ਮਾਈਕ ਮੁਇਕ ਲਓ, ਪੂਰੇ ਹਥਿਆਰ ਲਓ, ਤੇ ਫਿਰ ਮੁਕਾਬਲਾ ਕਰੋ, ਤੇ ਪਤਾ ਵੀ ਲੱਗੇ ਕਿ ਹਾਂ ਜੀ। ਨਹੀਂ, ਜੰਗ ਦੇ ਵਿੱਚ ਉਹਨੂੰ ਹੀ ਉਤਰਨਾ ਚਾਹੀਦਾ ਜਿਹਦੇ ਕੋਲ ਸਾਰਾ ਅਸਲਾ ਹੋਵੇ। ਹਾਂਜੀ, ਅਸਲਾ ਨਹੀਂ ਹੈ ਤਾਂ ਭਾਈ ਸਾਈਡ ਤੇ ਹੋ ਕੇ ਬਹਿ ਜਾਓ। ਹਾਂਜੀ, ਨਾ ਕਰੋ ਗਲੇਲ ਲੈ ਕੇ ਤੇ ਜਾ ਕੇ ਅੱਗੋਂ ਗੋਲੀਆਂ ਦਾ ਮੁਕਾਬਲਾ ਨਹੀਂ ਕੀਤਾ ਜਾਂਦਾ, ਤੇ ਉਹ ਗਰਾਊਂਡ ਬਣਾ ਕੇ ਦਿੰਦਾ। ਵੇਖੋ ਰਾਸ਼ਦ ਕਹਿੰਦਾ ਜੀ ਮੈਨੂੰ 5 ਮਿੰਟ ਦਿਓ, ਮੈਂ ਇਹਦੇ ਨਾਲ ਗੱਲ ਕਰ ਲਾਂ, ਮੈਂ ਇਹਨੂੰ ਸਮਝਾਣਾ। ਉਹ ਸਾਲਾ 20 ਸਾਲਾਂ ਦੇ ਨਹੀਂ ਸਮਝੇ, ਤੇ ਤੇਰੇ ਕੋਲ ਰਾਣਾ ਸਮਝਣ ਡਿਆ। ਰਾਣਾ ਵੀ ਮੇਰੇ ਖਿਆਲ ਦਿਮਾਗ ਵਿੱਚੋਂ ਖੋਚਲਾ ਹੋਇਆ, ਵਿੱਚ ਪਾਣੀ ਪਾਣਾ ਪੈਣਾ ਇਹਨਾਂ ਦਾ। ਕੀ ਮੈਸੇਜ ਕਰਦੇ ਆ ਪੰਜ ਜੱਟ ਸਾਹਿਬ, ਤੁਹਾਨੂੰ ਕੋਈ ਮੈਸੇਜ ਆ ਰਿਹਾ? ਮੈਸੇਜ ਨਾ ਕਰ, ਤੈਨੂੰ ਪਤਾ ਜੱਟ ਹੋਰ ਕਿਤੇ ਵੀ ਦੇ ਦਿੰਦੇ ਹੁੰਦੇ ਨੇ, ਫਿਰ ਇਹ ਯਾਦ ਰੱਖੀ। ਓਏ ਸੈਮ ਹੈ ਉਹ ਸੈਮ ਹੈ, ਪਰ ਇੰਡੀਆ ਨੇ ਜਾਂ ਬੰਗਾਲੀ ਇਹਦੀ ਲਈ ਸੀ, ਤੇ ਉਹ ਕੋਡ ਕੱਢਦਾ ਹੈ। ਇਹਨੂੰ ਮਿਊਟ ਕਰ ਦਿਓ ਭਾਵੇਂ, ਇਹਨੂੰ ਕੋਈ ਨਹੀਂ। ਇਹਦਾ ਦਿਲ ਕਰਦਾ ਤੇ ਉਹਨੂੰ ਚੁੱਕ ਲੈਂਦੇ ਆ, ਤੇ ਜੱਟ ਸਾਹਿਬ ਦਾ ਗਾਲਾਂ ਕੱਢੇ, ਜੋ ਮਰਜ਼ੀ ਕਰੇ, ਕੱਢਣ ਦੋ, ਯਾਸ਼ੀ ਕਰਨ ਦੋ, ਏਦਾਂ ਕੋਈ ਨਹੀਂ ਮਸਲਾ। ਵਾਟਰ ਸਾਹਿਬ ਆਏ ਨੇ, ਵਾਟਰ ਸਾਹਿਬ ਵੀ ਆ ਗਏ ਨੇ। ਹਾਂਜੀ, ਵਾਟਰ ਸਾਹਿਬ ਕੋਈ ਸਵਾਲ ਪੁੱਛਣਾ ਯਾਰ, ਉਹਨਾਂ ਨੇ ਵਾਟਰ ਸਾਹਿਬ ਨੇ ਫਾਲੋ ਕਰ ਲਿਆ ਕ੍ਰੀਏਟਰ ਨੂੰ, ਉਹਨਾਂ ਚੁੱਕ ਲਾਉਣ ਤਾਂ। ਆਇਓ ਸਾਲਮਾਨ ਦੇ ਉੱਤੇ ਆਓ। ਐਕਸ ਬਾਈ ਹੁਣ ਬੰਬਾਸਟਿਕ ਸਾਹਿਬ ਨੂੰ ਆਪੇ ਹੀ ਬੁਲਾਓ, ਜੋ ਟਾਈਮ ਸੀ ਤੁਹਾਡਾ ਉਹ ਤੁਰ ਗਏ ਨੇ, ਹੁਣ ਉਹ ਨਹੀਂ ਮੰਨਦੇ ਤੁਹਾਡੀ ਗੱਲ। ਅੱਛਾ, ਨਹੀਂ ਕੋਈ ਗੱਲ ਨਹੀਂ। ਮੈਂ ਨਾ ਇਹ ਜਾਨਾ ਗੱਲ ਉਹ ਹੁੰਦੀ ਹੈ ਜਿਹੜੀ ਕਿਸੇ ਤਰੀਕੇ ਨਾਲ ਕੀਤੀ। ਤੁਸੀਂ ਅਗਰ ਆਪਣਾ WhatsApp ਚੈੱਕ ਕਰੋ ਨਾ, ਮੈਂ ਤੁਹਾਨੂੰ ਇੱਕ ਆਡੀਓ ਫਾਰਵਰਡ ਕੀਤੀ ਹੈ, ਅਗਰ ਤਾਂ ਤੁਸੀਂ ਉਹ ਚਲਾ ਦਿਓ। ਆਡੀਓ ਮੈਨੂੰ ਆਈ ਆਡੀਓ, ਲੇਕਿਨ ਮੈਂ ਚਲਾ ਨਹੀਂ ਸਕਦਾ, ਮੇਰੇ ਕੋਲ ਇੱਕ ਹੀ ਫੋਨ ਹੈ। ਉਹ ਕਿਸੇ ਹੋਰ ਨੂੰ ਕਮ ਸੇ ਕਮ ਚਲਾ ਲੇ, ਤੇ ਫਿਰ ਪਤਾ ਲੱਗ ਜਾਏ ਕਿ ਮੁੱਦਾ ਹੈ ਕੀ, ਰੱਖਿਆ ਕੀ ਜਾ ਰਿਹਾ। ਤੁਹਾਨੂੰ ਪਤਾ, ਮੈਂ ਤੇ ਫਜ਼ੂਲ ਕਦੀ ਗੱਲ ਨਹੀਂ ਕੀਤੀ ਐਵੇਂ ਕਿ ਜਿਹਦਾ ਕੋਈ ਸਿਰ ਪੈ। ਚਲੋ ਮੈਂ ਫਾਰਵਰਡ ਕਰ ਦਿਆਂ। ਇਰਫਾਨ ਜੱਟ ਸਾਹਿਬ ਤੁਹਾਡੇ ਕੋਲ ਹੈ? ਦੂਜਾ ਇਰਫਾਨ ਜੱਟ ਸਾਹਿਬ ਹੈ ਤੁਹਾਡੇ ਕੋਲ? ਜਾਂ ਮੇਰਾ ਮਤਲਬ ਮੈਂ ਜੀ ਆਡੀਓ ਨਹੀਂ ਭਾਈ ਜੀ ਚਲਾਉਂਦਾ, ਮੈਂ ਕਾਮਯਾਬ ਲੱਭੋ। ਚਲੋ ਜੇ ਆ ਗਏ ਬੰਬਾਸਟਿਕ ਦਾ, ਫਿਰ ਉਹਨਾਂ ਨੂੰ ਅਲਫਾਜ਼ ਉਹਨਾਂ ਦੇ ਦਿਖਾ ਦੇਵਾਂਗੇ। ਮੈਂ ਬੈਠਾ ਨਹੀਂ ਤਾਂ ਮੈਂ ਚਲਾ ਦਿੰਦਾ ਨਾ, ਮੈਂ ਬਾਹਰ ਨਿਕਲਿਆ। ਕੋਈ ਗੱਲ ਨਹੀਂ। ਤੁਸੀਂ ਕਿਹਨੂੰ ਕਰ ਸਕਦਾ ਹੋਰ ਬੰਦਾ? ਇੱਥੇ ਤੇ ਮੁਹੰਮਦ ਖਾਨ ਬੈਠੇ ਨੇ ਘੋੜਿਆਂ ਵਾਲੇ, ਇਹਨਾਂ ਦੇ ਘੋੜੇ ਬੜੇ ਮਸ਼ਹੂਰ ਨੇ, ਤੇ ਫਿਰ ਮੇਰਾ ਮਤਲਬ ਪਤਾ ਨਹੀਂ। ਨਹੀਂ ਮੈਂ ਭਾਈ ਘੋੜੇ ਛੋੜੇ ਜਿਹੜੇ ਨੇ ਫੜ ਕੇ ਆਉਂਦੇ ਨੇ ਭਰਾ। ਮੈਂ ਹੁਣ ਇੱਕ ਬੰਦਾ ਗੱਲ ਸੁਣ ਲਓ ਨਾ, ਨਿੱਕੀਆਂ ਗਾਲਾਂ ਕੱਢਿਆ ਕਰ, ਤੂੰ ਘੋੜੇ ਛੱਡ ਦੇ। ਵਾਟਰ ਸਾਹਿਬ ਜਰਾ ਮਿਹਰਬਾਨੀ ਕਰੋ, ਉੱਤੇ ਆਓ, ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਹੈ। ਤੁਸੀਂ ਬੜੇ ਇਲਮ ਵਾਲੇ ਆਦਮੀ ਜੇ, ਕੋਈ ਥੋੜੀ ਜਿਹੀ ਸਾਡੀ ਮਦਦ ਕਰ ਦਿਓ, ਸਾਨੂੰ ਵੀ ਸਮਝਾਓ। ਆਉਂਦੇ ਨਹੀਂ ਯਾਰ ਬੰਦੇ ਉੱਤੇ, ਕੀ ਪਤਾ ਨਹੀਂ ਕੀ ਮਸਲਾ।
ਅੱਗੇ ਸਬਰ ਭਾਈ ਬੈਠੇ ਨੇ ਗੱਲ ਕਰਕੇ ਹੀ ਗਏ ਨੇ। ਥੋੜੇ ਬੰਦੇ ਵਿੱਚ ਜੱਜਾ ਸਾਹਿਬ ਬੈਠੇ ਨੇ, ਇਹਨਾਂ ਨੂੰ ਹਿਲਾਓ ਚਲਾਓ, ਇਹ ਵੀ ਗੱਲ ਕਰਨ। ਸੈਣੀ ਕੋ ਜਾ ਕੇ ਬੜੀਆਂ ਕਰਨੀ ਗੱਲ, ਉੱਥੇ ਬਹਿ ਰਹੇ ਨੇ ਚੁੱਪ ਕਰਕੇ। ਉੱਥੇ ਤੇ ਫਿਰ ਉਹਦਾ ਹੁੰਦਾ ਨਾ ਕਿ ਉਹਨਾਂ ਦਾ ਸ਼ੌਕ ਹੈ। ਇਲਾ ਵੀ ਕੋਈ ਨਹੀਂ ਬੰਦਿਆਂ ਕੋਲ ਐਵੇਂ ਬਸ ਜਾਣ ਕੇ। ਜੱਜਾ ਭਾਈ ਨੂੰ ਦਲੀਲਾਂ ਬਹੁਤ ਆਉਂਦੀਆਂ ਵੈਸੇ ਜੱਜੇ ਨੂੰ ਦਲੀਲਾਂ ਉਹ ਜੋ ਸ਼ੁਰੂ ਹੁੰਦੇ ਨੇ ਚੁੱਪ ਹੀ ਨਹੀਂ ਕਰਦੇ। ਜੱਜੇ ਨੂੰ ਦਲੀਲਾਂ ਹੁੰਦੀਆਂ, ਤੇਰੀ ਆਵਾਜ਼ ਨਹੀਂ ਨਿਕਲਦੀ ਉੱਥੇ। ਜੱਜਾ ਭਾਈ ਸਲਾਮ ਅਲੈਕੁਮ। ਜੀ ਵਾਲੇकुम सलाम व रहमतुल्लाह। ਮਾਇਕ ਦਾ ਕੋਈ ਬੰਦਾ ਨਹੀਂ ਬੋਲਦਾ ਵਿੱਚ। है जी ਕੋਈ ਮਾਇਕ ਹੈਗਾ, ਹੁਣ ਕੋਈ ਬੰਦਾ ਨਹੀਂ ਵਿੱਚ ਬੋਲਦੇ। ਜਿਹੜਾ ਬੋਲੇਗਾ ਥੱਲੇ ਸੁੱਟ ਦੇਣਾ ਉਹਨੂੰ। नहीं ਬੰਦੇ ਬੋਲਣ, ਬੰਦਿਆਂ ਨੂੰ ਕਿਉਂ ਨਹੀਂ ਬੋਲਣ ਦੀ ਇਜਾਜ਼ਤ ਹੈ। ਇਹਨਾਂ ਦੇ ਨਾਲ ਹੀ ਤੇ ਸਭ ਕੁਝ ਹੀ ਹੈ, ਰੌਣਕਾਂ ਵੀ ਇਹਨਾਂ ਦੇ ਨਾਲ ਹੀ ਨੇ। ਪਰ ਕੋਈ ਚੀਜ਼ ਪੁੱਛਣੀ ਜਾਓ ਹੋਵੇ ਤੇ ਚੱਕਰ ਲਾਓ ਆਪਣੀਆਂ ਪੈਲੀਆਂ ਦਾ ਤੇ ਦਿਮਾਗ ਖੁੱਲੇ। ਇਹ ਕਿਹਨੂੰ ਕਹਿ ਰਹੇ ਹੋ? ਜੱਜਾ ਸਾਹਿਬ ਨੂੰ। ਠੀਕ ਹੈ, ਹੈਗਾ ਤੇ ਜਾਓ ਪਾਕਿਸਤਾਨ ਤੇ ਆਪਣੀਆਂ ਪੈਲੀਆਂ ਦਾ ਚੱਕਰ ਲਾਓ ਜ਼ਰਾ ਬੰਨੇ ਬੰਨੇ। ਇੰਜ ਕਰਨ ਕੋਈ ਗੱਲ ਕਰੋ, ਕੋਈ ਗੱਲ ਕਰ ਰਿਹਾ, ਕੋਈ ਗੱਲ ਕਰ ਰਿਹਾ। ਕੀ ਮਕਸਦ ਹੈ ਗੱਲ ਕਰਨ ਦਾ ਇਰਫਾਨ ਜੱਟ ਸਾਹਿਬ? ਜਿਵੇਂ ਜੱਟ ਸਾਹਿਬ ਦੱਸੋ ਉਹਨਾਂ ਨੂੰ ਕੀ ਮਕਸਦ ਹੈ ਗੱਲ ਕਰਨ ਦਾ, ਦੱਸੋ। ਜਿਵੇਂ ਆਂਦੇ ਨੇ ਉਂਝ ਹੀ ਕਰਾਂਗੇ। ਮੇਰਾ ਕੀ ਬਈ, ਦੋਸਤ ਜੋ ਆਪਣੇ ਹੋਏ ਤੇ ਮੈਂ ਉਹਨਾਂ ਦੀ ਖਾਹਿਸ਼ ਪੂਰੀ ਕਰ ਦਿਆਂਗਾ। ਜਿਵੇਂ ਆਂਦੇ ਨੇ ਉਂਝ ਕਰ ਦਿਆਂਗੇ। ਪੁੱਛਣਾ ਚਾਹ ਰਿਹਾ ਸੀ ਜੱਟ ਸਾਹਿਬ ਇਹ ਗੱਲ ਜੱਜਾ ਸਾਹਿਬ ਜਾਣਗੇ, ਫਰੈਸ਼ ਹਵਾ ਲੈਣਗੇ, ਫਿਰ ਆ ਕੇ ਡਿਬੇਟਾਂ ਚੰਗੀਆਂ ਕਰਾਂਗੇ। ਜੱਜਾ ਸਾਹਿਬ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ। ਇੱਕ ਥੱਲੇ ਮੈਸੇਜ ਆਇਆ ਜੀ, ਪਰੇਸ਼ਾਨ ਸਾਹਿਬ ਸਲਾਮ ਦੋਸਤੋ, ਅਬ ਹੈ ਮੇਰੀ ਬਾਰੀ, ਕੌਣ ਹੈ ਬਿਲਾ ਬਚਕਾਰੀ। ਚਲੋ ਇਹ ਤੇ ਗੱਲ ਹੋ ਗਈ। ਅੱਛਾ ਗੱਲ ਇਹ ਕਿ ਕੱਲ ਮੈਂ ਇੱਕ ਜਗ੍ਹਾ ਤੋਂ ਸੁਣ ਰਿਹਾ ਸੀ ਕਿ ਕਹਿੰਦੇ ਜਿਹੜੀ ਗੱਲ ਮੁਬਾਸਟਕ ਸਾਹਿਬ ਨੇ ਆਖੀ ਹੈ, ਮੈਂ ਤੇ ਉਹਦੇ ਤੋਂ ਇਹ ਸਮਝਿਆ ਵੀ ਉਹ ਕਹਿਣਾ ਚਾਹੁੰਦੇ ਨੇ ਕਿ ਮਿਰਜ਼ਾ ਸਾਹਿਬ ਨੇ ਬਾਰ-ਬਾਰ ਕਿਹਾ ਮੇਰਾ ਨਬੂਵਤ ਦਾ ਦਾਵਾ ਨਹੀਂ ਹੈ, यानी फिर मिर्जा साहब का नबूवत का दावा ना समझा जाए। ठीक है अमन नजीर साहब, बात ये है कि मैं जो बात कर रहा हूँ ना, अगर मेरा कोई अहमदी भाई इधर बैठा मुझसे मुत्तफिक नहीं होगा तो वो बोल पड़ेगा, उसको इजाजत है मुझे टोक दे। आपको बताया कि मिर्जा साहब ने नबूवत और रसालत से खुद इनकार किया है कि हमारे आका मौला मोहम्मद रसूलुल्लाह सल्लल्लाहु अलैहि वसल्लम के बाद हर किस्म की नबूवत का दरवाजा बंद हो गया और वही ये नबूवत बकुल्ली मुनकता हो चुकी। ये जवाब है आपका। लो जी, इन्हां दा जेड़ा बम्बास्टिक साहब दा जवाब है वो वाज़े और साफ है या नहीं? इन्हां दा साफ है बिल्कुल। इन्हां च कोई इश्तबाह ते नहीं, कोई रमज ते नहीं, कोई इन्हां ने गोलमोल गल ते नहीं कीती। नहीं, इन्होंने गल साफ कर दी है। मेरा कहने का मकसद यह है कि ਇਹਦੇ ਉੱਤੇ बाकी लोग भी मुतफिक ने, बस इन्ना मेरा नहीं बाकी वो छोड़ो, थोड़ी एक ना गल हो रही है, करो ना गल ਤੁਹਾਡੇ ਤੇ ਬਾਕੀ ਤੁਹਾਡੇ ਵੀ मोहम्मद अली साहब, आप सिंपली उसको कह दें अहमद नजीर साहब को, हाँ जी हम मुतफिक हैं, बस म्यूट ला लो। हाँ जी मुतफिक हैं जी, मुतफिक हैं। हो गया जी, अहमद नजीर साहब मुतफिक। अच्छी गल है। रेल साहब तुसी भी ते मंसूर साहब तुसी भी मुतफिक हो? हां, बम्बास्टिक साहब ने जिन्नियां भी गल्लां कीतियां सब मुतफिक। मंसूर साहब तुसी भी मुतफिक हो? साहब मैं ਤੁਹਾਡੀ ਹਰ ਗੱਲ ਦੇ ਨਾਲ ਮੁਤਫਿਕ ਹਾਂ ਜੀ। ठीक हो गया। यदि इस बराबर ने देखते हैं ਇਹਨਾਂ ਨਾਲ ਕੌਣ ਕੌਣ ਮੁਤਫਿਕ ਹੈ? एक कंसेंसस बिल्ड अप हो जाए ना बाहर। सैनी साहब ये दसो, मेरा इतने क्वेश्चन एक बनता है। नहीं, सबसे बड़ी बात ये, ठहरो एक मिनट। अभी अहमद साहब ये चार हम अहमदी बैठे हैं, चारों ने आपको मुत्तफिक हो गए हैं। अभी मजीद आपको किसी और की जरूरत है फर्दर टेस्टिमनी की कि जिससे आपकी तशफी हो? जितना भी ज्यादा होएगा और अच्छा ही होएगा। वैसे तो ठीक है, गलत वो तो फिर अपना 2 बिलियन मुसलमान सानू आके फिर एक खत्म नबूवत कॉन्सेप्ट हो जान, फिर ਅਸੀਂ ਵੀ नहीं कह रहे, कोई एतराज नहीं कर रहे, वो सिर्फ नहीं, फिर ਤੁਸੀਂ ਜਿੰਨੇ ਜ਼ਿਆਦਾ ਹੋ ਜਾਣ ਉਹ ਗੱਲ ਛੱਡ ਦਿਓ। मतलब ये कि ईमान वास्ते है ना, कोई मैं ईमान वास्ते यही कहना चाहना कि ਸਾਨੂੰ क्लियर कर दो कि खत्म नबूवत की है कि रसूल अल्लाह के बाद कोई नबी नहीं है, पुराना आ सकता, नया नहीं आएगा, जितने नबी थे उनमें कोई दाखिल नहीं हो सकता, बाहर नहीं निकल सकता। मैं इस गल ते ना तनकीद भी करना ਤੁਹਾਡੀ ਗੱਲ ਤੇ। नहीं, मैं हुसैनी साहब से बात कर रहा हूँ, आपने नहीं तनकीद की। मैं हुसैनी साहब से खुश हाँ कि अगर तुम आदत मुतफिक हो गए। हाँ जी, अल्लाह के फजल से 4 बंदे बैठे हुए हैं,
और खुदा के फजल से चारों ने आपको कह दिया जी हम मुत्तफिक हैं। माशाल्लाह। और बात ये भी पूछ लो वो नहीं बयान तो बाद नहीं वो बबास साहब ਨੂੰ ਪੁੱਛ ਰਹੇ हैं ਉਹ ਹੀ ਕਰਨਗੇ ਸਵਾਲ ਕਿ ਇਸ ਸਾਰੇ ਜਿਹੜੇ ਮੁਤਫਿਕ ਹੋਏ ਨੇ ਇਸ ਬਿਆਨ ਤੋਂ ਬਾਅਦ ਅਸੀਂ ਮੁਸਲਮਾਨ ਹੈ ਕਿ ਨਹੀਂ ਨਹੀਂ ਛੋੜ ਦੋ ਬਾਤ ਦੀ ਗੱਲ ਜੇ ਤੇ ਤੁਸੀਂ ਇਹ ਚੋਂ ਕੀ ਕਰਨਾ ਹੈ ਇਸ ਗੁਫ਼ਤਗੂ ਦੇ ਵਿੱਚੋਂ ਕੀ ਚਾਰ ਬੰਦੇ ਹੋ ਤੇ ਮੈਂ ਪਿਆਨਾ ਕਿ ਬਾਹਰ ਜਿਹੜੀਆਂ ਬਰਾਡਾਂ ਨੇ ਲੱਗੀਆਂ ਜੱਟ ਸਾਹਿਬ ਤੁਸੀਂ ਤੇ ਚਾਰ ਬੰਦੇ ਨੇ ਕੋਈ ਦੇ ਸਕਣਾ ਕਿ ਤੁਸੀਂ ਚਾਹੋ ਬੰਦਿਆਂ ਨੇ ਇਹ ਮੇਰੇ ਸਾਹਮਣੇ ਗੱਲ ਆਖੀ ਹੈ ਕਿ ਮਿਰਜ਼ਾ ਸਾਹਿਬ ਦਾ ਨਬੂਵਤ ਦਾ ਦਾਵਾ ਨਹੀਂ ਲੇਕਿਨ ਬਾਹਰ ਜਿਹੜੇ ਰਿਕਾਰਡਿੰਗ ਕਰ ਲਓ ਤੁਸੀਂ ਸੁਣਾ ਦਿਆ ਕਰੋ ਉਹਨਾਂ ਨੂੰ ਅੱਛੀ ਗੱਲ ਹੈ ਜਿਹੜੇ ਬਾਹਰ ਮੈਂ ਪਹਿਲਾਂ ਜਿਹੜੇ ਜਰਾਏ ਨਬੂਵਤ ਦਾ ਲਾ ਕੇ ਬੈਠੇ ਨੇ ਬੋਰਡ ਸ਼ੋਟ ਉਹ ਜ਼ਾਹਿਰ ਉਹ ਲੈਦਾ ਨੇ ਤੁਸੀਂ ਲਾਦਾ ਗੱਲ ਕਰ ਇਜਰਾਏ ਨਬੂਵਤ ਦਾ ਜਿਹੜਾ जिन्होंने ने बोर्ड लाया ना जराए नबूवत वो भी आपको यही कहेंगे कि हम थोड़ी सी जलेबी बना के आपको उधर ही लेके आएंगे। मैं साफ बता देता हूँ आपको मैं खुद आपको बता रहे क्योंकि मैं उधर गया मास्टर साहब का बयान कितना वाज़ेह ते गैर मुबहम है क्या क्योंकि मैं उधर गया हूँ तो मैंने खुद इस चीज को क्रिटिसाइज किया है। मैंने कहा आपने कहा क्यों लिखा कि अगर बानी है जमात अहमदिया ने कभी इसका जिक्र नहीं किया इजराए नबूवत का उन्होंने ये टर्म यूज ही नहीं की कभी भी तो आप क्यों यूज करते हैं इसको नहीं हम पहले इससे शुरू होते हैं और फिर उनको समझा देते हैं। मैंने कहा लेकिन ये गलत है ना ये अप्रोच जो कि हज़रत मसीह मौद से आगे तो नहीं ना आपको निकलना चाहिए ना खुलफाए अहमदी से आपको आगे निकलना चाहिए। दोबारा सुन लो मैं ਤੁਹਾਡੀ ਗੱਲ ਨੂੰ 100% ਸਮਝ ਗਿਆ ਸੁਣ ਲਵੋ ਤੇ ਜਿਹੜਾ ਲੂਪ ਹੋਲ ਹੋਇਆ ਫੜ ਲਵਿਓ। ਮੈਂ ਅਰਜ਼ ਕਰ ਰਿਹਾ ਕਿ ਨਬੀ ਕਰੀਮ ਮੇਰੀ ਉਸ ਤੋਂ ਮੈਂ ਇੱਕ ਲਫ਼ਜ਼ ਵੀ ਨਹੀਂ ਬਤਾਵਾਂਗਾ ਨਾ ਘਟਾਵਾਂਗਾ ਮੈਂ ਜਿੱਥੇ ਆ ਉੱਥੇ ਖੜਾ। ਮੈਂ ਅਰਜ਼ ਕਰ ਰਿਹਾ ਤਾਂ ਕਿ ਲੂਪ ਹੋਲ ਨਾ ਰਵੇ। ਮੈਂ ਤਾਂ ਉਹਦੀ ਜ਼ਮਾਨਤ ਪਹਿਲੇ ਹੀ ਦੇ ਰਿਹਾ ਕਿ ਆਦਮ ਅਲੈਹਿਸਲਾਮ ਤੋਂ ਜਿਹੜਾ ਸਿਲਸਿਲਾ ਸ਼ੁਰੂ ਹੋਇਆ ਰਸੂਲਾਂ ਤੇ ਆ ਕੇ ਖਤਮ ਹੋ ਗਿਆ। ਇਹਦੇ ਅੰਦਰ ਜਿਤਨੇ ਅੰਬੀਆ ਨੇ ਨਾ ਉਹਨਾਂ ਚੋਂ ਕੋ ਘੱਟ ਕੀਤਾ ਜਾ ਸਕਦਾ किया जा सकता है वो ही ठीक है भाई इतनी गल। अच्छा अभी आमिर नज़ीर से पूछा आपके सामने दावा कीता सी साहब मैं नहीं दावा कीता सी नहीं चले गल में कीती नहीं है चले आगे ये बता दें थोड़ा सा फर्दर इसमें नवी गल तो छेड़ो जो आंखों दे बता देंगे जो मैं बता देना ਤੁਹਾਡੇ ਹਰ ਸਵਾਲ ਦਾ ਜਵਾਬ ਦੇਣਾ ਸਿਰਫ ਇੱਕ ਸਵਾਲ ਦਾ ਆਖਰੀ ਦਾ ਜਵਾਬ ਦੇ ਦਿਓ मेरा दावा दुरुस्त ही ना गलत नहीं सी है आपका दावा अगर यहाँ तक ही है और आगे एक्सटेंशन न लगाए तो दुरुस्त है नहीं हाँ जी सुन लीजिए ਹਾਂਜੀ ਕੀ ਹੈ ਮਿਸਟਰ ਐਕਸ ਭਾਈ ਜਰਾ ਤੁਸੀਂ ਦੱਸੋ ਇਹਦੇ ਚ ਕੀ ਹੈਗਾ ਸੀ ਤੁਹਾਨੂੰ ਕੋਈ ਸ਼ਾਇਦ ਨਹੀਂ ਪਤਾ ਲੱਗਾ ਮੈਂ ਕੀ ਆਖਿਆ ਮੈਨੂੰ ਬਿਲਕੁਲ ਪਤਾ ਲੱਗਾ ਬਿਲਕੁਲ ਲੱਗਾ ਚਲਾਓ ਸ਼ੁਰੂ ਤੋਂ ਤੁਹਾਨੂੰ ਆਡੀਓ ਦਾ ਦੋ ਲਫ਼ਜ਼ ਦੇ ਵਿੱਚ ਸਾਫ਼ ਹੋ ਜਾਂਦਾ ਪਰ ਫਿਰ ਦੁਬਾਰਾ ਤੋਂ ਚਲਾਵਾਂ ਹਾਂਜੀ ਚਲਾਓ ਜਿੱਥੇ ਕਵਾਂਗਾ ਰੋਕ ਦਿਓ ਉੱਥੇ ਰੋਕ ਦਿਓ। मेरा मतलब तुझे पहले नहीं सुनी मैं सुनी है सारी लेकिन तुझे समझे नहीं थे। नहीं बात दावे की है मोहम्मद खान भाई अगर इजाजत हो तो मैं एक मिनट बात कर लूँ। बात यहाँ पर दावे किया है और हज़रत मसीह मौद अलैहिस्सलाम जो है वो खुद अपना दावा खुद बताएंगे हम में से कोई नहीं बताएगा। वो खुद ये फरमाते हैं कि जिस जगह मैंने नबूवत या रसालत से इनकार किया है वो सिर्फ़ और सिर्फ इस तरह की नबूवत है कि जो कि अपना सिक्का कायम करती हो अपनी कोई नई शरीयत हो जाए या कि खुदा ताला कोई नई चीज़ बनाए यानी मोहम्मद रसूलुल्लाह सल्लल्लाहु अलैहि वसल्लम से हट कर कोई हो ऐसी नबूवत का मुझे कतन इनकार है। और दूसरी बात यह है कि वो कहते हैं कि मेरी क्या जरूरत है कि मैं खुद नबी बन बैठूं और काफिरों से जा मिलूं। मैं नहीं बन सकता। हाँ अल्लाह अगर मुझे कहता है तो तुम्हारा झगड़ा अल्लाह से है तुम अल्लाह से झगड़ा करो। वो मुझे अगर नबी रसूल के नाम से पुकारता है और वही करता है तो अल्लाह से तुम नाराज़ हो सकते हो मुझसे क्यों होते हो। हाँ मेरी क्या ताकत है कि मैं खुद नबी बन सकूं। और ये बात बिल्कुल 100% दुरुस्त है कि अल्लाह ही नबी बनाता है खुद बंदा नहीं बन सकता। इसीलिए उन्होंने ये कहा है कि मैं अपनी तरफ से नबी बनूं तो काफिरों से जा मिलूं मैं नबूवत का दावा करूं। हाँ मुझे अल्लाह ताला जो फरमाता है उसको दुनिया के सामने बयान किए बगैर अगर मैं रह जाऊंगा तो खुदा के हजूर नाराज खुदा अल्लाह नाराज होगा। माशाअल्लाह मैं ना बड़ी अच्छी तरीके ਨਾਲ ਤੁਸੀਂ ਬਿਆਨ ਕਰਦੇ ਪਏ ਜੱਜਾ ਸਾਹਿਬ ਗੱਲ ਇਹ ਵੇ ਕਿ ਜਿਹੜਾ ਮੇਰਾ
ਉੱਥੇ ਪੁਆਇੰਟ ਹੈ, ਤੁਸੀਂ ਉਹਨੂੰ ਵੇਖਿਆ ਜਿਹੜੀ ਗੱਲ ਮੈਂ ਤੁਹਾਨੂੰ ਆਖੀ ਹੈ ਕਿ ਉਹਨਾਂ ਕੈਟਾਗੋਰੀਕਲੀ ਡਿਨਾਈ ਕੀਤਾ ਹੈ, ਨਾ ਕੋਈ ਸ਼ਰੀਅਤ ਦਾ ਨਾ ਗੈਰ ਸ਼ਰੀਅਤ ਦਾ ਕੋਈ ਲਫ਼ਜ਼ ਇਸਤੇਮਾਲ ਨਹੀਂ ਕੀਤਾ। ਉਸ ਤੋਂ ਬਾਅਦ ਇਹ ਵੀ ਗੱਲ ਹੋਈ ਹੈ ਕਿ ਜਿਹੜੀਆਂ ਦੂਜੀਆਂ ਬਰਾਡਾ ਲਾ ਕੇ ਬੈਠੇ ਨੇ ਇਜਰਾਏ ਨਬੂਵਤ ਵਾਲੇ, ਉਹ ਵੀ ਸਾਰੇ ਫਰਾਡ ਕਰਦੇ ਨੇ ਪਏ। ਨਹੀਂ ਮਫਹੂਮਨ ਇਜਰਾ ਨਬੂਵਤ ਵਾਲੇ ਨਹੀਂ, ਇਜਰਾ ਨਬੂਵਤ ਨੂੰ ਤਾਂ ਛੱਡ ਦਿਓ, ਉਹ ਤਾਂ ਪਿੱਛੇ ਰਹਿ ਜਾਂਦੀ ਹੈ ਨਾ। ਇਜਰਾ ਕੋਈ ਹੋ ਜਾਵੇ, ਮੇਰੀ ਗੱਲ ਮੁਕੰਮਲ ਹੋਣਾ ਤੇ ਫਿਰ ਲੇਕਿਨ ਨਬੂਵਤ ਜਾਰੀ, ਸੁਣੋ ਨਾ, ਉਹ ਆਂਦੇ ਨੇ ਨਬੂਵਤ ਜਾਰੀ ਹੈ। ਇਹੋ ਹੀ ਹੈ ਨਾ, ਤੁਹਾਨੂੰ ਇੱਥੇ ਇਤਰਾਜ਼ ਹੈ, ਤੁਸੀਂ ਕਰਨ ਲੱਗੇ ਹੋ। ਮੈਂ ਤੁਹਾਨੂੰ ਪਹਿਲਾਂ ਦੱਸ ਦੇਣਾ, ਇਹ ਅੱਜ ਤਾਂ ਨਹੀਂ ਲਿਖਣ ਲੱਗੇ, ਉਹ ਗੱਲ ਕਰਨ ਲੱਗੇ ਹੋ ਕਿ ਜਿਹੜੀ ਮੈਂ ਕੀਤੀ ਨਹੀਂ, ਤੁਸੀਂ ਉਹਦਾ ਜਵਾਬ ਦੇਣਾ ਚਾਹੁੰਦੇ ਹੋ। ਇਹ ਬੜਾ ਹੁਸੈਨੀ ਸਾਹਿਬ ਦਾ ਮਸ਼ਹੂਰ ਫਿਕਰ ਹੈ। ਮੈਂ ਇਹ ਆਨਾ ਪਿਆ ਕਿ ਉਹਨਾਂ ਕੈਟਾਗੋਰੀਕਲੀ ਡਿਨਾਈ ਕੀਤਾ, ਅਗਰ ਆਂਦੇ ਹੋ ਤਾਂ ਮੈਂ ਦੁਬਾਰਾ ਚਲਾ ਦੇਣਾ ਉਹਨੂੰ। ਉਹਦਾ ਕਟਾ ਫਿਰ ਅਲਾਮਾ ਸਾਹਿਬ ਨੇ ਪੁੱਛਿਆ ਵੀ ਹੈ ਕਿ ਜੋ ਮੈਂ ਸਮਝਿਆ ਠੀਕ ਸਮਝਿਆ, ਉਹਨਾਂ ਉਸੇ ਤਰ੍ਹਾਂ ਹੀ ਉਹਨੂੰ ਸਮਝਾਇਆ। ਉਹਨਾਂ ਠੀਕ ਆਖਿਆ ਹੈ, ਉਹਨਾਂ ਨੇ ਠੀਕ ਆਖਿਆ ਜੀ, ਕਿਉਂਕਿ ਉਹਨਾਂ ਨੇ ਠੀਕ ਆਖਿਆ, ਉਹਨਾਂ ਨੇ ਆਪਣੀ ਜਗ੍ਹਾ ਜਿਹੜੇ ਅਲਫਾਜ਼ ਤੋਂ ਸਾਨੂੰ ਪਤਾ ਲੱਗਿਆ ਕਿ ਉਹਨਾਂ ਆਖਿਆ ਕਿ ਸ਼ਰੀਅਤ ਔਰ ਗੈਰ ਸ਼ਰੀਅਤ, ਔਰ ਜਦੋਂ ਇਹ ਕਿਹੜੇ ਉਹਨਾਂ ਦੇ ਅਲਫਾਜ਼ ਸਨ, ਬਿਲਕੁਲ ਡਿਨਾਈ ਕਰਦੇ ਹਨ। ਇਹਨਾਂ ਨੇ ਨਹੀਂ ਬਿਆਨ ਕੀਤਾ, ਉਹਨਾਂ ਨੇ ਨਹੀਂ ਬਿਆਨ ਕੀਤਾ। ਉਹਨਾਂ ਨੂੰ ਸੱਦ ਕੇ ਪੁੱਛ ਲਓ ਹੁਣ ਕੀ ਆਖਦੇ ਨੇ। ਮੈਂ ਤੇ ਇਹ ਗੱਲ ਕੀਤੀ ਏ ਕਿ ਜੋ ਕੁਝ ਮੇਰੀ ਗੱਲ ਸੁਣੋ, ਜਿਸ ਜਿਹੜਾ ਮੇਰਾ ਨਾਲ ਇਨਕਾਰ ਹੈ, ਗਜਨੀ ਭਾਈ ਨਹੀਂ ਸੁਣੋ ਨਾ, ਇੱਕ ਮਿੰਟ, ਇੰਜ ਨਹੀਂ ਹੈ, ਸਬਰ ਕਰਕੇ ਸੁਣੋ। ਜਿਸ ਨੁਕਤੇ ਨਿਗਾਹ ਦੇ ਨਾਲ ਇਨਕਾਰ ਹੈ, ਉਸ ਨੁਕਤੇ ਇਨਕਾਰ ਦੇ ਨਾਲ ਇਨਕਾਰ ਹੈ, ਜਿਹਦੇ ਨਾਲ ਇਕਰਾਰ ਹੈ ਉਹਦੇ ਨਾਲ ਇਕਰਾਰ ਹੈ। ਅਸੀਂ ਤੇ ਉਹ ਦੇਖਣਾ ਹੈ ਕਿ ਜੋ ਹਜ਼ਰਤ ਮਸੀਹ ਮੌਊਦ अलैहिस्सलाम ਨੇ ਦੱਸਿਆ। ਮਤਲਬ ਬੰਬਾਸਟਿਕ ਸਾਹਿਬ ਗਲਤ ਫਰਮਾ ਰਹੇ ਸਨ, ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਨਹੀਂ, ਮੈਂ ਤਾਂ ਨਹੀਂ ਕਿਹਾ ਬੰਬਾਸਟਿਕ ਸਾਹਿਬ ਗਲਤ ਫਰਮਾ ਰਹੇ ਸਨ। ਗੱਲ ਕੀ ਹੈ ਜੋ ਮੈਨੂੰ ਸ਼ੱਕ ਪੈਂਦਾ ਹੈ, ਇੱਕ ਮਿੰਟ ਦਿਓ ਜੱਜਾ ਭਾਈ, ਇੱਕ ਮਿੰਟ ਦਿਓ। ਉਹਨਾਂ ਨੇ ਸਹੀ ਕਿਹਾ ਜੱਜਾ ਭਾਈ, ਇੱਕ ਗੱਲ ਦੀ ਮੈਨੂੰ ਜਿਹੜੀ ਸਮਝ ਆਉਂਦੀ ਨਾ, ਕਹਿੰਦੇ ਖਰਬੂਜ਼ੇ ਨੂੰ ਵੇਖ ਕੇ ਖਰਬੂਜ਼ਾ ਰੰਗ ਪੜਦਾ। ਜਿੱਦਾਂ ਦੀ ਜਗ੍ਹਾ ਤੇ ਬਹਿਣਾ, ਜਿੱਦਾਂ ਦੀ ਸੋਚ ਉੱਥੇ ਚੱਲਦੀ ਹੈ, ਉਹਦੇ ਮੁਤਾਬਕ ਹੀ ਜਵਾਬ ਦੇਣਾ। ਤੇ ਇਹਨਾਂ ਨੇ ਜਿਹੜਾ ਜਵਾਬ ਦਿੱਤਾ, ਹਜ਼ਰਤ ਮਸੀਹ ਮੌਊਦ ਉਮਤੀ ਨਬੀ ਹੋਣ ਦਾ ਦਾਵਾ ਹੈ, ਕਿਉਂ ਨਹੀਂ ਹੈ? ਔਰ ਅਸੀਂ ਸਾਰੇ ਮੰਨਦੇ ਹਾਂ, ਜੇ ਨਬੂਵਤ ਦਾ ਦਾਵਾ ਹੀ ਕੋਈ ਨਹੀਂ। ਮੈਨੂੰ ਸਿਰਫ ਇੱਕ ਗੱਲ ਸਿਰਫ ਦੱਸ ਦਿਓ। ਨਹੀਂ ਦਾਵਾ ਕੌਣ ਕਰਦਾ, ਕੋਈ ਵੀ ਨਹੀਂ। ਮੈਨੂੰ ਇੱਕ ਗੱਲ ਰੱਖ ਲੈਂਦੇ, ਫਿਰ ਸਾਰੀ ਰਾਤ ਤੁਸੀਂ ਗੱਲ ਕਰਿਆ ਜੇ। ਤੁਸੀਂ ਜਿਹੜੀ ਗੱਲ ਬੰਬਾਸਟਿਕ ਭਾਈ ਨੇ ਕੀਤੀ ਉਸ ਬਰਾੜ ਤੇ, ਤੁਸੀਂ ਉਹਦੇ ਤੇ ਮਨੋ ਅਨ ਯਕੀਨ ਰੱਖਦੇ ਹੋ, ਉਸੇ ਤਰ੍ਹਾਂ ਹੀ ਰੱਖਦੇ ਜਿਵੇਂ ਉਹਨਾਂ ਗੱਲ ਕੀਤੀ। ਜਿਹੜੀ ਬੰਬਾਸਟਿਕ ਸਾਹਿਬ ਨੇ ਕੀਤੀ ਹੈ, ਉਹ ਉਹਨਾਂ ਨੇ ਉਸ ਤਹਿਰੀਰ ਦੀ ਹਰ ਜਲੇਬੀਆਂ ਨਾ ਕੱਢੋ ਨਾ, ਜਲੇਬੀਆਂ ਨਾ ਕੱਢੋ ਪਲੀਜ਼। ਜਲੇਬੀਆਂ ਕਾਦੀਆਂ ਨੇ? ਉਹਨਾਂ ਨੇ ਸਿੰਪਲ ਜਿਹਾ ਸਵਾਲ ਹੈ ਯਾਰ, ਥੋੜੀ ਜਿਹੀ ਨਾ ਰਿਕਾਰਡਿੰਗ ਚਲਾਓ, ਜਿੱਥੇ ਸਬਰ ਕਰੋ, ਸਟਾਪ ਕਰ ਲਿਓ, ਚਲਾਇਆ ਜ਼ਰਾ ਰਿਕਾਰਡਿੰਗ। ਉਹਨਾਂ ਨੇ ਤਹਿਰੀਰ ਦੀ ਹੱਦ ਤੱਕ ਜਿਹੜੀ ਗੱਲ ਹੈ ਠੀਕ ਹੋਣ ਦੇ ਬੰਬਾਸਟਿਕ ਸਾਹਿਬ 100% ਗੱਲ ਠੀਕ ਕਰ ਦਿੰਦਾ। ਮੈਨੂੰ ਸਿਰਫ ਇਹ ਦੱਸ ਛੜੋ, ਇਸ ਆਡੀਓ ਦੇ ਵਿੱਚ ਜਿਹੜੀ ਗੱਲ ਬੰਬਾਸਟਿਕ ਸਾਹਿਬ ਨੇ ਕੀਤੀ ਹੈ, ਤੁਸੀਂ ਉਹਨਾਂ ਨਾਲ ਖੜੇ ਹੋ ਔਰ ਤੁਸੀਂ ਉਹਨਾਂ ਨੂੰ ਮੁਤਫਿਕ ਹੋ, ਇੰਨੀ ਕੋਈ ਗੱਲ ਕਰਦੇ ਹੋ? ਇੱਕ ਮਿੰਟ, ਤੁਹਾਨੂੰ ਮੈਂ ਦੱਸਣਾ ਵਾ ਇਸ ਚੀਜ਼ ਦਾ। ਜੋ हजरत मसीह मौऊद ने फरमाया ना कि मेरा कोई ऐसा दावा नहीं कोई नई शरीयत होवे या कोई चीज, ऐसा कोई दावा नहीं उन्होंने। मैं ਇਹਦੇ ਨਾਲ ਉਹਨਾਂ ਦੇ ਨਾਲ ਖੜਾ। ਇਹ ਗੱਲ ਬੰਬਾਸੀ ਸਾਹਿਬ ਨੇ ਕੀਤੀ ਹੈ, ਇਹੋ ਹੀ ਕੀਤੀ ਉਹਨਾਂ ਨੇ, ਇਸ ਤੋਂ ਇਲਾਵਾ ਵੇਖੋ ਇਹ ਜ਼ਿਆਦਤੀ ਹੁੰਦੀ ਹੈ ਨਾ। ਵੇਖੋ ਨਹੀਂ ਜ਼ਿਆਦਤੀ ਨਹੀਂ, ਪੁੱਛ ਲਓ ਉਹਨਾਂ ਕੋਲੋਂ। ਮੈਂ 1000 ਵਾਰੀ ਉਹਨਾਂ ਦੇ ਨਾਲ ਗੱਲ ਕੀਤੀ ਇਹਦੇ ਉੱਤੇ, ਪੁੱਛ ਲਓ ਉਹਨਾਂ ਕੋ ਸੱਦ ਕੇ। ਇੱਥੇ ਜਿੰਦਾ ਜਿਹੜੀ ਗੱਲ ਕਰਨਾ ਪਿਆ ਇਸ ਆਡੀਓ ਦੇ ਵਿੱਚ, ਅਗਰ ਬੰਦਾ ਸਹੀ ਤਰ੍ਹਾਂ ਸਿਰਫ ਫੇਅਰਨੈਸ ਰੱਖੇ ਨਾ ਆਪਣੇ ਦਿਮਾਗ ਸਹੀ ਤਰ੍ਹਾਂ ਨਹੀਂ ਉਸ ਬੰਦੇ ਦੇ, ਅਗਰ ਬੰਦਾ ਮਰ ਗਿਆ ਤੇ ਫਿਰ ਤੇ ਉਹਦੇ ਵਿੱਚ ਕੋਈ ਸ਼ੱਕੋ ਸ਼ੁਬਾਤ ਅਸੀਂ ਕਰ ਸਕਦੇ ਹਾਂ, ਔਰ ਬਹਿਸ ਗੜੀ ਉਹਨੂੰ ਖਤਮ ਹੋ ਸਕਦੀ ਹੈ। ਲੇਕਿਨ ਬੰਦਾ ਜ਼ਿੰਦਾ ਸਾਡੇ ਵਿੱਚ ਮੌਜੂਦ ਹੋਵੇ ਤੇ ਉਸ ਬੰਦੇ ਨੂੰ ਲਿਆਓ, ਉਹ ਬੰਦਾ ਖੁਦ ਦੱਸੇਗਾ ਕਿ ਕਿਸ ਲਿਹਾਜ਼ ਦੇ ਨਾਲ ਉਹਨੇ ਗੱਲ ਕੀਤੀ ਹੈ। ਉਹੀ ਨਾ ਹੋ ਕੇ ਆਏ ਸਰ, ਤੁਰ ਗਏ ਨੇ। ਅਗਰ ਬੰਬਾਸਟਿਕ ਸਾਹਿਬ ਸੁਣਦੇ ਪਏ ਨੇ, ਟਾਈਮਿੰਗ ਮੈਚ ਨਹੀਂ ਹੋਈ ਅੱਗੇ ਸਰ। ਇੱਕ ਮਿੰਟ ਦਿਓ ਐਕਸ ਭਾਈ, ਆਵਾਜ਼ ਆ ਰਹੀ ਹੈ? ਮੈਂ ਕਹਿੰਦਾ ਅਗਰ ਉਹ ਆ ਜਾਣ ਤੇ ਅੱਛੀ ਗੱਲ ਹੈ, ਲੇਕਿਨ ਕਿਸੇ ਵੀ ਜਗ੍ਹਾ ਦੇ ਉੱਤੇ ਐਸੀ ਜਗ੍ਹਾ ਤੇ ਬਹਿ ਕੇ ਜਿੱਥੇ ਇਦਾਂ ਦਾ ਕੋਈ ਮਾਹੌਲ ਹੋਏ ਤੇ ਉੱਥੇ ਬਹਿਣ ਲਈ ਸਿਰਫ ਇਦਾਂ ਦੀਆਂ ਗੱਲਾਂ ਕਰਨੀਆਂ, ਉਹ ਗੈਰ ਮੁਨਾਸਬ ਗੱਲ ਹੈ। ਵੇਖੋ, ਜੇ ਉਹਨਾਂ ਦਾ ਨਬੂਵਤ ਦਾ ਦਾਵਾ ਨਹੀਂ ਤੇ ਸਾਡਾ ਮੰਨਣ ਦਾ ਕੋਈ ਕੰਮ ਹੀ ਕੋਈ ਨਹੀਂ। ਵੇਖੋ, ਅਮਾਨ ਤੇ ਅਸੀਂ ਨਬੀ ਤੇ ਲਿਆ ਸਕਦੇ ਦੂਜੇ ਤੇ। ਤੁਹਾਡੀ ਗੱਲ ਮੈਨੂੰ ਲੱਗਾ ਗਜਨੀ ਭਾਈ, ਤੁਸੀਂ ਦਾਵਾ ਉਹਨਾਂ ਦਾ ਇਹ ਨਹੀਂ ਕਿ ਮੈਂ ਜਿਸ ਤਰ੍ਹਾਂ ਕਿ ਮੌਲਵੀ ਜਿਹੜੇ ਨੇ ਇਹ ਇਲਜ਼ਾਮ ਲਗਾਉਂਦੇ, ਗੱਲ ਗੌਰ ਦੇ ਨਾਲ ਸੁਣ ਲਓ, ਤੁਹਾਨੂੰ ਸਮਝ ਆ ਜਾਏਗੀ। ਇਸੇ ਤਰ੍ਹਾਂ ਦਾ ਦਾਵਾ ਨਹੀਂ ਕਿ ਜਿਸ ਤਰ੍ਹਾਂ ਦੇ ਮੌਲਵੀ ਜਿਹੜੇ ਨੇ ਇਲਜ਼ਾਮ ਲਗਾਉਂਦੇ ਨੇ, ਕਹਿੰਦੇ ਨੇ ਕਿ ਬਈ ਇਸਲਾਮ ਦੇ ਨਾਲ ਕੋਈ ਤਲਕ ਨਹੀਂ, ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨਾਲ ਕੋਈ ਤਲਕ ਨਹੀਂ। ਦੂਸਰਾ ਮਿਕਸਡ ਐਕਸ ਬਾਈ, ਇੱਕ ਪਹਿਲਾ ਜਿਹੜਾ 10-20 ਸੈਕਿੰਡ ਦਾ ਨਾ, ਉਹ ਚਲਾ ਕੇ ਨਾ ਤੇ ਰੋਕੇ ਜ਼ਰਾ ਇੱਕ ਮਿੰਟ, ਉੱਤੇ ਹੀ ਵਾਦੇ ਜਾਂਦਾ ਸਾਰਾ ਕੁਝ ਯਾਰ। ਕਿ ਬੜਾ ਔਖੇ ਹੋ ਕੇ ਚਲਾਈ ਹੈ, ਹੁਣ ਮੈਨੂੰ ਦੁਬਾਰਾ ਲੱਭਣੀ ਪੈਣੀ। ਖਲੋ ਜਾ, ਮੇਰੇ ਕੋਲ ਦੂਜਾ ਹੁੰਦਾ ਕੈਮਰੇ ਵਾਲਾ ਫੋਨ, ਵੇਖਦਾ ਜੇ ਦੁਬਾਰਾ ਚੱਲ ਜੇ। ਗੱਲ ਇਹ ਵੇ ਕਿ ਸਿੰਪਲ ਜੀ ਗੱਲ ਹੈ ਕਿ ਤੁਸੀਂ ਮੈਨੂੰ ਸਿਰਫ ਇੰਨਾ ਜਵਾਬ ਦੇ, ਹਰ ਗੱਲ ਮੈਂ ਤੁਹਾਡੀ ਮੰਨਣ ਨੂੰ ਤਿਆਰ ਹਾਂ, ਠੀਕ ਹੈ? ਹਰ ਗੱਲ ਤੁਸੀਂ ਦੱਸੋ ਕਿ ਜਿਹੜੀ ਵੀਡੀਓ ਜਾਂ ਜਿਹੜੀ ਆਡੀਓ ਅਸਾਂ ਹੁਣ ਸੁਣੀ,
ਉਹਦੇ ਜਿਹੜੇ ਅਲਫਾਜ਼ ਬੰਬਾਸਟਿਕ ਭਾਈ ਦੇ ਹੈ ਨੇ, ਤੁਸੀਂ ਉਹਦੇ ਨਾਲ ਮੁਤਫਿਕ ਹੋ ਜਾਂ ਨਹੀਂ? ਉਹਨਾਂ ਨੇ ਮਸਲਨ ਕੀ ਕਿਹਾ? ਉਹਨਾਂ ਨੇ ਇਹੀ ਕਿਹਾ ਕਿ ਸ਼ਰੀਅਤ ਵਾਲੇ ਨਬੀ ਨੇ। ਤੁਹਾਡਾ ਜਵਾਬ ਆ ਗਿਆ ਮੁਹੰਮਦ ਖਾਨ ਸਾਹਿਬ, ਤੁਹਾਡਾ ਜਵਾਬ ਆ ਨਹੀਂ ਗਿਆ। ਬੰਬਾਸਟਿਕ ਸਾਹਿਬ ਨੂੰ ਬੁਲਾਓ, ਉਹਨਾਂ ਨੂੰ ਬੁਲਾਓ, ਬੰਦੇ ਜਿੰਦਾ ਨੇ। ਤੁਸੀਂ ਸਾਡੇ ਕੋਲ ਪੁੱਛਣ ਡਏ ਹੋ, ਤੁਹਾਡਾ ਤੁਸੀਂ ਵੀ ਆਪਣਾ ਜ਼ਹਿਨੀ ਤੌਰ ਤੇ ਇਲਾਜ ਕਰਾਓ ਨਾ। ਉਹਨਾਂ ਦਾ ਨੰਬਰ ਹੈ ਕਿਸੇ ਕੋ ਬੰਬਾਸਟਿਕ ਭਾਈ ਦਾ, ਕੋਈ ਮੈਸੇਜ ਕਰਦੇ ਆ ਜਾਓ। ਬੰਬਾਸਟਿਕ ਸਾਹਿਬ ਇੱਥੇ ਮੌਜੂਦ ਨੇ, ਜਿੰਦਾ ਸਲਾਮਤ ਬੰਦਾ ਜਦੋਂ ਹੋਵੇ ਉਹਦੇ ਕੋਲ ਪੁੱਛ ਲੈਣਾ ਚਾਹੀਦਾ ਹੈ। ਨਹੀਂ ਉਹਨਾਂ ਨੇ ਜਿਹੜਾ ਅਸੀਂ ਫੈਸਲੇ ਦਈਏ ਹੈ ਨਾ, ਜਿਸ ਤਰ੍ਹਾਂ ਉਹਨਾਂ ਨੇ ਇਹ ਲਫ਼ਜ਼ ਕਹੇ ਨੇ, ਉਹ ਨਜ਼ੀਰ ਸਾਹਿਬ ਦੇ ਮੂੰਹ ਦੇ ਕਹੇ ਨੇ ਲਫ਼ਜ਼ ਉਹਨਾਂ ਨੇ। ਯਾਰ ਕਿਉਂ ਤੁਸੀਂ ਇਹ ਸਮਝਦੇ? ਮੈਂ ਇਹ ਤਾਂ ਗੱਲ ਹੀ ਨਹੀਂ ਕਰਦਾ ਪਿਆ। ਨਜ਼ੀਰ ਸਾਹਿਬ ਹੋਣ, ਉਹ ਵਜ਼ੀਰ ਸਾਹਿਬ ਹੋਣ, ਉਹ ਕੋਈ ਵੀ ਹੋਵੇ, ਮੈਨੂੰ ਇਹ ਦੱਸੋ ਕਿ ਜਿਹੜੇ ਅਲਫਾਜ਼ ਬੰਬਾਸਟਿਕ ਭਾਈ ਨੇ ਅਦਾ ਕੀਤੇ ਨੇ, ਤੁਸੀਂ ਇੰਨੇ ਜਿਹੜੇ ਦੋਸਤ ਇੱਥੇ ਬੈਠੇ ਹੋ, ਤੁਸੀਂ ਉਹਨਾਂ ਦੇ ਨਾਲ ਮੁਤਫਿਕ ਹੈ ਹੋ ਜਾਂ ਨਹੀਂ? ਜੀ, ਜਿਸ ਲਿਹਾਜ਼ ਦੇ ਨਾਲ ਉਹਨਾਂ ਨੇ ਲਫ਼ਜ਼ ਅਦਾ ਕੀਤੇ ਨੇ, ਅਸੀਂ ਮੁਤਫਿਕ ਹਾਂ ਜੀ। ਸਾਰੇ ਮੁਤਫਿਕ ਉਹਨਾਂ ਨਾਲ, ਜਿਸ ਤਰ੍ਹਾਂ ਉਹਨਾਂ ਕੈਟਾਗਰੀ ਸਾਰੇ ਮੁਤਫਿਕ ਹੋ। ਤੁਹਾਨੂੰ ਦੱਸ ਦਿੱਤਾ। ਇੱਕ ਤੇ ਅੱਗੇ ਚੱਲੋਗੇ, ਕੀ ਤੁਹਾਡਾ ਮਸਲਾ ਹੈ ਅੱਗੇ ਦੱਸੋ, ਅੱਗੇ ਚੱਲੋ। ਮਤਲਬ ਤੁਹਾਡੀ ਹਾਂ ਨੂੰ ਸਾਰਿਆਂ ਦੀ ਹਾਂ ਸਮਝੀ ਜਾਏ। ਮੇਰੀ ਹਾਂ ਨੂੰ ਸਾਰਿਆਂ ਦੀ ਹਾਂ ਸਮਝੀ, ਅੱਗੇ ਕਦਮ ਪੁੱਟੋ। ਕੀ ਆਂਦੇ ਹੋ ਤੁਸੀਂ? ਠੀਕ ਹੈ, ਮੇਰਾ ਪੁਆਇੰਟ ਖਤਮ ਹੋ ਗਿਆ ਕਿ ਤੁਸੀਂ ਸਾਰੇ ਉਸੇ ਤਰ੍ਹਾਂ ਬਿਲੀਵ ਕਰਦੇ ਹੋ। ਤੇ ਅੱਗੇ ਕੋਈ ਗੱਲ ਕਰਨੀ ਤੁਸੀਂ, ਕੋਈ ਹੋਰ ਹੈ? ਕੋਈ ਗੱਲ ਨਹੀਂ, ਸਿਰਫ ਮੇਰਾ ਪੁਆਇੰਟ ਨਹੀਂ ਮੇਰਾ ਪੁਆਇੰਟ ਇਹ ਹੈ ਜਿਹੜਾ ਪ੍ਰੂਵ ਕਰ ਦਿੱਤਾ। ਨਹੀਂ ਐਕਸ ਭਾਈ, ਤੁਹਾਡਾ ਪੁਆਇੰਟ ਇਹ, ਤੁਸੀਂ ਆਪਣੇ ਨਜ਼ਰੀਏ ਦੇ ਨਾਲ ਮੰਨਦੇ ਰਹੋ, ਕੋਈ ਮਸਲਾ ਨਹੀਂ। ਸਾਨੂੰ ਕੀ ਲੱਗੇ ਤੁਹਾਡੇ ਪੁਆਇੰਟ? ਨਹੀਂ ਤੁਹਾਡੇ ਉਹਨਾਂ ਨੂੰ ਕੀ ਲੱਗੇ, ਸਾਨੂੰ ਕੀ ਲੱਗੇ, ਗੱਲ ਜਿਹੜੀ ਹੈ ਉਹ ਕਲੀਅਰ ਤੇ ਕਰਨੀ ਚਾਹੀਦੀ ਨਾ। ਆਪਣਾ ਜੱਜਾ ਭਾਈ ਉਹ ਕਹਿ ਰਹੇ ਨੇ ਕਿ ਨਬੂਵਤ ਦਾ ਦਾਵਾ ਉਹਨਾਂ ਕਿਸੇ ਕਿਸਮ ਦਾ ਨਹੀਂ ਹੈ। ਇਹ ਤੁਸੀਂ ਗੱਲ ਨਾਲ ਹੈਗੀ ਜੇ ਤੁਸੀਂ? ਨਹੀਂ, ਬਿਲਕੁਲ ਨਹੀਂ। ਤੇ ਫਿਰ ਇਹ ਗੱਲ ਹੈ ਨਾ, ਫਿਰ ਇਹ ਜਿਹੜੀ ਕਿਸਮ ਦਾ ਦਾਵਾ ਹੈ ਉਹ ਵੀਡੀਓ ਦੀ ਗੱਲ ਕਰਦੇ ਨੇ ਕਿ ਕਿਸੇ ਨਹੀਂ ਇਸੇ ਤਰ੍ਹਾਂ ਲੈ ਕੇ ਬੈਠੇ ਨੇ, ਡਰਾਮੇ ਕਰਦੇ ਨੇ। ਇਸੇ ਤਰ੍ਹਾਂ ਨਹੀਂ, ਇਸੇ ਤਰ੍ਹਾਂ ਨਹੀਂ। ਉਹਨਾਂ ਨੇ ਆਖਿਆ ਕਿ ਕਿਸੇ ਕਿਸਮ ਦਾ ਕੋਈ ਦਾਵਾ ਨਹੀਂ ਹੈ, ਇਸ ਤਰ੍ਹਾਂ ਆਖਿਆ ਨਹੀਂ। ਜੇ ਨਾ ਆਖਿਆ ਵੇ ਕਿਸੇ ਕਿਸਮ ਦਾ, ਤੇ ਫਿਰ ਕੀ ਕਰੋਗੇ ਜੱਜਾ ਸਾਹਿਬ? ਚਲੋ ਚਲਾਓ ਮਿਸਟਰ ਐਕਸ, ਚਲਾਓ ਹੈ ਇੱਕ ਵਾਰ, ਚਲਾਓ ਦੇਖਨੇ ਆ। ਤੁਸੀਂ ਫਿਰ ਇੱਕ ਮਿੰਟ ਖਲੋ ਜਾ, ਮੈਨੂੰ ਖਲਾ ਨਹੀਂ ਚਲਾਓ। ਸਪੀਕਰ ਸਾਹਿਬ ਨੂੰ ਕਹੋ ਬੰਬਾਸਟਿਕ ਭਾਈ ਨੂੰ ਸ਼ੇਅਰ ਕਰਨ, ਅਗਰ ਹੈ ਇਹਨਾਂ ਨਾਲ ਰਾਬਤਾ ਤੇ ਆਨੇ आओ आ जाओ। बंदा नीचे बैठा है, जिसके पास मुबासिक भाई जमील भाई का नंबर है, तो उनको कॉल करके बुला दिया कि सबर भाई ने बुला दिया था। तो सबर भाई आप अगर सुन रहे हैं तो उनको बुला दें प्लीज। मैं बेसिकली मैं खुद ये समझना कि मिर्जा साहब ने दावा नबूत किया, ठीक है, मेरी अपनी अंडरस्टैंडिंग है। मैं ऐसे ते गल करना चाह रहा कि जेड़ा जिस तरह के मिर्जा साहब ने कहा है कि मुझे अल्लाह ने नबी और रसूल कह के पकाया, जो अल्लाह पकारन दिया ते मैं ठीक है। मैं गजनी साहब तुसी मेरी सिंप तुसी मेरे भरा इको वाली तुसी मेरे सिर्फ कल्ले तुसी दस देनी, तुसी बासिर साहब दे इन अल्फाज ने एग्री कर दियो। सिर्फ गजनी साहब ना सवाल है। मैं ना अगर ते उन्होंने कहा किसी किस्म दा दावा नहीं ते मैं बिल्कुल मैं इस ना कोई एग्री कोई मैं बिल्कुल उन्होंने उम्मती नबी मानना। मैं मेरी मतलब रसूल अल्लाह सल्लल्लाहु अलैहि वसल्लम दे मुतहद नबी ने, सीधी गल। क्योंकि मैं खुद हैरान सी कि किस तरीके दे नाल ਉਹ ਇਹਨੂੰ ਪੋਰਟਰੇ ਕਰਦੇ ਸੀ ਪਏ, ਕਿਉਂਕਿ ਮੈਂ ਤਾਂ ਕਾਫੀ ਅਰਸਾ ਉੱਥੇ ਫਤਿਹ ਇਸਲਾਮ ਸਾਹਿਬ ਨਾਲ ਵੀ ਬੈਠਾ ਵਾਂ, ਅਮੀਆਂ ਸਾਹਿਬ ਦੀ ਬਰਾੜ ਦੇ, ਇੱਥੇ ਵੀ ਤੁਹਾਨੂੰ ਸੁਣਦਾ ਰਹੀਦਾ ਹਰ ਬੰਦੇ। ਵੇਖੋ ਮੁਹੰਮਦੀ ਨਬੂਵਤ ਜਿਹੜੀ ਹੈ ਨਾ, ਮੁਹੰਮਦੀ ਨਬੂਵਤ ਜਿਹੜੀ ਹੈ ਤਾ ਕਿਆਮਤ ਜਿਹੜੀ ਹੈ ਨਾ ਉਹ ਜਾਰੀ ਹੈ, ਉਹ ਜਾਰੀ ਰਹੇਗੀ। ਮੈਂ ਰਾਣਾ ਸਾਹਿਬ ਸਮਝ ਨਹੀਂ ਸਕਿਆ, ਅਗਰ ਐਕਸ ਭਾਈ ਇੱਕ ਵਾਰੀ ਫਿਰ ਚਲਾ ਦੇਣ ਤਾਂ ਕਿ ਮੈਂ ਸੁਣ ਲਾ ਤੇ ਫਿਰ ਰਾਏ ਦੇ ਸਕਦੇ ਆ। ਮੈਂ ਪਿਆਨਾ ਫਿਰ ਤੁਸੀਂ ਰਹਿ ਨਹੀਂ ਦਿਓ ਹਟਵਾਲ ਸਾਹਿਬ, ਤੁਸੀਂ ਅੱਗੀ ਸਾਡੀ ਦੁਖੀ ਹੋ। ਹਟਵਾਲ ਸਾਹਿਬ ਤੁਸੀਂ ਤਾਂ ਘਰ ਦੇ ਬੰਦੇ ਹੋ, ਤੁਹਾਡੇ ਕੋਲ ਤਾਂ ਪੁੱਛਣਾ ਹੀ ਨਹੀਂ। ਚਲੋ ਠੀਕ ਹੈ, ਸਹੀ ਹੈ, ਵਧੀਆ। ਜਾਂ ਤੇ ਦਾਵਾ ਨਬੂਵਤ ਹੁੰਦਾ ਹੈ ਤੇ ਜਾਂ ਨਹੀਂ ਹੁੰਦਾ, ਕੋਈ ਤੀਸਰੀ ਗੱਲ ਹੈ ਇਹਦੇ ਚ? वालेकुम अस्सलाम वरहमतुल्लाहि वबरकातुहू या कामन अहमदी या मिस्टर कई हाल हो गई या मिस्टर एक्स। मैं पिया ना इथे आडी असा चलाई है, तुसा भी सुनी होनी है। नहीं मैं तो हुणी आया, मैं बिल्कुल हुणी ऑनलाइन आया। ਉਹ ਮੈਂ ਤੁਹਾਨੂੰ ਨਾ WhatsApp ਤੇ ਫਾਰਵਰਡ ਕਰ ਦੇਣਾ, ਉਹਦਾ ਸੁਣ ਕੇ ਤੇ ਫਿਰ ਦੁਬਾਰਾ ਟੁੱਟਣਾ ਵਾ। ਇੱਥੇ ਲਾ ਦੇ, ਇੱਥੇ ਤਾਂ ਗੁਫ਼ਤਗੂ ਕਰ ਲੈਣੇ, ਕੀ ਮਸਲਾ? ਉਹ ਮੇਰੇ ਕੋਲ ਔਖਾ ਕੰਮ ਹੈ, ਮੈਂ ਐਡਾ ਨਹੀਂ ਸਮਾਰਟ। ਭੇਜੋ, ਮੈਂ ਲਾ ਦੇਣਾ, ਮੈਂ ਲਾ ਕੇ ਗੁਫ਼ਤਗੂ ਕਰ ਲੈਣੇ। ਕਿਹੜੀ ਗੱਲ ਹੈ ਜੀ, ਇਹ ਕਿਹੜਾ ਵੱਡਾ ਕੰਮ ਹੈ? ਖੁੱਲਾ ਪਿਆ WhatsApp। ਉੱਥੇ ਵੇਖੋ ਨਾ, ਬੰਬਾਸਟਿਕ ਸਾਹਿਬ ਨੇ ਇੱਥੋਂ ਤੱਕ ਜਿਸ ਵੇਲੇ ਗੱਲ ਕਰ ਦਿੱਤੀ ਨਾ
ਕਿ ਬਰਾਡਾਂ ਲਾਣ ਵਾਲੇ ਸਭ ਡਰਾਮੇਬਾਜ਼ੀਆਂ ਕਰਦੇ ਨੇ ਪਏ, ਉਹਨਾਂ ਨਹੀਂ ਕਰਨੀਆਂ ਚਾਹੀਦੀਆਂ। ਇਵਨ ਟਰੁਥ ਸੀਕਰ ਸਾਹਿਬ ਬੈਠੇ ਨੇ, ਇਹਨਾਂ ਨੂੰ ਆਖੋ ਪਲੀਜ਼। ਟਰੁਥ ਸੀਕਰ ਸਾਹਿਬ ਅਸਲਾਮ ਅਲੈਕੁਮ। ਸਰ ਦੇਖੋ ਜਮੀਲ ਸਾਹਿਬ ਟਰੁਥ ਸੀਕਰ ਸਾਹਿਬ ਮਿਸਟਰ ਐਕਸ ਭਾਈ, ਗੱਲ ਇਹ ਵੇ ਮੈਂ ਟਰੁਥ ਸੀਕਰ, ਜਮੀਲ ਸਾਹਿਬ, ਤੁਸੀਂ, ਰਾਜਪੂਤ ਸਾਹਿਬ, ਸੈਫੀ, ਸਾਡਾ ਕਹਿਣਾ ਜਿਹੜਾ ਨਾ ਕੋਈ ਹੁਜਤ ਤੇ ਨਹੀਂ ਹੈਗੀ ਨਾ। ਹੁਜਤ ਅਸੀਂ ਉਹ ਦੇਖਣੀ ਹੈ ਕਿ ਜਿਹੜੀ ਸਾਨੂੰ ਅੰਬਿਆ ਤੋਂ ਕੀ ਮਿਲਦੀ ਪਈ ਗੱਲ। ਤੁਸੀਂ ਨਾ 1 ਮਿੰਟ ਖਲੋ, ਮੈਂ ਤੁਹਾਨੂੰ ਫਾਰਵਰਡ ਕਰਨਾ, ਪਹਿਲਾਂ ਤੁਸੀਂ ਸੁਣੋ ਤੇ ਫਿਰ ਗੱਲ ਕਰਿਆ ਜੇ। ਮੈਂ ਤੁਹਾਨੂੰ ਫਾਰਵਰਡ ਬਈ ਦੇਖੋ ਮਸਲਾ ਨਹੀਂ, ਕੋਈ ਮਸਲਾ ਯਾਰ ਮਿਸਟਰ ਐਕਸ ਭਾਈ, ਇਹਦੇ ਵਿੱਚ ਕੋਈ ਵੈਸੇ ਬਾਰ-ਬਾਰ ਕੋਈ ਐਡੀ ਵੱਡੀ ਗੱਲ ਕੋਈ ਨਹੀਂ। ਇਹ ਸਾਡੇ ਭਾਈਆਂ ਨੂੰ ਜਿਹੜਾ ਝਾਸੇ ਨਾ ਉਹਨਾਂ ਲੋਕਾਂ 'ਚ ਬਹਿਣ ਦਾ, ਧੁੰਦਲੀ ਜੀ ਗੱਲ ਕਰਦੇ ਨੇ ਕਿ ਉਹ ਵੀ ਖੁਸ਼ ਕਰ ਲਈਏ ਤੇ ਆਪਣੇ ਆਪ ਦੀ ਭਾਈ ਵੀ ਖੁਸ਼ ਕਰ ਲਈਏ। ਇਹ ਵਿੱਚ ਗੱਲ ਹੈ ਮੇਨ, ਹੋਰ ਤੇ ਗੱਲ ਚਲੋ ਮੈਂ ਨਾ 1 ਮਿੰਟ ਖਲੋ ਜਾਓ। ਹੁਣ ਕੀ ਹੋ ਗਿਆ, ਮੈਂ ਪੜ੍ਹ ਕੇ ਸੁਣਾ ਦੇਣਾ ਤੁਹਾਨੂੰ ਜੋ हजरत मसीह मौद ने फरमाया, फैसला फिर तुसी खुद कर लियो, ठीक है। वो फरमाते हैं कि पर्चा अखबार आम 23 मार्च 1908 का ये कि पहले कालम की दूसरी सत्र में मेरी निस्बत खबर दर्ज है कि गोया मैंने जलसा दावत में नबूवत से इनकार किया है। ये लफ्ज़ याद रखिएगा कि कहते हैं कि इनकार किया है, सबको याद रखने चाहिए। दावत में जलसा दावत में नबूवत से इनकार किया, इसके जवाब में मैं वाज़े हूँ कि इस जलसा में मैंने सिर्फ ये तकरीर की थी कि मैं हमेशा अपनी तलीफ़ के ज़रिए से लोगों को इतला देता रहा हूँ कि और अब भी ज़ाहिर करता हूँ कि ये इल्ज़ाम जो मेरे ज़िम्मे लगाया जाता है कि गोया मैं ऐसी नबूवत का दावा करता हूँ जिससे मुझे इस्लाम से कुछ तल्लुक़ बाकी नहीं रहता, जिसके ये मानी है कि मैं मुस्तकिल तौर पर अपने ताई ऐसा नबी समझता हूँ। वो कहते हैं नबी तो है, नबी तो मुझे अल्लाह ने कहा है, लेकिन ऐसा समझता हूँ, नबी समझता हूँ कि कुरान शरीफ की पैरवी की कुछ हाजत नहीं रखता और अपना अलहदा कलमा और अलहदा किबला बनाता हूँ और शरीयत इस्लाम को मनसूख की तरह इकरार देता हूँ और हज़रत सल्लल्लाहु अलैहि वसल्लम के इक़्तिदार और मुताबियत से बाहर जाता हूँ। ये इल्ज़ाम सही नहीं है। ये जो मौलवियों की तरफ से, लोगों की तरफ से ये इल्ज़ाम लगाते थे ना लोग, ये उस नबूवत से इनकार उन्होंने किया है। अब समझ आई कुछ थोड़ी। लेकिन देखो ना ये ਜਿਹੜਾ ਗਰੁੱਪ ਫਿਰ ਤੇ ਮਜ਼ਬੂਤ ਹੋ ਰਿਹਾ ਨਾ, ਇਹ ਗਰੁੱਪ ਜਿਹੜਾ ਪਹਿਲਾਂ ਤਾਹਿਰ ਟੋਨੀ ਸਾਹਿਬ ਗੱਲ ਕਰਦੇ ਸਨ, ਉਸ ਤੋਂ बाद ਹੁਣ ਮੁਬਾਜ਼ ਸਟਾਰਟ करना है, तो फिर ग्रुप मजबूत हो रहा है ना, नवी तरज ਜਿਹੜੀ बयान नहीं। इसमें तो बड़ी वाज़ेह बात है कि वो ऐसा यानी ये बात हो रही है कि वो उम्मती नबी हैं, यानी इस शरीयत के मातहत हैं, इस शरीयत से बाहर जो हैं वो वाले नबी नहीं है। मोहम्मदी शरीयत है, मोहम्मदी नबूवत है। बात आप मुझे बता रहे हैं जिससे मैं मानता हूँ उस बात को, जिसको मुझे आप अभी बता रहे हैं, लेकिन मैं तो इस दूसरे ग्रुप की बात कर रहा हूँ ना, कि जो इसको डिफरेंट तरीके से बयान कर रहे हैं। क्या मतलब ये ज्यादा हावी हो रहा है? मतलब नहीं, मैं बता देता हूँ आपको, जहां तक आप एक मिनट फाइनल, एक आप उनकी वो जो अल्फाज है उनसे मुत्तफिक हैं आप? जो उन्होंने लफाज कहे हैं जो नहीं मुतफिक बता तो रहे हैं। मेरी गाल सुनो ना, ਤੁਹਾਡਾ ਨਾ ट्रुथ सीकर तो नहीं ना जदो साहब? नहीं आप सब्र करके हमारे गाल सुनो, सवाल मेरा है नहीं। ट्रुथ सीकर देखिए मेरी बात, ट्रुथ सीकर साहब भी अहमदी है, हम सारे अहमदी हैं, तो कोई भी जवाब दे सकता है। लेकिन मेरी गाल सुनो ना, तुसी एक पॉइंट ऑफ व्यू दे देता है, हर देखो ना सोच डिफरेंट है। ताहिर टोनी साहब की सोच डिफरेंट है, बम्बासी साहब ने वादे कर देता है, इनकार इसी से ही है जो नहीं, वो तो तुम्हारी सोच है ना। मेरी गाल सुनो, अगर सोच क्या लिखा हुआ है यार, उन्होंने गल करो, लिखा हुआ पढ़कर ज्यादा ना करो, ज्यादा ना करो, गाल सुनो। नहीं आपको लिखा हुआ पढ़कर सुनाया जाए कि जाति कैसे हो गई, ये कैसे जाति है? अगर गल तो सुन लो ना, हुण कम तेरा हैंड फ्री लाओ, ਗੱਲ ਇਹ ਵੇ ਹੈਂਡ ਫ੍ਰੀ ਸੁਣਨੀ ਅਸੀਂ ਤੁਹਾਡੀ, ਅਸੀਂ ਸਾਰੀ ਨਹੀਂ ਬਿਲਕੁਲ ਨਹੀਂ, ਤੁਸੀਂ ਲਾਈ ਮੇਰੇ ਲਾ ਛੱਡ ਦਿਓ ਇਸ ਗੱਲ ਸੁਣ ਰਹੇ ਆ ਜਨਾਬ, ਤੁਹਾਡੀ ਹਰ ਗੱਲ ਸੁਣ ਰਹੇ ਆ, ਲੇਕਿਨ ਅਰਜ਼ ਕਰਨਾ ਪਿਆ ਬੜਾ, ਮੈਂ ਡਰ ਕੇ ਅਰਜ਼ ਕਰਨਾ ਪਿਆ, ਸਿਰਫ ਇਹ ਮੈਂ ਆਪਣਾ ਪੁਆਇੰਟ ਰੱਖਣ ਦੀ ਕੋਸ਼ਿਸ਼ ਕਰਨਾ ਪਿਆ ਕਿ ਜੋ ਤੁਸੀਂ ਤਹਿਰੀਰ ਪੜ੍ਹਾਈ ਹੈ ਠੀਕ ਹੈ, ਮੈਨੂੰ ਉਸ ਤਰ੍ਹਾਂ ਮੰਨ ਲਿਆ, ਲੈ ਫਿਰ ਇਹ ਤੁਸੀਂ ਮੈਨੂੰ ਇਹ ਦੱਸਣਾ ਚਾਹਦੇ ਹੋ ਕਿ ਜਿਹੜੇ ਇਹ ਪੁਆਇੰਟ ਆਫ ਵਿਊ ਰੱਖਦੇ ਨੇ ਉਹ ਇੱਕ ਡਿਫਰੈਂਟ ਗਰੁੱਪ
ਜਮਾਤ ਦੇ ਵਿੱਚ ਉੱਭਰ ਰਿਹਾ, ਜਿਹੜਾ ਮਤਲਬ ਨਹੀਂ ਆਹਿਸਤਾ ਆਹਿਸਤਾ ਮਜ਼ਬੂਤ ਹੋ ਰਿਹਾ। ਨਹੀਂ ਕੋਈ ਨਹੀਂ, ਜਦੋਂ ਉਹਨਾਂ ਕੋਲ ਅਗਲੀ ਗੱਲ ਪੁੱਛੀ ਜਾਏਗੀ ਅਗਲੀ ਗੱਲ ਦੱਸਣਗੇ। ਉਹ ਬੰਬਾਸਟਕ ਸਾਹਿਬ ਨੂੰ ਸੱਦੋ ਇੱਥੇ, ਤੁਹਾਨੂੰ ਅਗਲੀ ਗੱਲ ਦੱਸਣਗੇ। ਉਹ ਨਾ ਦੱਸਣ ਤੇ ਗੱਲ ਅਗਲੀ ਗੱਲ ਦੱਸਣੀ ਸੀ, ਕੈਟਾਗੋਰੀਕਲੀ डिनाई करके जितनी जिस बंदे ने गल कीती है, जितनी पूछी है, जितना जो कुछ लिखिਆ है, ਇੱਕ ਸਫੇ ਦੇ ਉੱਤੋਂ ਇੱਕ ਬੰਦਾ ਇੱਕ ਚੀਜ਼ ਲਿਖੀ ਹੈ, ਉਹਦੇ ਬਾਰੇ ਬੰਦਾ ਕੋਈ ਪੁੱਛ ਰਿਹਾ ਤੇ ਉਹਨੂੰ ਦੀ ਗੱਲ ਉਹਨਾਂ ਨੇ ਦੱਸ ਛੱਡੀ ਹੈ। ਇੱਥੋਂ ਤੱਕ ਕੋਈ ਸਫਾ ਨਹੀਂ ਨਾ ਪੜਿਆ ਗਿਆ ਉਹਦੇ ਬਾਰੇ। ਮੈਨੂੰ ਇਜਾਜ਼ਤ ਦਿਓਗੇ ਜਿੱਦਾਂ ਭਾਈ ਇੱਕ ਮਿੰਟ ਗੱਲ ਸੁਣੋ। ਗੱਲ ਇਹ ਵੇ ਮਿਸਟਰ ਭਾਈ, ਇਹ ਮੈਂ ਗਲਬਨ ਇਹ ਗੁਫ਼ਤਗੂ ਮੈਂ ਵੀ ਸੁਣੀ ਸੀ ਜਿਹੜੀ ਤੁਸੀਂ ਮੈਨੂੰ ਭੇਜੀ ਹੈ ਨਾ, ਉਹ ਗੁਫ਼ਤਗੂ ਮੈਂ ਵੀ ਸੁਣੀ ਸੀਗੀ। ਮੈਂ ਤੁਹਾਨੂੰ ਪਹਿਲੇ ਇੱਕ ਤੋਂ ਪਹਿਲੇ ਕਿਹਾ, ਮੇਰੀ ਜੱਜਾ ਸਾਹਿਬ ਦੀ, ਤੁਹਾਡੀ, ਟਰੂਥ ਸੀਕਰ ਬਾਈ ਦੀ, ਸਾਡੀ ਕੋਈ ਗੱਲ ਹੁਜਤ ਨਹੀਂ ਹੈ। ਜੋ ਮਰਜ਼ੀ ਕਹਿੰਦੇ ਨੇ, ਸਾਨੂੰ ਕੋਈ ਮਸਲਾ ਨਹੀਂ ਕਿਸੇ ਦਾ, ਠੀਕ ਹੈ ਨਾ। ਅਗਰ ਕੋਈ ਸਾਡੀ ਜਮਾਤ ਚੋਂ ਜਾਂ ਕੋਈ ਕਹਿੰਦਾ, ਉਹ ਕੋਈ ਅਫੀਸ਼ੀਅਲ ਬੰਦੇ ਤੇ ਹੈ ਨਹੀਂ ਹੈ, ਨੰਬਰ 1। ਦੂਸਰੀ ਗੱਲ, ਜਮੀਲ ਸਾਹਿਬ ਖੁਦ ਵੀ ਕਹਿੰਦੇ ਨੇ ਕਿ ਮੈਂ ਨਾ ਇੱਧਰ ਦਾ ਨਾ ਮੈਂ ਉੱਧਰ ਦਾ, ਉਹ ਆਪਣੇ ਮੂੰਹ ਕਹਿੰਦੇ ਨੇ, ਫਿਰ ਸਾਨੂੰ ਉਹਦੇ ਨਾਲ ਕੋਈ ਤਲਕ ਨਹੀਂ ਹੈ। ਨੰਬਰ 3, हज़रत मसीह मौद अलैहिस्सलाम ने एक गलती का ज़ाला च लफज फरमाया है, वो ते तुसीं गौर करना है। वो ये वे कि अल्लाह ताला ने मुझे नबी कहकर, रसूल और नबी कहकर पुकारा है। अल्लाह ताला ने मुझे पुकारा है। हुण अल्लाह ताला किस तरह पुकारदा? बगैर वही ते पुकार सकदा? अपनी मां ने दसना है, उन्हें दिल ते हथ रख के दसो कि बगैर वही तो अल्लाह ताला किसी इंसान को पुकार सकदा है? अच्छा बिल्कुल सलीमुल्लाह ਐਮਡੀ ਭਾਈਆਂ ਜੇ ਗੱਲ ਕਰਨੀ ਤੇ ਫਿਰ ਮੈਨੂੰ ਜਵਾਬ ਦੇ ਦਿਓ। ਗੱਲ ਨਹੀਂ, ਮੈਂ ਇਹ ਆਨਾ ਪਿਆ ਕਿ ਤੁਸੀਂ ਗੱਲ ਇੱਕ ਕਰਦੇ ਹੋ, ਸੁਭਾਨ ਅੱਲਾਹ ਸਾਹਿਬ, ਮੈਂ ਤੁਹਾਡੀ ਗੱਲ ਮੰਨ ਲੈਣਾ, ਜਿਵੇਂ ਤੁਸੀਂ ਆਂਦੇ ਹੋ ਮੈਂ ਮੰਨ ਲੈਣਾ। ਮੈਂ ਤੇ ਉਸ ਵੀਡੀਓ ਤੇ ਤੁਹਾਡਾ ਕਮੈਂਟ ਲੈਣਾ ਪਿਆ, ਤੁਸੀਂ ਉਹਨਾਂ ਅਲਫਾਜ਼ ਦੇ ਨਾਲ ਮੁਤਫਿਕ ਹੈ ਉਹ ਜਾਂ ਨਹੀਂ? ਸਰ ਮੈਂ ਕਿਸੇ ਦੀ ਵੀਡੀਓ ਤੇ ਕੋਈ ਕਮੈਂਟ ਨਹੀਂ ਕਰਨਾ। ਹਰ ਬੰਦਾ ਆਪਣਾ ਜਵਾਬ ਦੇ, ਜਿਹਨੇ ਜੋ ਸਵਾਲ ਕੀਤਾ ਹੈ, ਜੋ ਜਵਾਬ ਦਿੱਤਾ ਹੈ, ਹੀ ਕੇਅਰਸ ਅਬਾਊਟ, ਆਈ ਡੋंट केयर अबाउट। ਸੀਕਰ ਸਾਹਿਬ ਤੁਸੀਂ ਕੁਝ ਐਡ ਕਰਨਾ ਚਾਹੋਗੇ? मैं सिर्फ आपको ये कहने लगा हूँ, हाँ जी, कि ये जो जहाँ तक आप, मैंने उनको भी सुना हुआ है, बम्बास्टिक साहब को भी, बम्बास्टिक साहब में, और आज क्या बात हुई है मुझे नहीं पता, लेकिन जो पहले जो सुना हुआ है उसके मुताबिक बता रहा हूँ कि बम्बास्टिक साहब में और ताहिर अमजद साहब में बड़ा फ़र्क है। जहाँ पे बम्बास्टिक साहब, जहाँ तक मेरी अंडरस्टैंडिंग है, जब ये बात होती है ना कि नबूवत का हमसे पूछा जाता है, तो हम उस वक़्त इस लिहाज से इनकार करते हैं कि वो कोई तशरीही नबी नहीं है, ताकि हजूर सल्लल्लाहु अलैहि वसल्लम जो हैं वो तशरीही नबी हैं, असल नबूवत उन्हीं की है। जब इस एंगल से हम कहते हैं कि वो नबी नहीं है, हज़रत मिर्ज़ा ग़ुलाम अहमद अलैहिस्सलाम। लेकिन जब बात होती है, लेकिन वो उम्मती नबी हैं, यानी इसको आप इस तरह भी कह सकते हैं कि नबी नहीं है, उम्मती नबी हैं, ताकि ये फ़र्क कायम रहे कि वो कोई नई शरीयत लाने वाले नहीं है। इस लिहाज बड़ी अच्छी बड़ी फेयर गल कीती तुसीं, बहुत ही फेयर गल कीती है। ਹੁਣ ਇਹ ਦੱਸੋ ਕਿ ਇੱਕ ਗੱਲ ਤੁਸੀਂ ਮੈਨੂੰ ਦੱਸ ਦਿਓ ਪਏ ਤੇ ਇੱਕ ਗੱਲ ਬੰਬਾਸਟਿਕ ਭਾਈਜਾਨ ਨੇ ਕੀਤੀ ਉੱਤੇ, ਇਹਦੇ ਵਿੱਚ ਤੁਸੀਂ ਉਹਨਾਂ ਦੀ ਗੱਲ ਦੇ ਨਾਲ ਤੁਹਾਨੂੰ ਪਤਾ ਜਿਹੜੀ ਤੁਸੀਂ ਕਰਦੇ ਹੋ ਪਏ ਤੇ ਜਿਹੜੀ ਉਹਨਾਂ ਕੀਤੀ ਹੈ, ਤੁਹਾਨੂੰ ਲੱਗਦਾ ਇਹ ਸੇਮ ਗੱਲਾਂ ਨੇ? वही तो मैं कह रहा हूँ, मुझे नहीं पता उन्होंने क्या बात की है। जो पहली बात है वो मुझे बताएंगे तो मैं। जज्जा साहब बचाओ ना गल किसी ने नहीं बचा रहे सी, क्योंकि गलती का अजाला दे विच मसीह मौद ने सीधा लिखा कि किसी मेरे मरीज ने कहा कि उन्हें महज इनकार तो जवाब दिता, ते ऐसी गल नहीं है। महज इनकार नहीं हो सकता, नहीं हो सकता, नहीं हो सकता, गल खत्म। ठीक है, बिल्कुल एक चीज मैं ऐड करना चाहता हूं। ट्रूथ सीकर साहब अगली गल जो मैं करांगा फिर पता चल जाएगा बम्बास्टिक ने कितों तक गल की, वो फिर आ जाएगा, वो खुद दसेगा अपनी। इतों तक तो मैं पढ़ के सुना देता है कि ये मेरे को ऊपर इल्जाम है, जो जो कुछ ये लोग कहते हैं जिनके कुरान करीम से तल्लुक नहीं है, सारा भी गलती दा ज़ाला पढ़ दो, कोई गलती दा ज़ाला नहीं मैं पढ़ रहा, तुहानू पता ही नहीं मैं कितों पढ़ रहा, तुम सबर करके मैं ना पढ़दे हो पे, जिन्नी 2-3 किताबां होर भी पढ़ लोगे ओदे नाल साडा चलो ठीक है, लेकिन सुनो ना, अल्फाज ने कि जेड़ा कैटेगोरिकली डिनाई कर चुके ने, नहीं इंज ना करिया करो। सुनोगे तो तसल्ला हो सकता है, हो जावे ना, मौका दियो जज्जा भाई से मौका दिया। मेरा वीडियो सुनाती है दोबारा मैं ਤੁਹਾਨੂੰ ਭੇਜਦਾ ਯਾਰ, ਮੈਂ ਥੋੜਾ ਡਰਾਈਵ ਵੀ ਕਰਨੀ ਹੈ ਨਾਲ, मैं नहीं सुना सकता, मेरी मजबूरी है, मेरी मजबूरी है, मैं नहीं सुना लियो। गजनी भाई ਫੇਰ ਬੰਦੇ, ਗਜਨੀ ਭਾਈ ਫੇਰ ਬੰਦੇ ਤੁਸੀਂ ਦੱਸੋ ਉਸ ਆਡੀਓ ਦੇ ਵਿੱਚ ਬੰਬਾਸਟਿਕ ਸਾਹਿਬ ਨੇ ਕੈਟੇਗੋਰੀਕਲੀ ਇਹਨੂੰ ਡਿਨਾਈ ਕੀਤਾ ਹੈ ਜਾਂ ਨਹੀਂ? ਮੈਂ ਤੁਸੀਂ ਮੈਨੂੰ ਦੱਸੋ। ਵੇਖੋ ਮੈਂ ਵਿਚਾਰਾ ਕੰਮ ਤੇ ਮਸਰੂਫ ਹਾਂ, लेकिन जी कैटेगोरिकली डिनाई मैं ਤੁਹਾਨੂੰ ਇੱਥੇ ਤੱਕ ਪੜ੍ਹ ਕੇ ਸੁਣਾ ਲਗਾ, ਫਿਰ ਹੋ ਜਾਏਗਾ। ਇਹਨਾਂ ਨਾਲ ਗੱਲ ਕਰਨੀ ਜੇ ਫਿਰ
ਯਾਰ ਇੱਕ ਮਿੰਟ ਸਬਰ ਕਰੋ ਨਾ, ਕੀ ਹੋ ਦੇਖੋ ਗਿਆ? ਨਾ, ਤੁਸੀਂ ਇੱਕ ਵਾਰੀ ਆਪਣੀ ਵਾਰੀ ਤੇ ਉਹ ਗੱਲ ਤੁਸੀਂ ਕਰੋ ਨਾ। ਸਬਰ ਸਵਾਲੀ ਨਹੀਂ ਕਰ ਮੈਂ ਵਾਂ, ਸਕਦੇ, ਖੁਦਾ ਦੇ ਬੰਦੇ ਹੋ ਸਵਾਲੀ ਮੈਂ ਵਾਂ, ਸਵਾਲ ਮੈਂ ਕਿਸੇ ਕੋ ਕਰਨਾ, ਤੁਸੀਂ ਜਵਾਬ ਆ ਤੁਸੀਂ ਯਾਰ। ਮੈਨੂੰ ਕਰ ਸਬਰ ਦਿੰਦੇ ਹੋ। ਕਰ, ਮੈਨੂੰ ਮੈਂ ਤਹਿਰੀਰ ਤੇ ਤੁਸੀਂ ਪੜਨ ਦਿਓ, ਨਹੀਂ ਤਹਿਰੀਰ ਸਾਰੀ ਰਾਤ ਸਾਡੇ ਇੱਥੇ ਹੀ ਹੈ, ਕੋਈ ਨਹੀਂ ਪੜਨ ਚੱਲੇ, ਮੈਂ ਦਿਓ, ਵੀ ਇੱਥੇ ਕੋਈ ਹੀ ਹਾਂ। ਗੱਲ ਨਹੀਂ। ਮੈਂ ਅਗਰ ਸਾਰੀ ਤੁਹਾਨੂੰ ਨਹੀਂ ਰਾਤ ਅੱਛੀ ਯਕੀਨ ਲੱਗਦੀ ਕਰੋ, ਉਬਰ ਬਾਣੀ ਹੈ, ਮੈਂ ਸਾਰੀ ਰਾਤ ਦਿੱਤੀ ਆ, ਤੁਸੀਂ ਮੈਨੂੰ ਸੁਣਾਓਗੇ ਸਾਰੇ ਟੁਰ ਜਾ, ਮੈਂ ਨਹੀਂ ਯਾਰ। ਸੁਣਾਗਾ। ਅਸਲ ਹੈ ਸੈਫੀ ਸਾਹਿਬ, ਮੌਕੇ ਦੀ ਗੱਲ ਹੁੰਦੀ ਹੈ। ਅਗਰ ਇਹ ਬੰਦੇ ਸੁਣ ਸਕਦੇ ਨੇ ਤੇ ਸੁਣਾਣ ਦਿਓ ਮੈਨੂੰ, ਅਗਰ ਨਹੀਂ ਸੁਣ ਸਕਦੇ ਤੇ ਮੈਂ ਮੈਂ ਚਲਾ ਨਾ ਮੈਂ ਤੁਹਾਡੀ ਮੰਨ ਲਈ, ਤੁਸੀਂ ਜੋ ਤਹਿਰੀਰ ਪੜ੍ਹਦੇ ਹੋ ਠੀਕ ਪੜ੍ਹਦੇ ਹੋ। ਨਹੀਂ ਮੈਂ ਪੜਨ ਮੰਨ ਦਿਓ ਗਿਆ ਨਾ, ਜਿਹੜੀ ਗੱਲ ਚਾਚਾ ਸਾਹਿਬ ਉਹ ਗੱਲ ਆ ਜਮਸੀ ਮੌਤ ਦੀ ਗੱਲ ਕੁਤਬ ਤੇ ਨਹੀਂ ਕਰਨ ਦੇ। ਉਹ ਕਹਿ ਰਹੇ ਕਿ ਬੰਬਾਸਟਿਕ ਸਾਹਿਬ ਨੇ ਇੱਕ ਗੱਲ ਬਿਆਨ ਕੀਤੀ ਹੈ। ਆ ਜਾਏਗਾ ਸਭ ਕੁਝ ਯਾਰ ਆ ਯਾਰ ਜਾਏਗਾ, ਤੁਸੀਂ ਇੱਕ ਕਰਨ ਬੰਦਾ ਤੇ ਬੋਲੋ, ਦਿਓ। ਤੁਸੀਂ ਬਾਰ-ਬਾਰ ਸਾਰੇ ਬੋਲਦੇ ਹੋ, ਕੋਈ ਸਮਝ ਨਹੀਂ ਆਦੀ ਵੀ ਕਿਚੜ ਮਿਚੜ ਹੁੰਦਾ ਹੈ। ਮੈਂ ਗਜਨੀ ਸਾਹਿਬ ਨੂੰ ਸਵਾਲ ਕੀਤਾ ਹੈ, ਗਜਨੀ ਸਾਹਿਬ ਉਹ ਆਡੀਓ ਭਾਈ ਮੇਰਾ ਇੱਕ ਸਵਾਲ ਹੈ, ਮੇਰਾ ਤੁਹਾਡੇ ਉਹ ਵਿੱਚ ਸਵਾਲ ਆਡੀਓ ਹੈ। ਦੇ ਵਿੱਚ ਜਿਹੜੇ ਮੇਰਾ ਅਲਫਾਜ਼ ਇੱਕ ਸਵਾਲ ਬੰਬਾਸਟਿਕ ਸਾਹਿਬ ਦੇ ਨੇ, ਠੀਕ ਹੈ ਜੀ, ਓਕੇ ਜੀ। ਮੇਰਾ ਇੱਕ ਸਵਾਲ ਉਹ ਹੈ, ਬੰਬਾਸਟਿਕ ਸਾਹਿਬ ਦੇ ਜਿਹੜੇ ਅਲਫਾਜ਼ ਨੇ ਜੱਜਾ ਭਾਈ ਗਜਨੀ ਇੱਕ ਮਿੰਟ ਭਾਈ, ਖੜੋ, ਉਹ ਖਲੋ ਜਾ, ਗੱਲ ਤਾਂ ਪੂਰੀ ਕਰ ਲੈਂਦੇ ਹੋ। ਗੱਲ ਨਹੀਂ ਹੋ ਸਕਦੀ ਇੱਥੇ। ਜੱਜਾ ਭਾਈ ਇੱਕ ਮਿੰਟ ਖਲੋ ਜਾਓ। ਠੀਕ ਹੈ ਜੱਜਾ ਸਾਹਿਬ, ਗੱਲ ਇਹ ਵੇ ਕਿ ਜਿਹੜੀ ਗੱਲ ਉਹਨਾਂ ਕੀਤੀ ਹੈ ਬੰਬਾਸਟਿਕ ਸਾਹਿਬ ਨੇ ਉਸ ਆਡੀਓ ਦੇ ਵਿੱਚ, ਗਜਨੀ ਭਾਈ ਤੁਸੀਂ ਫੇਰ ਬੰਦੇ ਹੋ, ਤੁਹਾਨੂੰ ਪਤਾ ਤੁਹਾਡਾ ਮੇਰਾ ਪਿਆਰ ਵੀ ਬੜਾ ਹੈ, ਤੁਸੀਂ ਮੈਨੂੰ ਦੱਸੋ ਉਹ ਅਲਫਾਜ਼ ਦੇ ਨਾਲ ਤੁਸੀਂ ਐਗਰੀ ਕਰਦੇ ਹੋ, ਹਾਂ ਜਾਂ ਨਾ? ਸਿੰਪਲ ਜੀ ਗੱਲ। ਅੱਛਾ ਗੱਲ ਇਹ ਹੁਣ ਮੈਨੂੰ ਇਜਾਜ਼ਤ ਅਗਰ ਬੋਲਣ ਦੀ ਇਜਾਜ਼ਤ ਮੈਂ ਬੋਲਾਂ, ਨਹੀਂ ਇਜਾਜ਼ਤ ਮੈਂ ਚੁੱਪ ਕਰ ਜਾਣਾ। ਨਹੀਂ ਤੁਸੀਂ ਬੋਲ ਲਓ, ਪਰ ਇਹ ਗੱਲ ਜਿਹੜੀ ਆ ਨਾ ਰਾਜਪੂਤ ਨੇ ਮਕਾਣੀ ਹੈ, ਗਰੰਟੀ ਹੈ। ਅੱਛਾ ਚਲੋ ਰਾਜਪੂਤ ਜਿਹੜੇ ਨੇ ਇਹ ਬਾਹਰ ਪਾਸੇ ਛਾਏ ਨੇ, ਕੀ ਕਰੀਏ ਹੁਣ? ਮੈਂ ਗੈਰਨ ਦੀ ਪੁੱਟੋ ਤਦ ਰਾਜਪੂਤ, ਐਮ ਦੀ ਪੁੱਟੋ ਤਦ ਰਾਜਪੂਤ। ਗੱਲ ਦਾ ਜਵਾਬ ਮੈਂ ਹੀ ਦੇਣਾ, ਪਰ ਤੁਸੀਂ ਕਰ ਲਓ ਤੇ ਅਗਰ ਮੈਨੂੰ ਇਜਾਜ਼ਤ ਦਿੰਦੇ ਹੋ। ਮਿਸਟਰ ਐਕਸ ਨੂੰ ਪਲਟੋ ਤੇ ਇਹ ਵੀ ਰਾਜਪੂਤ ਨਿਕਲਦਾ ਵਿੱਚੋਂ, ਹੁਣ ਕੀ ਕਰੀਏ ਅਸੀਂ? ਮੈਂ ਚੀਮਾ ਵਾਂ ਲੇਕਿਨ ਰਾਜਪੂਤ ਮੇਰੇ ਭਾਈ ਨੇ ਸਾਰੇ। ਅੱਛਾ ਗੱਲ ਇਹ ਵੇ ਦੇਖੋ, ਇੱਕ ਪਾਸੇ ਸਾਡੇ ਕੋਲ ਹਜ਼ਰਤ ਮਸੀਹ ਮੌਦ अलैहिस्सलाम ਦੀ ਤਾਲੀਮ ਹੈ, ਇੱਕ ਪਾਸੇ ਇੱਕ ਇੰਡੀਵਿਜੂਅਲ ਦੇ ਬੰਦੇ ਦੀ ਗੱਲ ਹੈ, ਠੀਕ ਹੈ ਨਾ? ਮੈਂ ਉਹਦੇ ਨਾਲ ਐਗਰੀ ਹਾਂ ਜਾਂ ਨਹੀਂ ਐਗਰੀ, ਡਸਨਟ ਮੈਟਰ ਐਨੀਥਿੰਗ। ਇਹ ਗੱਲਾਂ ਸਹੀ ਨਹੀਂ ਵਾਰਲਾ ਭਾਈ, ਇੰਜ ਨਹੀਂ, ਉਹ ਸਰ ਨਹੀਂ ਯਾਰ ਇਦਾਂ ਨਾ ਕਰੋ ਯਾਰ। ਵਾਰਲਾ ਭਾਈ ਹੌਸਲਾ ਯਾਰ ਤੁਸੀਂ ਉਹਨਾਂ ਦੇ ਬੋਲਣ, ਯਾਰ ਸੁਣੋ ਐਕਸ ਭਾਈ, ਤੁਸੀਂ ਉਹਨਾਂ ਦੇ ਬੋਲਣ ਦੇ ਅਸੀਂ ਸੁਣਨ ਨਹੀਂ ਰਿਹਾ ਨਾ ਤੁਹਾਨੂੰ। ਕਮ ਸੇ ਕਮ ਬੋਲੋ, ਦਿਮਾਗ ਚ ਨਾ ਬੋਲੋ। ਮੈਂ ਵਿੱਚ ਬਿਜ਼ੀ ਹੋ ਗਿਆ ਸੀ। ਕਮਨ ਭਾਈ ਇੱਕ ਮਿੰਟ ਮੈਨੂੰ ਮੇਰੇ ਕੋਲ ਉਹਨਾਂ ਨੂੰ ਸਵਾਲ ਪੁੱਛੇ ਸੀ, ਉਹਦਾ ਮੈਂ ਜਵਾਬ ਦੇਣਾ। ਗੱਲ ਇਹ ਕਿ ਅਗਰ ਮਹਿਜ਼ ਇਨਕਾਰ ਉਹਨਾਂ ਨੇ ਕੀਤਾ ਨਾ ਤੇ ਅਸੀਂ ਬਿਲਕੁਲ ਐਗਰੀ ਨਹੀਂ, ਮੈਂ ਬਿਲਕੁਲ ਨਹੀਂ ਐਗਰੀ। ਉਹਨਾਂ ਨੇ ਕਿਸੇ ਕਿਸਮ ਦਾ ਨਬੂਵਤ ਦਾ ਦਾਵਾ ਨਹੀਂ, ਇਸ ਗੱਲ ਦਾ ਮੈਂ ਨਹੀਂ ਐਗਰੀ। ਇਹ ਅਸੀਂ ਸਿੰਪਲ ਗੱਲ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਮੈਂ ਬਿਜ਼ੀ ਹੋਣ ਲੱਗਾ, अस्सलाम वालेकुम। वालेकुम अस्सलाम रहमतुल्लाह। ਕੀ ਹਾਲ ਹੈ ਸਾਰੇ ਦੋਸਤਾਂ ਦਾ? ਅੱਲਾ ਠੀਕ ਠਾਕ। ਅੱਛਾ ਮੈਂ ਬਿਜ਼ੀ ਹੋਣਾ ਰਾਜ ਸਾਹਿਬ, ਪਲੀਜ਼ ਅਗਰ ਤੁਸੀਂ ਜੀ ਠੀਕ ਠਾਕ ਰਾਜਾ ਸਾਹਿਬ, ਮੈਂ ਤਾਂ ਕਹਿਣ ਲੱਗਾ ਸੀ ਯਾਰ ਕੋਈ ਜੈਲੀ ਆ ਗਈ। ਅੱਛਾ ਨਹੀਂ ਮੈਂ ਅੱਜ ਕਾਫੀ ਦਿਨਾਂ ਬਾਅਦ ਓਪਨ ਕੀਤਾ ਤੇ ਕਾਫੀ ਮਹਿਫਲ ਗਰਮ ਲੱਗ ਰਹੀ ਹੈ ਤੇ ਉਹ ਸਾਡੇ ਕਿਸੇ ਭਾਈ ਨੇ ਮੈਨੂੰ ਮਾਈਕ ਵੀ ਦੇ ਦਿੱਤਾ। ਸਭ ਖੈਰ ਵਾਫੀਅਤ ਹੈ, ਆਲ ਗੁੱਡ? ਜੀ ਰਾਜਾ ਸਾਹਿਬ। ਅੱਛਾ ਕੋਈ ਐਕਸ ਭਾਈ ਥੋੜੇ ਅੱਜ ਉਹਨਾਂ ਦੇ ਫਰਤੇ ਜਜ਼ਬਾਤ 'ਚ ਨਜ਼ਰ ਆ ਰਹੇ ਨੇ ਕਿ ਕੀ ਮਸਲਾ ਹੋਇਆ? ਖੈਰ ਹੈ? ਕੋਈ ਗੱਲ ਨਹੀਂ ਰਾਜ ਸਾਹਿਬ, ਮੈਂ ਕਦੀ ਵੀ ਤੁਹਾਨੂੰ ਪਤਾ ਮੈਂ ਤੇ ਮੈਨੂੰ ਅੱਗੇ ਮੈਨੂੰ ਰੋਜ਼ ਇਲਜ਼ਾਮ ਹੀ ਲਾਇਆ ਜਾਂਦਾ ਮੈਂ ਤੇ ਐਮਡੀ ਆ। ਹਾਂ ਇਹ ਤੇ ਗੱਲ ਹੈ। ਉਹ ਕੋਈ ਗੱਲ ਨਹੀਂ ਕਰਨਾ ਚਾਹੀਦਾ। ਮੈਂ ਤੇ ਸਿਰਫ ਇੱਕ ਛੋਟਾ ਜਿਹਾ ਕੁਐਸਚਨ ਰੱਖਿਆ ਸੀ ਤੇ ਉਹ ਮੈਂ ਇੱਕ ਚੀਜ਼ ਨੋਟਿਸ ਕੀਤੀ ਹੈ ਕਿ ਹਮੇਸ਼ਾ ਮੈਨੂੰ ਅਕਸਰ ਐਮਡੀ ਦੋਸਤ ਆਉਂਦੇ ਨੇ ਕਿ ਬੜੀ ਅੱਛੀ ਜਾਂ ਫੇਰ ਗੱਲ ਕਰਦਾ, ਲੇਕਿਨ ਮੈਨੂੰ ਕੁਝ ਦਿਨਾਂ ਤੋਂ ਰਿਅਲਾਈਜ਼ ਹੋਇਆ ਕਿ ਫੇਰ ਗੱਲ ਉਹ ਹੁੰਦੀ ਹੈ ਕਿ ਜਿਹੜੀ ਜਮਾਤ ਦੀ ਹੱਕ 'ਚ ਹੋਏ ਜਾਂ ਕਿਸੇ ਇੱਕ ਇੰਡੀਵਿਜੂਅਲ ਦੇ ਹੱਕ 'ਚ ਹੋਏ, ਬਾਕੀ ਕੋਈ ਫੇਰ ਹੁੰਦੀ ਨਹੀਂ। ਅਗਰ ਮੈਂ ਇੱਕ ਸਵਾਲ ਰੱਖਿਆ ਤੇ ਉਹ ਮੇਰੇ ਖਿਆਲ ਨਾਲ ਗੁਨਾਹ ਤੇ ਕੋਈ ਨਹੀਂ, ਮੈਂ ਸਿੰਪਲ ਜੀ ਗੱਲ ਪੁੱਛੀ ਹੈ, ਉਹ ਸਿੱਧਾ ਜਵਾਬ ਦੇਣ ਦੀ ਬਜਾਏ ਨਾ ਉਹਨਾਂ ਬੜੀ ਲੰਬੀ ਚੌੜੀ ਚਲਾ ਕੇ ਤੇ ਫਿਰ ਮੈਨੂੰ ਦੱਸਦੇ ਰਹਿਣ। ਤੇ ਮੈਨੂੰ ਇੱਕ ਬੰਦੇ ਸਹੀ ਇਸ ਤਰ੍ਹਾਂ ਮੇਰਾ ਡਾਇਰੈਕਟ ਜਵਾਬ ਦਿੱਤਾ, ਗਜਨੀ ਭਾਈ ਨੇ, ਕਿ ਜਿਹੜੀ ਗੱਲ ਬੰਬਾਸੀ ਸਾਹਿਬ ਨੇ ਕੀਤੀ ਸੀ ਨਾ ਇੱਕ ਬਰਾਡ ਤੇ, ਕਿ ਮਿਰਜ਼ਾ ਸਾਹਿਬ ਦਾ ਕੈਟਾਗੋਰੀਕਲੀ ਕਿਸੇ ਕਿਸਮ ਦਾ ਕੋਈ ਦਾਵਾ ਨਹੀਂ ਹੈ, ਔਰ ਅਗਰ ਚਾਹੋਦੇ ਤਾਂ ਮੈਂ ਆਡੀਓ ਫਾਰਵਰਡ ਕਰ ਲਾਂ, ਉਹਨੂੰ ਸੁਣ ਲਿਆ ਜੇ। ਤੇ ਇੰਨੀ ਕੁ ਮੇਰੀ ਗੱਲ ਸੀ, ਬਾਕੀ ਗੱਲ ਤਕਰੀਬਨ ਮੁਕੰਮਲ ਹੋ ਗਈ। ਕਿਹਨੇ ਕੀ ਕਿਹਾ? ਮੈਂ ਜ਼ਰਾ ਸਵਾਰੀ ਲਈਏ ਗਜਨੀ ਸਾਹਿਬ, ਪਲੀਜ਼ ਉਹਨਾਂ ਦੱਸਿਆ ਜੀ। ਰਾਣਾ ਸਾਹਿਬ ਜੀ ਰਾਜਾ ਸਾਹਿਬ ਕੋਈ ਆਡੀਓ ਚਲਾਈ, ਉਹ ਬੰਬਾਸਟਕ ਭਾਈ ਨੇ ਸਾਨੀ ਸਾਹਿਬ ਦੀ ਬਰਾੜ ਤੇ ਕੋਈ ਗੱਲ ਕੀਤੀ ਹੈ ਤੇ ਉਹਦੇ ਬਾਰੇ ਗੱਲ ਹੋਣ ਲਈ ਹੈ। ਆਡੀਓ ਚਲਾ ਸਕਦੇ हैं? ਇਹ ਕਾਮਨਾਮ ਦੀ ਭਾਈ ਨੂੰ ਭੇਜੀ ਹੈ, ਕਾਮਨਾਮ ਦੀ ਭਾਈ ਚਲਾ ਸਕਦੇ ਹੋ ਤੁਸੀਂ? ਇੱਕ ਮਿੰਟ ਖੋ। ਹਾਂਜੀ ਚਲਾ ਦਿਓ। ਮੈਨੂੰ ਆਵਾਜ਼ ਸੁਣੀ ਚ ਕਰ ਲੈਂਦਾ। ਆਵਾਜ਼ ਕਿੱਥੇ ਆ ਦੀ?
मकसद ये है कि ਤੁਸੀਂ ਅਗਰ ਗੱਲ ਕਰਨਾ ਚਾਹੁੰਦੇ ਹੋ ਲੰਬੀ ਮੈਂ ਮਿਊਟ ਲਾ ਲੈਣਾ ਬੇਸ਼ੱਕ ਤਕਰੀਰ ਕਰੋ ਮੇਰਾ ਸਵਾਲ ਹੈ ਨਾ ਜਿਹੜੀ ਗੱਲ ਮੁਬਾਸਟਕ ਸਾਹਿਬ ਨੇ ਆਖੀ ਹੈ ਮੈਂ ਤੇ ਉਹਦੇ ਤੋਂ ਇਹ ਸਮਝਿਆ ਵੀ ਉਹ ਕਹਿਣਾ ਚਾਹੁੰਦੇ ਨੇ ਕਿ ਮਿਰਜ਼ਾ ਸਾਹਿਬ ਨੇ ਬਾਰ-ਬਾਰ ਕਿਹਾ ਮੇਰਾ ਨਬੂਵਤ ਦਾ ਦਾਵਾ ਨਹੀਂ ਹੈ यानी फिर मिर्जा साहब का नबूवत का दावा ना समझा जाए ठीक है आमन नजीर साहब बात ये है कि मैं जो बात कर रहा हूँ ना अगर मेरा कोई अहमदी भाई इधर बैठा मुझसे मुत्तफिक नहीं होगा तो वो बोल पड़ेगा उसको इजाजत है मुझे टोक दे आपको बताया कि मिर्जा साहब ने नबूवत और रसालत से खुद इनकार किया है कि हमारे आका मौला मोहम्मद रसूलुल्लाह सल्लल्लाहु अलैहि वसल्लम के बाद हर किस्म की नबूवत का दरवाजा बंद हो गया और वही ये नबूवत बकुल्ली मुनकता हो चुकी। ये जवाब है आपका। लो जी इन्हां दा जेड़ा बम्बास्टिक साहब दा जवाब है वो वाज़े और साफ है या नहीं? इन्हां दा तो साफ है बिल्कुल है। मैं इन्हां च कोई इश्तबाह ते नहीं कोई रमज ते नहीं कोई इन्हां ने गोलमोल गल ते नहीं कीती। नहीं इन्होंने गल साफ कर दी है मेरा कहने का मकसद यह है कि ਇਹਦੇ ਉੱਤੇ बाकी लोग भी मुतफिक ने बस ना मेरा नहीं बाकी वो छोड़ो थोड़ी एक ना गल हो रही है करो ना गल। हाँ जी ठीक है मोहम्मद अली साहब आप सिंपली उसको कह दें अहमद नजीर साहब को हाँ जी हम मुतफिक हैं बस म्यूट ला लो। हाँ जी मुतफिक हैं जी मुतफिक हैं हो गया जी अहमद नजीर साहब मुतफिक। अच्छी गल है रेल साहब तुसी भी ते मंसूर साहब तुसी मुतफिक हो। हाँ बम्बास्टिक साहब ने जिन्नियां भी गल्लां कीतियां सब मुतफिक। मंसूर साहब तुसी मुतफिक हो। जी प्रोफेसर साहब मैं ਤੁਹਾਡੀ ਹਰ ਗੱਲ ਦੇ ਨਾਲ ਮੁਤਫਿਕ ਹਾਂ ਜੀ। ठीक हो गया इस ब्रांड ਦੇ ਉੱਤੇ ਇਹਨਾਂ ਨਾਲ ਕੌਣ ਕੌਣ ਮੁਤਫਿਕ ਹੈ? एक कंसेंसस बिल्ड अप हो जाए ना बन जाए। सैनी साहब ये दसो मेरा इतना क्वेश्चन एक बनता है नहीं सबसे बड़ी बात ये ठहरो एक मिनट अभी अहमद नजीर साहब ये चार हम अहमदी बैठे हैं चारों ने आपको मुत्तफिक हो गए हैं अभी मजीद आपको किसी और की जरूरत है फर्दर टेस्टिमनी की कि जिससे आपकी तशफी हो? जितना भी ज्यादा होएगा और अच्छा ही होएगा वैसे तो ठीक है गलत वो तो फिर अपना 2 बिलियन मुसलमान सानू आके फिर एक खत्म नबूवत दे कॉन्सेप्ट हो जान फिर ਅਸੀਂ ਵੀ नहीं कह रहे कोई एतराज नहीं कर रहे उससे ठीक है इन्नी काफी है या और भी की चलावा काफी है। अच्छा तो मेरे गल समझ आ गई है ਅੱਗੇ ਚੰਦ ਗੱਲਾਂ ਐਸੀਆਂ ਨੇ ਜਿਹੜੀਆਂ अच्छा चलो कर सुना दो फिर सुना दो ठीक नहीं फिर ਤੁਸੀਂ ਜਿੰਨੇ ਜ਼ਿਆਦਾ ਹੋ ਜਾਣ ਉਹ ਗੱਲ ਛੱਡ ਦਿਓ मतलब ये कहते ईमान वास्ते है ना कोई ऐसी मैं ईमान वास्ते यही कहना चाहना कि सानू क्लियर कर दो कि खत्म नबूवत की है कि रसूलुल्लाह के बाद कोई नबी नहीं है पुराना आ सकता नया नहीं आएगा जितने नबी थे उनमें कोई दाखिल नहीं हो सकता बाहर नहीं निकल सकता। मैं इस गल ते ना तनकीद भी करना ਤੁਹਾਡੀ ਗੱਲ ਤੇ नहीं मैं हुसैनी साहब से बात कर रहा हूँ आपने नहीं तनकीद की मैं हुसैनी साहब से मैं खुश हां कि अगर ਤੁਸੀਂ ਇਹਦੇ ਤੇ मुतफिक हो गए। हाँ जी अल्लाह के फजल से ये 4 बंदे बैठे हुए हैं और खुदा के फजल से चारों ने आपको कह दिया जी हम मुत्तफिक हैं माशाल्लाह। और बात ये भी पूछ लवो नहीं मसूदा साहब भी बात ਤੁਹਾਡੇ नहीं ਉਹ ਬਵਾਸ ਸਾਹਿਬ ਨੂੰ ਪੁੱਛ ਰਹੇ हैं ਉਹ ਹੀ ਕਰਨਗੇ ਸਵਾਲ ਕਿ ਇਸ ਸਾਰੇ ਜਿਹੜੇ ਮੁਤਫਿਕ ਹੋਏ ਨੇ ਇਸ ਬਿਆਨ ਤੋਂ ਬਾਅਦ ਅਸੀਂ ਮੁਸਲਮਾਨ ਹੈ ਕਿ ਨਹੀਂ? नहीं छोड़ दो बात की गल ਜੇ ਤੇ ਤੁਸੀਂ ਗੱਲ ਹੈ ਨਾ ਕਿ ਇਹ ਤੁਸੀਂ 4 ਬੰਦੇ ਹੋ ਤੇ ਮੈਂ ਪਿਆਨਾ ਕਿ ਬਾਹਰ ਜਿਹੜੀਆਂ ਬਰਾਟਾਂ ਨੇ ਲੱਗੀਆਂ ਹੁਣ ਜ਼ਾਹਿਰ ਹੈ ਤੁਸੀਂ ਤੇ 4 ਬੰਦਿਆਂ ਦਾ ਤੇ ਮੈਂ ਗਵਾਹੀ ਦੇ ਸਕਣਾ ਕਿ ਤੁਸੀਂ 4 ਬੰਦਿਆਂ ਨੇ ਇਹ ਮੇਰੇ ਸਾਹਮਣੇ ਗੱਲ ਆਖੀ ਹੈ ਕਿ ਮਿਰਜ਼ਾ ਸਾਹਿਬ ਦਾ ਨਬੂਵਤ ਦਾ ਦਾਵਾ ਨਹੀਂ ਲੇਕਿਨ ਬਾਹਰ ਜਿਹੜੇ ਰਿਕਾਰਡਿੰਗ ਕਰ ਲਓ ਤੁਸੀਂ ਸੁਣਾ ਦਿਆ ਕਰੋ ਉਹਨਾਂ ਨੂੰ। ਅੱਛੀ ਗੱਲ ਹੈ ਜਿਹੜੇ ਬਾਹਰ ਮੈਂ ਪਹਿਨਾ ਜਿਹੜੇ ਜਰਾਇ ਨਬੂਵਤ ਦਾ ਲਾ ਕੇ ਬੈਠੇ ਨੇ ਬੋਰਡ ਸ਼ੋਟ ਉਹ ਜ਼ਾਹਿਰ ਉਹ ਲੈਦਾ ਨਹੀਂ ਤੁਸੀਂ ਲੈਦਾ ਗੱਲ ਇਜਰਾਏ ਨਬੂਵਤ ਦਾ ਜਿਹੜਾ जिन्होंने बोर्ड लाया ना जराए नबूवत का वो भी आपको यही कहेंगे कि हम थोड़ी सी जलेबी बना के आपको उधर ही लेके आएंगे। मैं साफ बता देता हूँ आपको मैं खुद आपको बता रहे क्योंकि मैं उधर गया साहब का बयान कितना वाज़ेह ते गैर मुबहम है क्योंकि मैं उधर गया हूँ तो मैंने खुद इस चीज को क्रिटिसाइज किया है। मैंने कहा आपने कहा क्यों लिखा कि अगर बानी है जमात अहमदिया ने कभी इसका जिक्र नहीं किया इजराए नबूवत का उन्होंने ये टर्म यूज ही नहीं की कभी भी तो आप क्यों यूज करते हैं इसको? नहीं हम पहले इससे शुरू होते हैं और फिर उनको समझा देते हैं। मैंने कहा लेकिन ये गलत है ना ये अप्रोच जो कि
हजरत मसीह मौद से आगे तो नहीं ना आपको निकलना चाहिए, ना खुलफाए अहमदी से आपको आगे निकलना चाहिए। दोबारा सुन लो, मैं ਤੁਹਾਡੀ ਗੱਲ ਨੂੰ 100% ਲਓ ਜੀ ਮੁਕੰਮਲ ਹੋ ਗਈ ਇੱਥੇ ਹੁਣ ਦੁਬਾਰਾ ਰਿਪੀਟਿੰਗ ਸ਼ੁਰੂ ਹੋ ਰਹੀ ਹੁਣ ਉੱਤੇ जज़ाकल्ला। उसमें ये है कि अपना एक मिस्टर एक्स भाई ख़ास तौर पे उनको मैं मुखातब करना चाहता हूँ, अगर वो सुन रहे हैं। वो कह रहे थे सवारी उठाइए, लेकिन मेरे ख्याल अगर सुन रहे होंगे। एक तो पहली बात है कि ये जो ब्रॉड जिसकी ऑडियो सुनाई गई है, ये ब्रॉड और इसके होस्ट और इसमें जो बैठी शख्सियात हैं, मुतनाज़ शख्सियात हैं, मुतनाज़ ब्रॉड है कई हवालों से, उसकी मैं तफसील में नहीं जाना चाहता। लेकिन ख़ास तौर पे ये है कि वहाँ अकाबरीन की हुर्मत का ख्याल नहीं रखा जाता। सैयदना हज़रत अक़दस मोहम्मद रसूलुल्लाह सल्लल्लाहु अलैहि वसल्लम, सैयदना हज़रत मसीह मऊद अलैहिस्सलाम, इसी तरह खुलफ़ाए राशिदीन या खुलफ़ाए मसीह मऊद अलैहिस्सलाम, यहाँ तक जो है वो कई दफ़ा हमने देखा सुना है, वीडियोज़ ऑडियोज़ आ जाती हैं कि वहाँ एक तसलसल से एक अरसे से इन मुक़द्दस हस्तियों की बेहुरमती जब लोग कर रहे होते हैं, कोई भी वो जो भी अफराद उसमें हैं, इसमें उम्महातुल मोमिनीन भी शामिल हैं। मैं कहने लगा था कि उम्महातुल मोमिनीन भी, तो इसलिए उस पे ब्रॉड पे उसके किसी भी मौजूद शख्स की गुफ्तगू पे तो मैं नहीं समझता मैं कमेंट्स दे सकूँगा। हाँ, अलबत्ता ये है उसमें जो ये बात एक की गई है जिसमें एक हमारे अहमदी दोस्त हैं जो ये बात कर रहे हैं। एक तो वो बात वो बेज़ाहिर वो कह रहे हैं कि सारे वो बड़ी वाज़ेह है, इसलिए मेरे नज़दीक तो अभी भी वो मुबहम है, क्योंकि मैं जहाँ तक उनको मेरे इल्म में है उनका शायद ये अकीदा नहीं है, इसलिए वो अपनी बात की वजाहत इनफरादी तौर पे ख़ुद कर सकते हैं कि उनका इस बात के करने से क्या मकसद था। लेकिन मैं आपको उसूली बात कर रहा हूँ, जितने उनके अल्फाज सुने हैं उससे एक, अगर ये मुकम्मल ऑडियो है तो इससे एक तासुर गलत जाता है। और उन्होंने एक जो भी उनके मलूज़ खातर बात थी, उनके अल्फाज जो हैं और जो उससे उन्होंने माने लोगों ने अखज़ किए हैं और उन्होंने वो बैठ के सुने हैं या उससे एग्री किया है, तो ये गलत बात है। लेकिन दूसरी बात ये है असूली जो मैं करना चाहता हूँ वो ये है कि एक्स भाई देखें, कोई भी इंसान हो, वो खा अताउल मनान हो, ये कामन अहमदी भाई हों, यहाँ दूसरे दोस्त बैठे हैं, उनमें से कोई भी अहमदी हो, हमारी इनफरादी हैसियतें हमारी बात कोई अहमियत या हुज्जत नहीं रखती। बात यह है कि सैयदना मसीह मऊद अलैहिस्सलाम की अपनी बात क्या है और खुलफ़ाए मसीह मऊद अलैहिस्सलाम ने क्या बयान किया, ख़ास तौर पे अकायद के हवाले से। तो जो हज़रत मसीह मऊद अलैहिस्सलाम का इस हवाले से अकीदा है या दावा है, और जो खुलफ़ाए मसीह मऊद अलैहिस्सलाम ने बयान किया हमारे बुज़ुर्गों ने और आज तक जो चल रहा है, जो एक अहमदी का ईमान है, वो ये है कि सैयदना हज़रत अक़दस मोहम्मद रसूलुल्लाह सल्लल्लाहु अलैहि वसल्लम ख़ातमुन नबिय्यीन हैं। आप पर शरीयत मुकम्मल हो गई, आपके बाद अब क़यामत तक कोई नई शरीयत नहीं है, और कुरान करीम आखिरी और मुकम्मल शरई किताब है। लेकिन हज़रत मसीह मऊद अलैहिस्सलाम ने जो कुरान की पेशगोइयाँ हैं, जो हज़रत मोहम्मद रसूलुल्लाह सल्लल्लाहु अलैहि वसल्लम की पेशगोइयाँ हैं, उनके मुताबिक जो जिस मऊद के आने का ज़िक्र था, उन्होंने वो दावा किया है, और उसमें ये दावा शामिल है जो हज़रत मसीह मऊद अलैहिस्सलाम ने ख़ुद बयान किया है कि वो अल्लाह के नबी भी हैं, एक लिहाज से उम्मती हैं, और वो अल्लाह के नबी भी हैं, अल्लाह के रसूल भी हैं, और सैयदना रसूलुल्लाह सल्लल्लाहु अलैहि वसल्लम की इत्तबा में उनकी नबुव्वत है और उनकी रिसालत है और ज़िली तौर पर। तो ये बातें आपको भी पता है, ये सब बयान की गई। अभी किसी दोस्त ने हवाला दिया था, तो इसमें जो भी किसी किस्म की उस ज़माने में भी कोई गलत फहमी थी, वो एक गलती का अजाला जो किताब है उसमें हज़रत मसीह मऊद अलैहिस्सलाम ने उसको दूर कर दिया। तो ये कहना किसी का भी, कोई भी फ़र्द हो, उसका ये कहना ऐसे बग़ैर किसी वजाहत के कि हज़रत मसीह मऊद अलैहिस्सलाम का नबुव्वत का या रसालत का दावा नहीं है, ये बात करना गलत बात है। हज़रत मसीह मऊद अलैहिस्सलाम की तालीमात और आपके दावे और के ख़िलाफ़ बात है। ऐसा मैंने भी यही अर्ज किया था जजा भाई, एक मिनट मैं कर ला, मैं तुझे कर लेना। मैंने भी यही अर्ज किया था कि हज़रत मसीह मऊद अलैहिस्सलाम, ये जो कहते हैं ना कि वही नबूवत बंद हो गई है, इसका मतलब हज़रत मसीह मऊद अलैहिस्सलाम का वाज़े तौर पे है कि वो वही नबूवत जो शरीयत लेके आती है या मनसूख करती है,
वो वाली वही नबूवत की बात हो रही है वहाँ पे। हज़रत ईसा चूँकि शरी नबी थे, इसलिए चाहे वो शरीयत मूसवी के अंडर ही थे, लेकिन वो अपनी एक शरीयत भी रखते थे साथ, तो वो वही बंद हुई है। लेकिन अगर ये कहा जाए कि वही कुल्ली तौर पर वही नबूवत बंद हुई है, तो हज़रत मसीह मौऊद ने खुद फरमाया है कि अल्लाह ताला ने मेरा नाम नबी और रसूल रखा है, तो वो अल्लाह ताला बगैर वही की तो नहीं रख सकता ना। यहाँ अल्लाह ताला ने किसी को बताया, किसी और को वही किया, उन्होंने जाकर मसीह मौऊद को बताया नहीं, बिल्कुल अल्लाह दुरुस्त ताला ने खुद आपने वही की है। बिल्कुल आपने जज़ाकल्लाह, आपने बिल्कुल दुरुस्त बात की है। और ये जहाँ जैसा कि आपने कहा ना कि वही नबूवत का भी जिक्र किया है, चूँकि उस ज़माने में कुछ लोगों को समझ नहीं थी, कुछ लोग इल्ज़ाम लगाते थे दानिस्ता तौर पे कि हज़रत मसीह मौऊद अलैहिस्सलाम ने नाउज़ुबिल्लाह कुरान के या हज़रत सल्लल्लाहु अलैहि वसल्लम की तालीमात के ख़िलाफ़ कोई दावा किया या ऐसी नबूवत का दावा किया है जो वाकई खुदा ताला ने जिसको बंद कर दिया। तो हज़रत मसीह मौऊद अलैहिस्सलाम ने उस नबूवत, उस रिसालत और उस वही नबूवत की जहाँ इनकार किया, उसका इनकार किया। लेकिन जो वही का सिलसिला जारी है, क्योंकि हज़रत मसीह मौऊद अलैहिस्सलाम पे वही हुई है, इल्हाम हुए हैं, हुजूर ने बयान फरमाए हैं, इसी पे तो ये लोग सारा दिन इतराज़ करते रहते हैं। तो और ये वो नबूवत, वो रिसालत और वो वही हज़रत मसीह मौऊद अलैहिस्सलाम ने खुद उसका दावा किया और ख़ुद बयान की, तो इसलिए वो जारी है। तो इस बात को पूरे मजमून को समझने वाली बात है। लेकिन बहरहाल बहुत खूबसूरती दे नाल राय साहब तुसी जवाब दिता है, ते मैं ते हुण उस फरमाते हैं, हजरत मसीह मौऊद फरमाते हैं कि अब कोई ऐसी वही या ऐसा इल्हाम मिन जानबे अल्लाह नहीं हो सकता है जो कि शरीयत ਤੁਸੀਂ ਬਿਆਨ ਕਰਦੇ ਹੋ ਉਹ ਤੇ ਜਿਹੜਾ ਦੂਸਰਾ ਬੰਬਾਸਟਿਕ ਭਾਈ ਨੇ ਬਿਆਨ ਕੀਤਾ ਉਹ, ਇਹਨਾਂ ਜੋ ਇੱਕ ਮੌਕਾ ਵੀ ਸਹੀ ਹੋ ਸਕਦਾ ਹੈ ਨਾ। ਅਗਰ ਜਿਹੜੇ ਤੁਸੀਂ ਇਹ ਮੁਤਨਾਜ਼ੇ ਵੀਡੀਓ ਹੈ ਨਾ, क्या है ਜਿਹੜੀ ਮੁਤਨਾਜ਼ੇ थोड़ा सा 2 ਅਲਫਾਜ਼ ਨੇ मिनट ਉਹਦੇ ਚ, मुझे जरा एक्स भाई से मुझे थोड़ा 1 to 1 काइंडली इधर बात कर, फिर मैंने जाना है। अच्छा, जो मैंने बात की है एक्स भाई, उसमें कोई बहाम तो नहीं है, बात वाज़ेह होगी? not at all ਬਿਲਕੁਲ ਤੁਸੀਂ ਡਾਇਰੈਕਟ ਗੱਲ ਕੀਤੀ ਹੈ, ਔਰ ਜਿਸ ਤਰ੍ਹਾਂ ਤੁਸੀਂ ਕੀਤੀ ਹੈ, ਮਤਲਬ ਬਿਆਨ ਕੀਤੀ, ਉਹਦਾ ਕੋਈ ਇਫਸ ਐਂਡ ਬਟਸ ਤੁਸੀਂ ਛੱਡੇ ਨਹੀਂ। ਤੁਸੀਂ ਬਿਲਕੁਲ ਉਹਨਾਂ ਨੂੰ ਕੈਟੇਗੋਰੀਕਲੀ ਕਿਹਾ ਕਿ ਇਹ ਅੰਦਾਜ਼ ਬਿਲਕੁਲ ਠੀਕ ਨਹੀਂ, ਉਹਨਾਂ ਦੀ ਗੱਲ ਕਰਨ ਦਾ ਤਰੀਕਾ ਠੀਕ ਨਹੀਂ ਸੀ, ਬਿਲਕੁਲ ਇੱਕ ਗਲਤ ਮੈਸੇਜ ਗਿਆ, ਔਰ ਮਤਲਬ ਕੰਡੈਮ ਦਾ ਲਫ਼ਜ਼ ਨਹੀਂ ਸੀ, ਲੇਕਿਨ ਉਹ ਤੁਸੀਂ ਅਗੇਂਸਟ ਹੀ ਗੱਲ ਕੀਤੀ ਹੈ। ਬਿਲਕੁਲ ਇਹੋ ਹੀ ਜਵਾਬ ਵੀ ਹੋਣਾ चाहिए। अताउल मनान साहब, मैं वहाँ पे मौजूद था, मुझसे मैं भी बताना चाहता हूँ, मुझे अगर कोई पूछे, मैं जॉब भी की है पाकिस्तान में, अगर मुझसे कोई पूछे कि हज़रत मिर्ज़ा साहब ने नबूवत का दावा किया, मैं फ़ौरन कहूँगा नहीं, लेकिन जब उम्मती की बात आएगी तो फिर मैं आगे से गुफ्तगू करूँगा। नहीं, यही हज़रत खलीफतुल मसीह सालिस ने कौमी असम्बली में कहा था कि वो नबी थे, उन्होंने कहा नहीं, लेकिन उम्मती, जब उम्मती की बात होगी तो फिर आगे मैं चलूंगा। लेकिन अगर मुझे कोई फौरन कहे भाई होते उम्मती या गैर उम्मती, शरी या गैर शरी की गल हुई है, नहीं हुई ना, तो इस वास्ते अगर उम्मती की गल होती तो बम्बास्टर साहब ने कहना से। अगर मुझे इजाजत दे दें, जी बात ये होती है कि जब कोई खलीफा वक्त जो आप रेफरेंस दे रहे हैं ना, या ऐसी कोई बात होती है, वो हमेशा पूरी बात होती है और उसमें कोई इबहाम नहीं रखा जाता, और हर मौके की मुनासबत से, जिस तरह से जो सैयदना खलीफतुल मसीह सालिस रहमतुल्लाह तआला की बात और कौमी असम्बली का सारी बात हिस्सा हुजूर ने पूरा मजमून वहाँ पे बयान किया है। यहाँ बात हो रही है, सोशल मीडिया पे ऐसे बात कर रहे हैं ना, तो आप एक बात कह के आपसे पूछा जाए, आप वहाँ खामोश नहीं हो सकते, क्योंकि उस पे गलत मैसेज जाने का अंदेशा होता है। अगर आप नहीं भी कहेंगे ना, तो फिर आप वजाहत करेंगे कि किन मानों में मैंने नहीं कहा है। लेकिन अगर कोई बंदा देखे ना, अगर कोई आपसे ये पूछ रहा है कि यहाँ सोशल मीडिया पे क्या आप उनके दावे को क्या समझते हैं, आप उनको अल्लाह का नबी समझते हैं कि नहीं समझते, आप कह दें कि नहीं, वो बंदा इतनी बात लेके चला जाएगा, तो क्या ये बात दुरुस्त होगी? जाहिर है ये दुरुस्त नहीं होगी। आपको उसकी वजाहत करनी पड़ेगी कि देखें, आप उससे सवाल पूछ सकते हैं भी आप किन मानों में पूछ रहे हैं कि वो नबी हैं कि नहीं है। तो बस सीधी और कोले सदीद से काम लेना चाहिए, सीधी सच्ची बात करनी चाहिए। तो बाकी ये है कि ਜਿਹੜੀ ਇੱਕ ਚੀਜ਼ ਉਹ ਇੱਕ ਸਟੈਪ ਅੱਗੇ ਗਏ ਨਾ, ਕਿ ਜਿਹੜੀਆਂ ਬਰੋਡਾਂ ਇਜਰਾ ਨਬੂਵਤ ਤੇ ਵੀ ਲੱਗੀਆਂ ਨੇ, ਵੀ ਮਤਲਬ ਇੱਕ ਤਰ੍ਹਾਂ ਦਾ ਡਰਾਮਾ ਹੀ ਹੈ, ਤੇ ਉਹ ਇਹ ਸਿਰਫ ਉਹਨਾਂ ਆਂਦੇ ਨੇ ਕਿ ਇਜਰਾ ਨਬੂਵਤ ਤੁਸੀਂ ਕਿਉਂ ਕਰਦੇ ਹੋ, ਬਿਲਕੁਲ ਐਸਾ ਤਾਂ ਕੋਈ ਦਾਵਾ ਹੀ ਨਹੀਂ ਹੈ। ਉਹ ਆਂਦੇ ਨੇ ਫਿਰ ਜਦੋਂ ਸਾਡੇ ਕੋਲ ਆਏਗਾ ਤੇ ਲਾਇਆ ਕਿ ਅਟਰੈਕਸ਼ਨ, ਮਤਲਬ ਇੱਕ ਮਫਹੂਮਨ ਕਿ ਅਟਰੈਕਸ਼ਨ ਆ ਜਾਏ ਤਾਂ ਇੱਥੇ ਆ ਕੇ ਬਾਕੀ ਫਿਰ ਅਗਲੀ ਗੱਲ ਅਸੀਂ ਬਾਤ ਦੱਸਾਂਗੇ। ਯਾਨੀ ਕਿ ਉਹ ਡਾਇਰੈਕਟ ਹਿੱਟ ਕਰਦੇ ਨੇ ਵੀ ਅਗਰ ਕੋਈ ਵੀ ਬੰਦਾ ਆਪਣੀ ਸਹੀ ਸੈਂਸਸ ਦੇ ਵਿੱਚ ਆਪਣੇ ਆਪ ਨੂੰ ਆਖੇ ਕਿ ਮੈਂ ਆਪਣੇ ਆਪ ਨਾਲ ਸੱਚ ਬੋਲਣਾ, ਉਹ ਇਹ ਆਡੀਓ ਸੁਣੇ
ਤੇ ਉਸ ਤੋਂ ਬਾਅਦ ਇਹ ਆਖੇ ਉਹਦਾ ਇਫਸ ਐਂਡ ਬਟਸ ਮੈਨੂੰ ਦੱਸੇ, ਤੇ ਮੇਰੇ ਖਿਆਲ ਨਾਲ ਮੈਂ ਤੇ ਉਹਦੀ ਇੰਟੈਗ੍ਰਿਟੀ ਤੇ शक करा। अच्छा नहीं, उसमें नए सिचुएशन के हिसाब से बात करनी चाहिए। ये नहीं होता कि फौरन एक दूसरे को। भाईजान मनान साहब प्लीज मुझे बात करने दें थोड़ी सी, रुक जाएं काइंडली। मैं उनसे मैंने फिर आप बाद में जरूर बात करते रहिएगा। अपना एक्स भाई, मैं आपसे सिर्फ ये कहना चाहता हूँ कि देखिए, मैंने जैसे पहले अर्ज की है ना, मैं आपको पता ही है मेरी नेचर का कि मैं पर्सनली जो लोगों के पर्सनल कमेंट्स होते हैं उस पर ज़्यादा नहीं, और ख़ास तौर पे उस ब्राड का या उसमें बैठे आम तौर पे जो लोग होते हैं जो उनकी गुफ्तगू होती है, तो मैं उसको कंट्रोवर्शियल ब्राड समझता हूँ। उसमें कोई दीन की या इस्लाम की ऐसी खिदमत नहीं हो रही। तो मेरी ये इस पे पर्सनल राय है, लोग इससे इत्तेफाक या इख्तलाफ कर सकते हैं। लेकिन मैंने आपको, चूंकि वहाँ एक अगर बात की गई है, तो वो जो हमारे अहमदी भाई हैं, मैंने जैसे कि पहले कहा कि वो अपनी बात की खुद वजाहत कर सकते हैं, लेकिन जितनी बात मैंने सुनी है उस पर मैंने अपना एक जनरल कमेंट दे दिया। बाकी आप एक पास आखिरी बात जो आप ये कह रहे थे कि जो वो ग्रुप ऐसा बन रहा है या वो पावर है, मेरा नहीं ख्याल। हमारी जमात में कोई ऐसी ग्रुपिंग या वो ऐसा नहीं है। आप ये कह सकते हैं कि हो सकता है कि 1 2 3 4 लोग ऐसे हों जो एक खास नुक्ता नज़र रखते हों, लेकिन वो उनका वो बयान करना उसकी उस हद तक है कि उनकी राय है। तो उनकी राय ऐसी है जैसे मेरी राय या किसी भी अहमदी की राय हो सकती है, कि जैसे मैंने पहले अर्ज किया, ये बात वाज़ेह होनी चाहिए कि ये कोई ऑफिशियल राय नहीं है और ना ही इससे किसी का इत्तफाक करना ज़रूरी है। हमारी बात वो होती है जो खलीफतुल मसीह की तरफ से आती है, क्योंकि हज़रत मसीह अलैहिस्सलाम के दावे या हमारी तालीमात जो भी हैं, उनकी जो तर्जुमानी है वो खलीफतुल मसीह अय्यदुल्लाह ताला बिन नस्रिल अज़ीज़ करते हैं। तो इसलिए हमारी जो जमात है, जिसको जो खिलाफत पर ईमान रखती है, वो सिर्फ एक शख्स है जो किसी बात पे हतमी राय दे सकता है, उसका फैसला कर सकता है, और पूरी दुनिया के अहमदी उसी के इशारे पे उठते और बैठते हैं और उसी की बात के पीछे चलते हैं, और वो खलीफतुल मसीह हैं। और इस वक्त जमात अहमदिया के सरबराह हैं हज़रत मिर्ज़ा मसरूर अहमद अय्यदुल्लाह ताला बिन नस्रिल अज़ीज़, तो वो हैं, उनकी बात है। और ये चूँकि एक बड़ा बुनियादी अकीदा है, तो इसलिए इस बारे में भी हुज़ूर अनवर ने तकारीर में जिक्र किया हुआ है। तो अब चूँकि एक इत्तफाकन अचानक ये बात सामने आई, तो एक गलती का ज़ाला तो सबको पता है कि उसमें हज़रत मसीह अलैहिस्सलाम ने वज़ाहत की है। हुज़ूर अनवर से ये सवालात चूँकि उठते रहते हैं, होते हैं, गैर अहमदियों की तरफ से होते हैं। बाज़ दफ़ा पिछले दिनों एक मजलिस में किसी अहमदी बच्चे या बच्ची ने भी किया था, तो हुज़ूर अनवर ने भी इसके जवाबात दे रखे हैं। तो वो किसी वक्त वो भी अगर आप मौका मिला तो आपके सामने मैं पेश कर दूंगा। तो उसमें बस क्लियर ये बात है कि ये कहना कि हज़रत मसीह अलैहिस्सलाम का किसी भी किस्म की नबूवत का दावा नहीं है, ये दुरुस्त नहीं है। हज़रत मसीह अलैहिस्सलाम का जो है वो एक लिहाज से उम्मती और एक लिहाज से नबी और रसूल ज़िल्ली तौर पे होने का दावा मौजूद है, और यही हमारा ईमान है। चलें जी, बहुत शुक्रिया राय साहब, दैट्स इट। मैं भी बिजी होने लगा ਹੁਣ। ਬਹੁਤ ਸ਼ੁਕਰੀਆ, ਬੜੇ ਅੱਛੇ ਤਰੀਕੇ ਨਾਲ ਹਮੇਸ਼ਾ ਦੀ ਤਰ੍ਹਾਂ ਤੁਸੀਂ ਐਕਸਪਲੇਨ ਕੀਤੀ ਇਹ ਗੱਲ, ਤੇ ਉਹ ਜਿਹੜਾ ਮੇਰਾ ਪੁਆਇੰਟਸ ਵੀ ਐਕਚੁਅਲੀ ਪ੍ਰੂਵ ਤੁਸੀਂ ਕੀਤਾ ਕਿ ਇਹ ਜਿਹੜੀ ਅਲਫਾਜ਼ ਨੇ ਮੁਤਨਾਜ਼ਿਰ ਸਨ, ਇਸ ਤਰ੍ਹਾਂ ਦੀ ਤਰੀਕਾ ਗਲਤ ਸੀ। ਅਗਰ ਤੁਸੀਂ ਉਹ ਵਜ਼ਾਹਤਾਂ ਦੇ ਦੇਣੀਆਂ ਵੀ ਸਨ ਉਸ ਆਡੀਓ ਦੇ ਵਿੱਚ ਦੇਣੀਆਂ ਚਾਹੀਦੀਆਂ ਸਨ। ਇਹ ਇਸ ਤਰ੍ਹਾਂ ਅਗਰ ਕੋਈ ਵੀ ਸੁਣੇਗਾ ਨਾ तो वो ही तासर लेगा जेड़ा मैं लिया या जेड़ा बहुत ज्यादा आपका कंसर्न ठीक है, ठीक कह रहे हैं। चलिए जी, इजाजत, ठीक है फिर जी, बहुत शुक्रिया, थैंक यू सो मच तशरीफ लाने का। तो हम वैसे आप नीचे नजर आ गए, आप तशरीफ ले आए, क्योंकि हम चाह रहे थे कोई आगे ना एक्स भाई 4 दिन से हमारे पीछे पड़े हुए इसी बात के कि ये क्या मसला है। तो मैंने तो चले आज ब्राड इसीलिए लगाई थी कि ये मसले का हल हो जाए, तो अल्लाह के फजल से आपने बता दिया, बहुत शुक्रिया। जज़ाकुमुल्लाह, अस्सलाम वालेकुम। वालेकुम सलाम रहमतुल्लाह। जी कॉमन अहमदी भाई करो गल, मूसा भाई आ गए ने माशाल्लाह। जी जी कर लो। जज़ाकुमुल्लाह। जो मैं पढ़ रहा था वो मैं आगे पढ़कर सुना दूंगा, उससे फिर सही तरह मैंने जो है वो निकल जाएंगे। फरमाते आप भी मैं ज़ाहिर करता हूँ कि ये इल्ज़ाम जो मेरे ज़िम्मे लगाया जाता है, गोया कि मैं ऐसी नबूवत का दावा करता हूँ जिससे मुझे इस्लाम से कुछ तल्लुक़ बाकी नहीं रहता, जिसके ये मैंने है कि मैं मुस्तकिल तौर पर अपने तई ऐसा नबी समझता हूँ कि कुरान शरीफ की पैरवी की कुछ हाजत नहीं रखता, और अपना अलहदा कलमा और अलहदा किबला बनाता हूँ, और शरीयत इस्लाम को मनसूख की तरह इकरार देता हूँ, और हज़रत सल्लल्लाहु अलैहि वसल्लम की इक़्तिदार और मुताबियत से बाहर जाता हूँ। ये इल्ज़ाम जो इल्ज़ाम लगाया जाता है वो उसके बारे में ये इल्ज़ाम सही नहीं, बल्कि ऐसा दावा नबूवत का मेरे नज़दीक कुफ्र है, और ना आज
से बल्कि अपनी हर एक किताब में हमेशा मैं यही लिखता आया हूँ कि इस किस्म की नबूवत का मुझे कोई दावा नहीं, ये सरासर मेरे पर तोहमत है, और जिस बिना पर मैं अपने ताई नबी कहलाता हूँ वो सिर्फ इस कदर है कि मैं खुदा ताला की हम कलामी से मुशर्रफ हूँ और वो मेरे साथ बकसरत बोलता और कलाम करता है, मेरी बातों का जवाब देता है और बहुत सी गैब की बातें मेरे पर ज़हर करता है, और आइंदा ज़मानों के राज मेरे ऊपर खोलता है कि जब तक इंसान को इसके साथ खसूसियत का कुर्ब ना हो दूसरे पर वो इसरार नहीं खोलता। इन्हीं अमूर की बकसरत की वजह से इसने मेरा नाम नबी रखा है, सो मैं खुदा के हुक्म के मुवाफिक नबी हूँ। अगर मैं इससे इनकार करूँ तो मेरा गुनाह होगा। जिस हालत में मेरा खुदा मेरा नाम नबी रखता है तो मैं क्यों कर इनकार कर सकता हूँ। मैं इस पर कायम हूँ इस वक्त तक। तो फिर अगों पड़े हो गल ये है कि जो कल और तो तासर ये गया है कि उन्होंने किसी किस्म का नबूवत का दावा नहीं तो उन्होंने तुसी कितना एग्री होए जी इस गल नहीं कोई किस्म मतलब किसी किस्म की मतलब किसी किस्म मतलब नबूवत का दावा तो है ना उम्मती नबी उम्मत एक लिहाज से उम्मती एक लिहाज से मैं नहीं सुन पाया, शायद हो सकता है मैं मुझसे गलती होगी। किसी किस्म का नबूवत का दावा जो है मेरा ख्याल है उस आइडियो में कोई ऐसा लफ्ज नहीं है, अगर ऐसा लफ्ज है तो गलत है। एक्स भाई दसो है कि नहीं कोई ऐसा लफ्ज लफ्ज है उन्होंने क्या बकुल्ली उन्होंने फरमाया बिल्कुल है। हाँ बकुल्ली का है ना, वो तो वही के बारे में बताया है ना, बकुल्ली वही बंदा है। प्यारे भाई बकुल्ली का मतलब है कि किसी किस्म की नबूवत। जजा साहब है पूरे अल्फाज जो है ना वो सही तरह सुन लिया करो। बकुल्ली यही मतलब है कि किसी किस्म की बकुल्ली किसी किस्म के तो मोहम्मद रसूलुल्लाह सल्लल्लाहु अलैहि वसल्लम की नबूवत तो जारी है ना, ये बता रहे हैं वो वहाँ। मगर मैं इन मैनों में नबी हूँ, गोया कि मैं इस्लाम से अपने ताई अलग करता हूँ। एक मिनट कहाँ से मैं पढ़ रहा था, ये मेरा नाम जिस हालत में खुदा मेरा नाम नबी रखता है तो मैं क्यों कर इनकार कर सकता हूँ। मैं इस पर कायम हूँ इस वक्त तक कि जो इस दुनिया से गुजर जाऊँ, मगर मैं इन मैनों से नबी नहीं हूँ कि गोया मैं इस्लाम से अपने ताई अलग करता हूँ या इस्लाम का कोई हुक्म मनसूख करता हूँ। मेरी गर्दन इस जुए के नीचे है जो कुरान शरीफ ने पेश किया है, और किसी को मजाल नहीं कि एक नुक्ता या एक शोशा कुरान शरीफ का मनसूख कर सके। सो मैं सिर्फ इस वजह से नबी कहलाता हूँ कि अरबी और इब्रानी ज़बान में नबी के ये मानी है कि खुदा से इल्हाम या बकसरत पेशगोई करने वाला, और बकसरत के ये मानी तहकीक नहीं हो सकते, जैसा कि सिर्फ एक पैसे से कोई मालदार नहीं कहला सकता। सो खुदा ने मुझे अपने कलाम के ज़रिए बकसरत इल्म गैब अता फरमाए हैं। हज़ार हा निशान मेरे हाथ पर ज़हर किए हैं और कर रहा है। मैं खुद सताई से नहीं बल्कि मगर खुदा के फजल और इसके वादे की बना पर कहता हूँ कि अगर तमाम दुनिया एक तरफ हो और एक तरफ सिर्फ मैं खड़ा हो जाऊं तो कोई ऐसा अमर पेश किया जाए जिससे खुदा के बंदे आजमाए जाते हों, तो मुझे इस मुकाबले में खुदा गालिब करेगा। हर एक पहलू के मुकाबले में खुदा मेरे साथ होगा और हर एक मैदान में वो मुझे फतह देगा। बस इसी बना पर खुदा ने मेरा नाम नबी और रसूल रखा है। इस ज़माना में बकसरत मुकालमा मुखातबा इलाहिया और बकसरत इतला बर अलूम गैब सिर्फ मुझे अता की गई है, और जिस हालत में आम तौर पर लोगों को ख्वाबें भी आ जाती हैं। ये अगली और बात बता रहे हैं कि और भी लोगों को इस तरह की हो जाती हैं, लेकिन एक प्याली में और समंदर में फ़र्क होता है। तो ये सारी बात जो है उन्होंने अपनी बताई है। जिस लिहाज से ये जो उलमा हैं कि उनको नबी कहते हैं, उनके ऊपर इल्ज़ाम लगाते हैं, इस तरह का दावा उनको कोई नहीं है। जजा साहब वो हेलो, हाँ जी आ रही है आवाज मेरी? मसला ये है कि जो तासर उसके साथ गया है ना, यही तासर खत्म किया है। एक गलती का अजाला में जमसीमा उन्होंने यही बोला है कि किसी मेरे मरीज से पूछा गया और उसने महज ना में इनकार किया, तो महज ना में इनकार नहीं कर सकते। यही बात वो मिस्टर एक्स कर रहा है।
ایک مسٹر ایکس نے یہی بات کی ہے کہ اگر یہ تاثر اس طرح کا جا رہا ہے، کیونکہ وہ دیکھیں تاثر اس طرح کا گیا ہے نا، اسی وجہ سے کسی نے ویڈیو چڑھائی ہوئی ہے، وہ ویڈیو جو ہے نا کاپی کر کے یہ چڑھائی ہے کہ اس کا تاثر غلط گیا ہے، تو یہ بات کر رہے ہیں وہ۔ تو کسی بھی قسم کا دیکھیں، آپ بھی تو ان کو اس کے لیے نا امتی اور نبی اس مانتے کے ہیں لیے نا، یہ بات ہے میں بس۔ نے تو فیصلہ نہیں کیا، میں نے تو فتوے کے لیے نہیں کچھ کہا۔ ہاں یہ میں کہتا ہوں کہ بندہ زندہ جاگتا ہمارے سامنے ہے، اس بندے کو بلائیں تو پھر وہ خود بتائے گا کہ اس نے کیا بات کی ہے اور کیا وہ اس کی تشریح کرتا ہے۔ مجھے ایسا لگا ہے کہ جتنا اس سے سوال پوچھا گیا اتنا اس نے جواب دیا ہے، باقی جو بات جو ہے اس کو تفصیلاً ظاہر کرنا چاہیے تھا، اگر وہ نہیں کی تو وہ غلطی رہ گئی۔ ججا بھائی ਸਾਡੇ 'ਚ ਕੋਈ ਹਿੰਮਤ ਨਹੀਂ ਹੈਗੀ ਅਸੀਂ ਆਪਣੇ ਭਰਾਵਾਂ ਨਾਲ ਲੜੀਏ, ਕੋਈ ਹਿੰਮਤ ਨਹੀਂ ਹੈਗੀ ਸਾਡੇ ਨਾਲ। ਬਿਲਕੁਲ ਨਹੀਂ, ਬਿਲਕੁਲ ਨਹੀਂ। ਬਸ ਇਹ ਗੱਲ ਅਗਰ ਜ਼ਿਹਨ 'ਚ ਬਿਠਾ ਲਓ ਤਾਂ ਦੈਟਸ ਇਟ, ਜੌਬ ਡਨ। ਮੈਂ ਕਹਿਣਾ ਕਿ ਫਤਵਾ ਲਾਣਾ ਜਲਦੀ ਫਤਵੇ ਦੇ ਵਿੱਚ ਜਲਦ ਨਹੀਂ ਕਰਨੀ ਚਾਹੀਦੀ, ਜਲਦਬਾਜ਼ੀ ਦੇ ਵਿੱਚ। ਇਸ ਤੋਂ ਕਦਮ ਪਿੱਛੇ ਰੱਖਿਆ ਕਿ ਬਈ ਉਹ ਬੰਦਾ ਮੌਜੂਦ ਹੈ, ਖੁਦ ਆ ਕੇ ਦੱਸ ਸਕਦਾ ਉਹਦਾ ਕੀ ਮਤਲਬ ਹੈ, ਕੀ ਉਹਨੇ ਕਿਹਾ ਹੈ। بہرحال وہ بندہ حضرت مسیح موعود علیہ السلام ਨੂੰ نبی ਮੰਨਦਾ ہے جس طرح کہ حضرت مسیح موعود علیہ السلام نے فرمایا۔ جس طرح نہیں فرمایا اس لحاظ ਦੇ ਨਾਲ ਤੁਸੀਂ ਵੀ ਨਹੀਂ ਮੰਨਦੇ، میں بھی نہیں مانتا، وہ بھی نہیں مانتا۔ جزاکم اللہ۔ میں نے آپ لوگوں کی جتنی باتیں سنی ہیں نا، مجھے اس سے یہ لگا ہے کہ یہ جو بمباسٹک بھائی ہیں نا، انہوں نے کسی کو خوش کرنے کے لیے یہ بیان دے دیا ہے، اور وہ محترم جب انہوں نے یہ بیان دیا ہے نا، وہ محترم بھی بڑے خوش ہوئے ہیں، اور انہوں نے کہا دیکھو گل تو ساری سامنے رکھ دیتی ہے، کھل کے کر دیتی ہے، نکھیرا کر دیتا ہے۔ تو یہ بمباسٹک بھائی اب پھر بیزی ہو گئے ہیں، کہاں پہ؟ اگر وہ یہاں پہ آ کے کریں بات تو ان سے یہ سوالات جوابات ہو سکتے ہیں بمباسٹک بھائی سے۔ جی جی ان سے بات کریں، لیکن وہ ابھی آئے تھے نا، ان سے نام ہی نکل گیا، وہ بھی اس وقت موجود تھے بمبیسر صاحب کے ہوتے ہوئے۔ تو انہوں نے جو کہا ہے وہ یہی ہے کہ جب ہم سے یہ پوچھا جاتا ہے کہ وہ نبی ان کو مانتے نہیں تو ہم نہیں کہہ دیتے ہیں، اگر ہم سے پوچھا جائے کہ امتی نبی مانتے ہیں تو پھر ہاں کہتے ہیں۔ تو میرا خیال یہی جواب وہ دیں گے بمبیسر صاحب بھی، وہ امتی نبی مانتے ہیں انہیں، لیکن ویسے بات یہ صحیح ہے جو راجہ صاحب نے آگے کہا ہے کہ جواب پورا دینا چاہیے ہمیں، کہ ہم ان کو کوئی پوچھے کہ نبی مانتے تو ہم کہیں نہیں، امتی نبی مانتے ہیں، یہ پورا جواب دینا چاہیے، ورنہ پھر کنفیوژن ہو جاتی ہے۔ تو بڑی اچھی گل ٹوتھ سیکر صاحب تسی کیتی ہے۔ وہ جیڑا جواب باسک صاحب دے رہے سن نا، وہ یہ ظاہر کرتے ہیں کہ باقی سارے جڑے تسی ہو نا اس چیز نو پریچ کردے، وہی سمجھتے جڑے احمد نذیر صاحب نے سانو سارے نو آکھیا سی، ٹھیک ہے؟ وہی تانوں سمجھدا ہونا کہ سارے جڑے پراڈا لا کے بیٹھے نے جرائے نبوت یہ سارے وہی نے۔ تے میں انہوں نے جا کے آکھیا بھی کہ بند کرو، تے انہاں پھر اگوں آکھیا کہ یہ اک نکی جی لائی ہے تے یہ آ کوئی گل کرے گا تے اگوں اسی گل ہور دس دیاں گے جڑی دسنی۔ یہ الفاظ تسی سنے نا، یہ مفہوم نے اس طرح دے۔ ہاں مطلب یہ اس کہ واسطے ویکھو نا، سارے تسی بڑے فیئر انسان ہو ٹروتھ سیکر صاحب، تسی اچھی گل کیتی ہے کہ گل کرو تے پوری کرو۔ جیڑی گل سیفی صاحب نے کیتی ہے وہ بھی کریڈٹ لیندے نے، وہ ٹھیک ہے، وہ بھی گل کسی حد تک کیتے نے۔ سم ٹائمز شاید کسی نے خوش کرن واسطے یا کسی جگہ تے یا کسی صحبت دا اثر ہو جاندا نا، اس واسطے تے میرے خیال نال اسی ڈائریکشن وچ گل جانی۔ حالات بھی ہوتے طاہر ہیں امجد صاحب دی گل ہے نا، جیڑی طاہر امجد صاحب دی گل ہے، انہاں نوں ایتھے ہن بلا لو تے قیامت دی 9 تاریخ تک انہاں کو پوچھ لو، سیدھا جواب تانوں نہیں دین گے۔ اسی طرح ہی جیڑی گل ہے وہ باسک صاحب ہی اگر اپنے الفاظ تو بیک آؤٹ کر جاندے نے تو پھر ایک علیحدہ گل ہے، لیکن جیڑی جگہ جیڑے الفاظ استعمال کر چکے نے نا، او دا جیڑا مفہوم ہے یا جوڑا او دے معنی اگے جا کے وہ بدلن گے تو پھر انہاں دا انج بھی توا لگ جانا کہ کل تسی ہور آندے ہو، اج ہور آندے ہو۔ ہاں جی، اور جہاں تک طاہر امجد صاحب کی بات ہے نا، میں نے جہاں تک انہیں سنا ہے، وہ یہ تو کہتے ہیں کہ ذیلی نبی اور بروزی نبی، لیکن کہتے ہیں جی امتی نبی کے الفاظ نہیں وہ کہتے کہ جی انہوں نے حضرت مسیح موعود علیہ السلام نے یوز نہیں کیے، حالانکہ حضرت مسیح موعود علیہ السلام نے جب یہ کہا ہے کہ میں امتی بھی اور نبی بھی، تو یہی مطلب ہے امتی نبی کا۔ تو اب ایگزیکٹ الفاظ کی تو ہم نہیں فالو کرنا نا، اگر الفاظ کی بات کرنی ہے تو انہوں نے اپنے آپ کو، میں نے یہ بھی نہیں دیکھا کہ انہوں نے اپنے آپ کو ایگزیکٹلی کہا ہو کہ بروزی نبی، انہوں نے کہا ہے بروزی طور پہ نبی،
जिसका मतलब यही है कि वो एक नबी के फॉलोअर के होने की हैसियत से, उनकी इताअत में होने की वजह से उनको नबूवत का ਮੈਂ अल्लाह ਨਾ ताला ने ਅੱਗੇ मुकाम ਸਾਨੂੰ दिया। ਅੱਜ ਦੀ ਗੱਲ 'ਚ ਬੜੇ ਚੱਕਰ ਆ ਗਏ ਨੇ, ਤੁਸੀਂ ਹੋਰ ਚੱਕਰਾਂ 'ਚ ਨਾ ਪਾਓ। ਅੱਗੇ ਮੈਂ 3-4 ਜਿਹੜੀਆਂ ਸਵਾਰੀਆਂ ਛੱਡੀਆਂ ਨੇ ਇਸੇ ਚੱਕਰ 'ਚ। हाँ जी, नहीं वो मैं ताहिर हमजा साहब का कह रहा था कि वो कहते हैं कि बस ये अल्फाज नहीं आए तो ਉਹ इसलिए ਮੇਰੇ नहीं। ਖਿਆਲ ਨਾਲ ਤੁਹਾਨੂੰ तो ਪਹਿਲਾਂ ਆਪਣੇ ਤਖਲਾਫਾਤ ਜਿਹੜੇ ਨੇ ਨਾ ਉਹਨਾਂ ਨੂੰ ਵੀ ਕਰਨਾ ਚਾਹੀਦਾ, ਰਾਦਰ ਦੈਨ ਕਿਸੇ नहीं, हमारे देखें जो तकरीबन कोई खिलाफ नहीं है। 99 ऐसे किसी बात को 99% पकड़ अहमदी कर जो है ना। उछालना और उछल कर कूदना है, उसके ऊपर अच्छी बात नहीं। मैं नहीं समझता इसको अच्छी बात है। हाँ जी, अपने लेकिन जजा जजा गलती हुई है, जजा साहब एक बात बनाएं और उससे पूछें जी, सिर्फ एक बात कहने दें कि 99% जो अहमदी है ना, 99.99% वो सारे उनको हज़रत मसीह मौऊद अलैहिस्सलाम को उम्मती नबी मानते हैं। ये बहुत कम ही हैं, शाज़ व नादिर ही हैं जो कहते हैं, जो थोड़ा सा फर्क व्यू रखें। ना एक और बात भी हो सकती है, बयान करने में भी गलती लग जाती है बंदे को। हर बंदा एक तरीके से बयान नहीं कर सकता, तो उन्होंने हो सकता है बयान वही किया हो लेकिन वो उस तरीके से बयान ना कर सके हो जिस तरह वो करना चाहते हैं। ठीक है, लाओ लाओ पंचर होने ठीक है। नहीं पॉसिबल है, ये कोई ऐसी बात नहीं है। ਨਹੀਂ ਰਾਣਾ ਭਾਈ ਮੈਂ ਬਾਤ ਇੰਨਾ ਇਹ ਹੈ ਹੈਰਾਨ ਹੋਇਆ ਉੱਥੇ ਗਜਨੀ ਭਾਈ ਇਹਨਾਂ ਦੀ ਗੱਲ ਸੁਣ ਕੇ, ਮੈਂ ਕਿਹਾ ਇਸ ਤੋਂ ਬਾਅਦ ਇਹੋ ਹੀ ਗੱਲ ਕਰਨਗੇ ਕਿ ਇਸ ਮਾਣਿਆਂ ਦੇ ਨਾਲ ਉਹ ਯਕੀਨ ਕਰੋ ਉਸ नहीं time ਤੇ, और उस तो राणा बाद भाई गलती और हुई राणा है। भाई उस पासे गल ही नहीं की। अच्छा राणा भाई वॉइस ऑफ पीस को भी भाई को भी मौका दे। वालेकुम सलाम। मुझे जो इसमें सबसे ज्यादा शिद्दत नजर आई है ना, जो उन्होंने बाकी ब्लॉग्स को अटैक किया ना, ये उन्होंने काम गलत किया मुझे लगता है जी। जाए उनको भी लेटर भेजे। वॉइस ऑफ पीस भाई करें बात। अस्सलाम वालेकुम। रहमतुल्लाह। ये जो ये बात बता रहे हैं जिन साहब की, उनका तो ज़िंदगी का मकसद जो है ना वो खाना खाने के अलावा रद्द कादियानियत है, तो उनसे मुझे कोई गर्ज नहीं है। बाकी ये है कि नबी कहना इसमें कतन कोई हर्ज नहीं है। हाँ, जब कोई पूछता है कि किस किस्म की नबूवत है तो फिर उसकी तफसील में हम बताते, ये तफसीलात हैं सारी कि वो किस किस्म की नबूवत है, ज़िली नबूवत है, बरूज़ी नबूवत है, गैर की नबूवत है, उम्मती नबी हैं, ये सारी उसकी तफसीलात हैं। तो जो इंसान डिपेंड करता है कि आप बात कैसे कर रहे हैं। अगर तो आपने उसको मज़ीद खोल के बयान करना है तो ज़ाहिर है वो उम्मती नबी हैं, लेकिन जब आप नबी कहते हैं तो उसमें कोई गलती नहीं है। हाँ, जब कोई पूछता है कि वो किस किस्म के नबी हैं, रसूल करीम सल्लल्लाहु अलैहि वसल्लम तो खातमुन नबीन हैं और कुरान करीम कामिल किताब है, तो फिर हमें बताना पड़ता है कि वो इस किस्म के नबी नहीं हैं कि जो शरीयत लेकर आए हैं, वो उम्मती नबी हैं। तो नबी तो बहरहाल वो है। ਐਸਾ ਪੀ ਸਾਹਿਬ ਬੜੀ ਅੱਛੀ ਤੁਸੀਂ ਗੱਲ ਕੀਤੀ ਹੈ। ਇਹੋ ਹੀ ਮਸਲਾ ਹੁੰਦਾ ਹੈ ਜਦੋਂ ਸਿਆਕੋ ਸਬਾਕ ਦਾ ਨਾ ਪਤਾ ਹੋਵੇ ਤੇ ਅਚਾਨਕ ਬੰਦਾ ਗੱਲ ਸ਼ੁਰੂ ਕਰੇ, ਉਹ ਮੇਰੇ ਖਿਆਲ ਨਾਲ ਫਿਰ ਸਹੀ ਤਰ੍ਹਾਂ ਉਹਨੂੰ ਬਿਆਨ ਨਹੀਂ ਕਰ ਸਕਦਾ ਨਾ। ਇੱਥੇ ਟੋਟਲੀ ਇੱਕ ਡਿਫਰੈਂਟ ਗੱਲ ਹੋ ਰਹੀ ਹੈ। ਬੇਸ਼ੱਕ ਇਸੇ ਤਰ੍ਹਾਂ ਦੇ ਜਿਹੜੇ ਤੁਸੀਂ ਜਵਾਬ ਦਿੱਤਾ, ਇਹੋ ਹੀ ਸਾਨੂੰ 5-7-10 ਬੰਦੇ ਹੋਰ ਵੀ ਜਵਾਬ ਦੇ ਚੁੱਕੇ ਨੇ, ਲੇਕਿਨ ਅਗਰ ਤੁਸੀਂ ਦੋਸਤਾਂ ਨੂੰ ਪੁੱਛੋ ਨਾ ਗੱਲ ਹੈ ਕੀ ਬੇਸਿਕਲੀ, ਉਹ ਮੇਰੇ ਖਿਆਲ ਨਾਲ ਤੁਸੀਂ ਬਿਹਤਰ ਤਰੀਕੇ ਨਾਲ ਫਿਰ ਐਕਸਪਲੇਨ ਕਰ ਸਕੋਗੇ ਸਾਰੇ। ਮੇਰੇ ਹਾਲ ਜਿਹੜਾ ਮੈਂ ਨਾਂ ਲਿਆ ਨਾ, ਨਾਂ ਲਿਆ ਬਗੈਰ ਜਿਹੜੀ ਮੈਂ ਗੱਲ ਕੀਤੀ ਹੈ ਨਾ, ਉਹ ਲੱਗਦਾ ਤੁਹਾਡੇ ਕੋਈ ਬੜੇ ਹੀ ਕਰੀਬੀ ਜਿਹਦੇ ਨਾਲ ਤੁਹਾਨੂੰ ਦੁੱਖ ਲੱਗ ਗਿਆ ਵਾ। ਮੈਂ ਅੱਜ ਗੱਲ ਵੈਸੇ ਕਰਦਾ ਸਾਂ ਪਿਆ, ਔਰ ਮੈਂ ਤੁਹਾਡੀ ਗੱਲ ਸੁਣ ਕੇ ਉਹਨੂੰ ਜਵਾਬ, ਤੁਹਾਡੀ ਗੱਲ ਮੈਂ ਸੁਣੀ ਹੈ ਔਰ ਮੈਂ ਦੁਹਰਾ ਸਕਣਾ ਹਰਫ ਹਰਫ। ਇਹ ਤੁਸੀਂ ਕਿਸ ਤਰ੍ਹਾਂ ਦਿੱਤਾ ਕਿ ਮੈਂ ਗੱਲ ਸੁਣੇ ਬਗੈਰ ਕਰ ਦਿੱਤੀ ਹੈ? ਕਮਾਲ ਹੋ ਗਿਆ। ਤੁਸੀਂ ਨੇ ਆਖਿਆ ਨਹੀਂ, ਮੈਂ ਤੁਹਾਡੀ ਗੱਲ ਕਰ ਜਿਹੜੀ ਤੁਸੀਂ ਕੀਤੀ ਹੈ ਨਾ, ਤੁਸੀਂ ਇਹ ਪਿਆ ਦਿਓ ਕਿ ਨਾਂ ਲੈ ਕੇ ਉਹਨਾਂ ਦਾ ਕਿ ਉਹ ਆਦਨ ਕਿ ਇਹਨਾਂ ਨੇ ਨਾਂ ਰੱਖਿਆ ਹੈ ਬਰਾਡਾਂ ਤੇ ਕਿ ਨਬੂਵਤ ਜਾਰੀ ਹੈ, ਤੇ ਜਿਲੇ ਕੜਕੀ ਲਾਈ ਹੈ, ਜਿਲੇ ਜਾਓ ਉੱਪਰ ਤੇ ਉਹ ਫਿਰ ਤਵੀਲਾਂ ਕਰਨਾ ਪਿਆ ਹੁੰਦਾ ਜੀ ਇਸ ਕਿਸਮ ਦੀ ਜਾਰੀ ਹੈ, ਇਸ ਕਿਸਮ ਦੀ ਜਾਰੀ ਹੈ। ਇਸ ਕਿਹਨੇ ਆਖਿਆ ਵਾਲਾ? ਇਹ ਜਿਹਦਾ ਨਾਂ ਲਿਆ, ਜਿਹਦਾ ਨਾਂ ਤੁਸੀਂ ਲਿਆ, ਕਿਹਨਾਂ ਨਾਂ ਲਿਆ ਦੱਸੋ ਹਮਰਾ? ਅਹਿਮਦ ਨਜ਼ੀਰ। नहीं नहीं बस पीस ऑफ वाइस भाई नहीं करो गल जी। आमिर साहब का नाम सुन लिया मिस्टर एक्स साहब? नहीं, वो ना जो रिकॉर्डिंग है ना वॉइस ऑफ पीस भाई, वो बम्बास्टिक भाई है, की है। उसका हम इकरार करते हैं। जिससे इनकार है उससे बिल्कुल इनकार है। इन चीज़ों को बस निखेरना जो है वो ज़रूरी है कि आप उसको चीज़ को जो है वो वजाहत से जो अगले के सामने रखें। लेकिन हमारा जो मुखालिफ है वो ऐसा ना मुराद है, वो कहता है बस मैं हाँ या ना में जवाब देना लेना चाहता हूँ। बाकी ये मसला है जज साहब, बात सुने, बाकी ये बात है कि जो जवाब ब्राड से मिलता है उसके ऊपर नुक्ताचीनी करते हैं। तो भाई जहाँ पर भी खत्म नबूवत के मुजाहिद हैं इल्ला माशाल्लाह वहाँ पर जमात कायम है। अगर तो मजबूरी है जमात नहीं है तो जाके आप जमात का फिर ऑफिशियल मौक़िफ़ ले लेना। जहाँ पर भी आप हैं वहाँ पर गूगल सर्च करें, हर चीज़ में तो आप गूगल इस्तेमाल कर रहे हैं, तो इसमें क्या हर्ज है आप करें जी गूगल अहमदिया मुस्लिम कम्युनिटी, वहाँ पर नंबर आएगा, फ़ोन नंबर पे कॉल करें, उनके साथ अपॉइंटमेंट तय करें, चाहे फ़ोन पे उनसे बात करें, वो आपको जो ऑफिशियल मौक़िफ़ है जमात का दे देंगे।
کوئی بھی براڑ جماعت کی آفیشیل تو نہیں ہے. تو ایک بندہ، میں اگر اپنی کیپیسٹی میں ایک بات کہہ رہا ہوں، ہو سکتا ہے مجھے علم نہ ہو زیادہ، تو اس کو پھر اچھالنے کی ضرورت نہیں ہوتی. ہر بندہ اپنے علم کے مطابق بات کرتا ہے. ہمیں بھی احتیاط کرنی چاہیے. اگر ہمیں جماعت کا موقف نہیں پتا، بہت خوبصورت. ہمیں بھی یہ چاہیے کہ ہمیں جب جماعت کا موقف نہ پتا ہو تو اس کو نہیں بیان کرنا چاہیے، اس میں پھر احتیاط کرنی چاہیے. لیکن بعض بندوں کو شوق ہوتا ہے تو زیادہ علم نہیں بھی ہوتا تو بات کرنا چاہتے ہیں، تو یہ بھی ان کا ایک جذبہ ہے کہ وہ اس کی بھی قدر کرنی چاہیے کہ وہ پھر بھی بات کرنا چاہتے ہیں. میرے سے اگر پوچھیں تو علم کے بغیر بات نہیں کرنی چاہیے، علم کے ساتھ ہی کرنی چاہیے. لیکن اس کو پھر اچھالنا بھی یہ بھی ٹھیک نہیں ہے. ان کو بھی، وہ بھی ٹھیک نہیں کرتے جو بغیر علم کے بات کرتے ہیں، اور جو اس کو اچھالتے ہیں وہ بھی ٹھیک نہیں کرتے. کیونکہ یہ سر عام بات ہے. ہم یہ اعلان کہتے ہیں کہ کوئی بھی براڈ آفیشیل براڈ نہیں ہے جماعت کی. تو جو آفیشیل پلیٹ فارم ہے پھر وہاں سے جا کے پوچھ لیں، سیدھی سیدھی بات ہے. لیکن وہاں سے پوچھنے کا مسئلہ یہ ہے کہ وہاں پھر کمپنی کی مشوری نہیں ہوتی. وہاں پر جو انہوں نے جواب دینا ہے، بٹھا کے ساتھ چائے بھی پلائیں گے، کھانا بھی کھلائیں گے، لیکن وہ تو پھر پر کر کے بھیجیں گے نا. تو وہاں پر تو آپ کی مشوری نہیں ہو سکتی. تو یہاں پر مشوری چاہیے ہوتی ہے بندوں کو. اتنی سی بات ہے. ورنہ جتنے لوگ آگے بات کرتے ہیں براڈز کے اوپر، اکثر ان میں ایسے ممالک میں اکثر 99% اگر 100% نہیں تو جہاں پر جماعت کا باقاعدہ نظام موجود ہے، تو کیوں نہیں وہ جماعت کے ساتھ کسی مربی صاحب کے ساتھ یا امیر صاحب کے ساتھ ٹائم طے کر کے بات کر لیتے. اس کی سیدھی سیدھی وجہ یہ ہے کہ وہاں سے پھر وہ مشوری نہیں ملے گی جس مشوری کے لیے کام ہوتا ہے. سمجھتے ہیں بات؟ یہ اس کی وجہ ہے. بہرحال مسئلہ یہی ہے کہ براڑ تو چلو لگی ہوئی ہے، لیکن میں یہ نہیں سمجھتا کہ کسی بھی اپنے بھائی کے بارے میں کوئی بیان ہو تو آپ خود ہی پکڑ کر اس کو اس طرح اچھالتے پھریں. تو اگر کسی نے کوئی اپلوڈ کی بھی ہے تو وہ اس بندہ وہ بمباسٹک زندہ بندہ موجود ہے، مجھ سے کوئی فتویٰ مانگیں گے اس کے بارے میں تو میں نہیں دے سکتا، کیونکہ جب تک اس کی بات نہ پوری ہو. اس میں ججا بھائی انہوں نے فتویٰ نہیں مانگا. ایک مارکیٹ میں چیز چل رہی ہے، ایک آڈیو چلی ہے، اس کو اپلوڈ کیا ہوا احمد نذیر نے بمباسٹک صاحب کے بارے میں. ان کے الفاظ انہوں نے دہرائے ہیں. انہوں نے کہا یہ مسئلہ ہے، آپ کا کیا عقیدہ ہے، یہ عقیدہ درست ہے یا نہیں. اس کے بارے میں ہم نے جو ہے وہ ان کو جواب دے دیا. بس یہ مسئلہ ہوا ہے. ان کا تو قصور نہیں ہے اس میں کوئی کسی قسم کا. اچھے بھائی ہیں یار. غلام بھائی مسئلہ ہے، مسئلہ کیوں نہیں؟ یعنی کہ ان براڈوں پہ بیٹھ کے ان کو خوش کرنے کے لیے پٹھے سیدھے بیان دے دیتے ہیں. جو باتیں ابھی ادھر کر رہے ہیں وہاں کیوں نہیں کی گئی؟ یہ پہلے بتائیں نا. ابھی پڑھ کے بتا رہے ہیں ایسے نہیں ایسے ہے. جو کمزور تھوڑے سے بھائی ہیں ان کا بھی مان خراب کرتے ہیں. میں خود سوچ میں پڑ گیا ہوں اس وقت کا بھائی کہ یہ کیا ہے یار. ایک یہ کہہ رہا ہے، ایک وہ کہہ رہا ہے، کوئی سمجھ نہیں لگ رہی. صرف وہ براڈ چلانے کے راجپوت بھائی سوچیں، دیکھیں، ایک جس پہلو سے حضرت مسیح موعود نے انکار کیا ہے اس سے انکار ہے ہم سب ہی کرتے ہیں جتنے بھی یہاں پر بیٹھے ہوئے. جی جس پہلو سے اقرار ہے اس پر ہم سارے ہی اقرار کرتے ہیں کہ یہ دعویٰ ہے ان کا. نہیں یہ آپ ادھر تو لیکن محض انکار نہیں کر سکتے نا، محض انکار بھی نہیں کر سکتے. اور جب تاثر یہ جا رہا ہو کہ انکار ہے، تو اگر وہ تاثر نہ جا رہا تو ویڈیو تھوڑی چڑھنی تھی. تو وہ تاثر غلط گیا، اس کو صحیح درست کرنا چاہیے بس. اس کا مطلب یہ ہے محمد بھائی، غلط چلا گیا ہے وہ تو ہے. آپ اس کا مطلب یہ اس ہے کو پوری طرح جو ہے وہ بتانا چاہیے تھا کہ یہ دعویٰ ہے. اس کا مطلب یہ ہے کہ وہ تاثر کوشش کرتے ہیں کہ ہم تاثر ڈالنے کی کوشش کریں. کیونکہ جس کی یہ بات کریں، میں تو نام بھی پسند نہیں کرتا لینا، اس کا یہ دعویٰ ہے وہ تاثر ڈالنے کی کوشش کرتے ہیں اور آپ براڑ لگا کر بیٹھ گئے ہیں. درست کہا. براڈ نہیں اپنا ججا بھائی. بات یہ ہے کہ ایک فکرہ لے لے میرا. وہ جن کی بات کر رہے ہیں نا، جن کا میں نام بھی لینا نہیں پسند کرتا، وہ ان کا یہ دعویٰ ہے کہ میں نے موٹا چشمہ لگا کے حضرت مسیح السلام کی کتابیں پڑھی ہوئی ہیں. جس بندے نے حضرت مسیح السلام کی کتابیں پڑھی ہوئی ہیں اسے مجھے پوچھنے کی ضرورت ہے کہ آپ کیا سمجھتے ہیں حضرت مسیح السلام کو؟ کوئی دے جواب اس بات کا. اس کا سیدھا مطلب یہ ہے کہ شیطانی ہے کہ کسی ایم ڈی سے ایک بیان لینا ہے، حامد بھائی کو دوسرا بیان ہو سکتا ہے دے دیں، راٹھور ہو سکتا ہے کوئی اور بیان دے دے. تو جب وہ جو عمومی بیان کے خلاف ہوگا اس کو میں ریکارڈ کر کے تو اپلوڈ کر دوں گا. وہ یار سیدھی بات ہے. سینی صاحب کی براڈ ایک گندی سی براڈ ہے جہاں یعنی کہ نبیوں کی گستاخی ہوتی ہے. وہ لوگ اپنی براڈ چلانے کے لیے ان لوگوں کو بلا لیتے ہیں. یہ پھر ان کو خوش کرنے کے لیے کوئی نہ دھندلا سا بیان دے دیتے ہیں، جس سے یعنی کہ ہم کمزور بھائی بھی جو ہے نا سوچ میں پڑ جاتے ہیں کہ ہمارے والدین یعنی کہ قربانیاں دی ہیں اور یہ لوگ آج نئی کہانی سنا رہے ہیں ہمیں. بھائی کوئی عقل سے باہر بات ہے. یہ سارا جو ہے نا ان کو یعنی کہ ویسے ہی کوئی پھر کہہ دیتے ہیں نہیں ہم لوگ تو جو ہے یہ تو اپنا اپنا بیان ہے، انفرادی ہے، یہ ایسے تو نہیں ہے، یہ ایسے تو نہیں ہے. یہ چیزیں ادھر بتائی گئی ہیں، وہاں کیوں نہیں پڑھی گئی؟ مسئلہ تو یہ ہے.
तो ये सारी ड्रामेबाजी है, ये भाई खुद हमारे अहमदी भाई हैं जो राजपूत ड्रामेबाजी भाई करते हैं सुने जी। वहां पर वो जो मैंने तो आइडिया ही सुनी है जो सुनाई जा रही है, मैं तो वहां पर नहीं था। जहां पर वो वहां पर जो लोग बैठे थे उनका काम था कि वो बात पढ़कर सुना देते। देखें जज्जा भाई, आपने कहा कि ये ब्राड लगाई, हमने इसलिए नहीं लगाई थी। ब्राड एक भैया है, वो गैर अहमदी भाई है ना, तो उसने आके ये सवाल रखा है कि ये जो बम्बास्टिक साहब ने जो बयान दिया है और उसके बाद उन्होंने फिर जो ब्राडें अहमदियों की लगती हैं, जो जहां पे लिखा होता है कि नबूवत का सिलसिला जारी है, उसके ऊपर भी उन्होंने कहा है कि ये गलत लिखा हुआ है। ठीक है, तो जब मिर्जा साहब ने ऐसी बात नहीं लिखी तो इन्होंने कैसे ये बात लिख दी है कि नबूवत का सिलसिला जारी है। तो वो कह रहा था कि इसका मुझे जवाब दो, आप इस पे यकीन करते हो उसकी बात पे या नहीं करते यकीन। मेरे से पूछोगे तो मैं तो कहूंगा कि यार मैं तो मिर्जा साहब को नबी मानता हूँ, उम्मती नबी मानता हूँ। ठीक है, और उन पे वही भी आती रही है। ठीक है, और जो नबूवत का सिलसिला जारी है वो कुरान की सूरह अल-अराफ से हमें पता चलता है कि जारी है। वो किस तरह की है वो हम एक्सप्लेन करेंगे आपको कि किस तरह की नबूवत जारी है। वो बात को उनको तो जवाब ये देना चाहिए था ना, उल्टा उन्होंने ब्राज पे भी अटैक कर दिया और अपना बयान भी उन्होंने मिला जुला सा दे दिया। और उधर हुसैनी कह रहे थे कि ये देखना, ये बात की है, खुल के बात कर दी है, सारा कुछ नखार के सामने रख दिया बम्बास्टिक ने। तो वो हमने कहा बम्बास्टिक भाई आप आओ और आप आके इन भाई से बात करो, इनको अपना वर्जन दो कि मैं क्या बात कर रहा था या मेरा मतलब क्या था। तो वो फिर वो बम्बास्टिक भाई आए, फिर वो चले गए, तो आप लोगों ने उनको एक्सप्लेन कर दिया। तो ये अच्छी बात है, उनको क्लियर कर दिया ना आप लोगों ने। सभी भाई हुसैनी को, बाकी मैं किसी के खिलाफ इस तरह की ब्राड नहीं गई। हुसैनी को सब जानते हैं कि हुसैनी एक कंट्रोवर्शियल इंसान है, तो उसने क्या कहा है वी डोंट केयर। कमल भाई बम्बास्टिक भाई जो अहमदी हैं, जी जी वो अच्छे भाई हैं, हम उनकी इज्जत कहते करते रहते हैं। अपने आप कहते रहते हैं, पता नहीं ये कि बात को वाज़ेह करना चाहिए, धुंधली बात ये नहीं जो आप करनी। लिखा हुआ है, ये आपने जो लिखा है बम्बास्टिक जवाद राय सीकर शातम, ये क्या है? ये अच्छा नहीं लगा, इसी वजह से मैं ये बात इसमें हमने को बदतमीजी नहीं की। जैसे वो भाई हमसे सवाल पूछ रहे थे ना, तो 2-3 दिन से वो हमसे पूछ रहे थे, तो हमने कहा बम्बास्टिक, उनका नाम बम्बास्टिक रखा हुआ है अपनी आईडी का, तो ये उनका नाम लिखने का मकसद ये है कि वो इधर आए और आके बात करें। इसमें कोई किसी किस्म की बात नहीं। आपने जवाद और सिकर का क्यों नाम लिखा हुआ है? तासर गलती पहुंचता है, जो लिखा हुआ है इससे तासर नहीं, वो आए थे, उन्होंने कोई एतराज नहीं किया इसके ऊपर भाई, उन्होंने कोई एतराज नहीं आपने जवाद और सिकर का क्यों नाम लिखा है सफी भाई, मुझे ये बताएं। स्पीकर कह रहा था कि मैं, स्पीकर साहब जो शाता में आपको पता है, तो उनको बुला रहे हैं इधर। आपको पता है वो कह रहे थे कि मेरे सामने, बात तो सुन लेना भाई, वो कह रहे थे कि मेरे सामने कोई अहमदी आता नहीं है ना, स्पीकर कह रहा था। हमने कहा इधर आ जाओ। जवाद का पता लगा, जवाद का वो इस बात से ताल्लुक नहीं है, जवाद भाई की कोई स्टेटमेंट है, उस पे उनसे बात करनी थी कि आपने ये स्टेटमेंट दी है तो आप भी इसको एक्सप्लेन करते हैं कि क्या आपका कहने का मकसद था। नहीं तो आप एक्सप्लेनेशन आपने लेनी है, तो वो आप लेनी है या नहीं लेनी, आपने पहले शातम लिख दिया उनको। नहीं, इनको नहीं, सारा सीकर को लिखा है सिर्फ शातम। इनको यार मिटा दे यार, इनको ला दे। ओके, और यार बता यार, सीकर को सिर्फ लिखा है। कंफ्यूजन पैदा हो रही यार, इसको दूर करो यार। वो ठोर भाई सिर्फ वो सीकर ने कहा था ना अलैहिस्सलाम, और वो माज़अल्लाह जो उसने बात की थी वो शातम लिखा, दूसरे भाई को नहीं है। बहरहाल वो ठीक है, वो तार दें, सही है। चले इल्मी 2-3 दफा कॉल किया, इल्मी बात चल रही थी, मैंने इसको कॉल किया, इसने उठाया नहीं, बिजी था। मैं इसको कहना था कि ये रिमूव कर देना यहाँ से ऊपर से, लेकिन वो बात नहीं हो सकी, मैसेज नहीं दे सका मैंने। नहीं ठीक है, चले कोई इल्मी बात करें, ठीक है जो हो गया। ठोर भाई आपके होते हुए हमने क्या करनी है, हम तो बात ये है कि हमारा ये मानना है कि जो तमाम किस्म के जो कमालात हैं ना, वो रसूल करीम सल्लल्लाहु अलैहि वसल्लम के अंदर है, और रसूल करीम सल्लल्लाहु अलैहि वसल्लम के खातमुन नबीन होने का ये मतलब है कि हर किस्म की जो कमाल है नबूवत का, वो आप सल्लल्लाहु अलैहि वसल्लम के ऊपर आके ख़त्म हो गया है। आप कामिल नबी हैं इस लिहाज से कि आपके ऊपर कमालात ख़त्म हो गए नबूवत के। तो ये जो ख़त्म है, ये उर्दू ज़बान या पंजाबी ज़बान का ख़त्म नहीं, जैसे दाल ख़त्म, आटा ख़त्म और चीनी ख़त्म, ये वो ख़त्म नहीं है। ठीक है, तो रसूल करीम सल्लल्लाहु अलैहि वसल्लम की अताअत के नतीजे में जो सिर्फ नबूवत नहीं, हर इनाम अब जो मिलेगा, मैं अब दोहरा रहा हूँ, हर इनाम जो अब मिलेगा वो रसूल करीम सल्लल्लाहु अलैहि वसल्लम की अताअत से मिलेगा, सिर्फ नबूवत नहीं।
چاہے وہ صدیقیت ہو، چاہے شہادت ہو، چاہے وہ صالحیت ہو. صالحیت سب سے چھوٹا انعام ہے. صالح کہتے ہیں نیک انسان کو. اب نیک بھی وہی کہلائے گا جو رسول کریم صلی اللہ علیہ وسلم کی اطاعت کرے گا. رسول کریم صلی اللہ علیہ وسلم کی اطاعت نہیں جو کرے گا اس سب کو اللہ تعالیٰ نے فارغ کر دیا. قرآن کریم کی سورہ نساء کی آیت نمبر 69 کے مطابق. اور ہم روزانہ جب نماز پڑھتے ہیں اس میں سورہ فاتحہ میں ہم یہ دعا کرتے ہیں کہ صراط الذین انعمت علیہم، ان لوگوں کا راستہ دکھا جن پر تو نے انعام کیا. اور سورہ نساء میں وہ انعام یافتہ لوگوں کا بتا دیا کہ ان پر انعام کیا ہے. تو رسول کریم صلی اللہ علیہ وسلم کے آنے کے بعد جو بھی انعام ہے رسول کریم صلی اللہ علیہ وسلم کی اطاعت کے نتیجے میں ملے گا. اور یہ کوئی بھی اس میں جو ہے وہ آپ صلی اللہ علیہ وسلم کی گستاخی نہیں ہے بلکہ شان ہے، کیونکہ غلام کے آنے سے آقا کی شان بڑھتی ہے، کم نہیں ہوتی. آپ لوگ کیا کہتے ہیں؟ آپ لوگ کہتے ہیں کہ عیسیٰ علیہ السلام جو کہ رسول ہیں، صرف نبی نہیں ہیں. یہ فرق یاد رکھنا ہے اپنے اندر، کہ کہتے ہیں رسول ان کے مطابق وہ ہے جس کی بات شریعت ہو. تو رسول کریم صلی اللہ علیہ وسلم کے بعد اگر کوئی انسان کہے کہ کوئی اور نبی آئے گا جس کے پاس شریعت ہو، اس سے بڑی گستاخی کوئی نہیں ہو سکتی. اور دوسری طرف ختم نبوت کا عقیدہ ہے. یعنی جب عیسیٰ السلام کو آپ لاتے ہیں تو عیسیٰ السلام کو صرف نبی نہیں ہیں، عیسیٰ السلام رسول بھی ہیں. تو رسول کریم صلی اللہ علیہ وسلم کی شریعت کے بعد کسی اور رسول کا نام بھی لینا، اس سے بڑی گستاخی کوئی نہیں ہو سکتی. اور دوسری گستاخی کیا ہے کہ جب وہ آئیں گے تو ان کے پاس نبوت اور رسالت نہیں رہے گی، وہ امتی ہو جائیں گے. جس طرح میں اور آپ امتی ہیں اس طرح کے وہ امتی ہو جائیں گے. یہ اس سے بڑی گستاخی ہے. تو آپ لوگ ایک نبی اور رسول کو لا کر امتی بناتے ہو. ہم ایک امتی کو کہتے ہیں اللہ تعالیٰ رسالت اور نبوت کا مقام عطا کرے گا. اور نبوت کیا چیز ہے؟ نبوت کوئی برائی نہیں ہے. نبی صرف اس کو کہتے ہیں جس سے اللہ تعالیٰ کثرت کے ساتھ مکالمہ محاطبہ کرتا ہے. یعنی کبھی کبھی تو مکالمہ محاطبہ کسی سے بھی ہو سکتا ہے، عام انسان سے بھی، بلکہ مسیح السلام نے فرمایا ہے ایک گندے انسان سے ایک طوائفہ کو بھی الہام ہو سکتا ہے. اس کی تفصیل ہے، میں اس میں نہیں بھی جاتا. لیکن کبھی کبھی الہام ہو جانا یہ ہر انسان کے ساتھ ممکن ہے. اللہ تعالیٰ کیونکہ کلیم ہے وہ کسی کے ساتھ بھی کر سکتا ہے. لیکن اس کلام میں اور نبی کے کلام میں ضمیر و عثمان کا فرق ہوتا ہے. نبی کا جو کلام ہوتا ہے وہ اپنے اندر شوکت رکھتا ہے، اور کثرت کے ساتھ جب اللہ تعالیٰ کسی سے کلام کرے اس کو نبی کہتے ہیں. یہ تعریف ہے نبی کی. اس میں کیا مسئلہ ہے؟ مسیح السلام سے پہلے سینکڑوں بزرگ ہیں اس امت میں جن سے اللہ تعالیٰ نے کلام کیا ہے، ان میں سے کسی کو نبی نہیں کہا. صرف اتنا فرق ہے. تو جس کو نبی اللہ نے کہا اس نے کہہ دیا، جن کو نہیں کہا اس نے نہیں کہا. بعض یہ بھی کہتے ہیں جی کہ اللہ تعالیٰ نے اور کسی کو نہیں چنا. جس کو اللہ تعالیٰ نے چننا تھا اس کو چنا، اس نے دعویٰ کر دیا. جن کو نہیں چنا ان کو انہوں نے دعویٰ نہیں کیا. مثنوی جو ہے مولانا روم کی، مثنوی کے اگر ان کے خاندان سے چنا ہوتا تو انہوں نے کہنا تھا کہ یہاں سے کیوں چنا ہے. مثنوی کہتے، مثنوی جو ہے مولانا روم کی وہ ان کا میسٹر پیس ہے. جو مثنوی ہے اس کے متعلق کہتے ہیں کہ یہ ایسا ہی ہے جیسے فارسی میں قرآن کریم ہے، اور کوئی بھی الزام نہیں لگاتا توہین قرآن کا. بہرحال اس میں وہ کہتے ہیں کہ اللہ تعالیٰ میرے ساتھ دم بدم ہم کلام ہے. پھر ایک بزرگ کو قرآن کریم کی یہ آیت کہ انا نبشرک بغلام اسمہ یحییٰ، حضرت زکریا کے اوپر جو آیت نازل ہوئی، زکریا کا جو واقعہ قرآن کریم میں لکھا ہوا ہے وہ سارا واقعہ پتہ ہے کہ وہ کہتے ہیں کہ میں بوڑھا ہوں، میری بیوی بانجھ ہے، کیسے اولاد ہوگی. تو کہتے ہیں کہ فرشتے نے کہا کہ میں تمہیں، اللہ تعالیٰ فرماتا ہے کہ ہم تمہیں ایک لڑکے کی خوشخبری دیتے ہیں جس کا نام یحییٰ ہوگا. تو نہ صرف یہ کہ یہ آیت ان بزرگوں کو وحی ہوئی، ان بزرگوں نے اس آیت کے نتیجے میں اپنے بیٹے کا نام محمد یحییٰ رکھا. ٹھیک ہے. تو اس امت میں سینکڑوں ایسے بزرگ ہیں، ایک دو نہیں، جن کے ساتھ اللہ تعالیٰ ہم کلام ہوا ہے. اور اللہ تعالیٰ کے کلام کی صفت تو کبھی ختم ہوئی نہیں. جس کے ساتھ کثرت سے کلام کرتا ہے اس کو نبی کہتے ہیں. اتنی سی صرف بات ہے. اس میں کیا ایسی مشکل بات ہے؟ اب چونکہ یہ اللہ تعالیٰ کے کلام کا بھی انکار کر بیٹھے ہیں. مسئلہ یہ ہے کہ اب کسی مولوی صاحب کے پاس کو بندہ جائے، میرے جیسا سادہ بندہ، وہ کہے مولوی صاحب اللہ تعالیٰ کلام کرتا ہے کہ نہیں کرتا؟ آپ بتائیں کیا جواب دیں گے مولوی صاحب؟ اگر وہ کہیں کرتا ہے تو میں پوچھوں گا مولوی صاحب آپ کے ساتھ کرتا ہے؟ بتائیں آپ کیا کریں مولوی صاحب؟ اگر وہ کہیں کرتا ہے اور جھوٹ بولیں تو سورہ الحاقہ کی آیت کے تحت وہ شارہ اللہ تعالیٰ کاٹ دے گا، ذلیل و رسوا کر کے رکھ دے گا. اور اگر نہیں کرتا، کہیں نہیں کرتا، تو میرا جیسا سادہ بندہ پوچھ لے گا مولوی صاحب کیوں آپ مومن نہیں ہیں؟ تو کیا جواب دیں گے بتائیں؟ تو اس کا انہوں نے حل یہ کیا ہے، وہ انجینئر کہتے ہیں نا جلمی کے ناک تے مکھی بوے تے ناک ہی وڑ دیو، انہوں نے ناک ہی کاٹ دیا. انہوں نے کہا یہ عقیدے کا انکار کر دو. اور بھئی اگر اللہ تعالیٰ کلام نہیں کر رہا اس کی کیا وجہ ہے؟ دنیا میں بھی انسان ایک دوسرے جب دوسرے سے ناراض ہوتا ہے تو نہیں کلام کرتا. تو سیدھی سیدھی بات اللہ تعالیٰ ناراض ہے آپ سے جو آپ کے کرتوت ہیں. دیکھیں نا، ایک انسان جب کہتا ہے کہ اللہ تعالیٰ مجھ سے کلام نہیں کرتا، وہ اس لیے کہا نا، کہتے ہیں
کہ دیدار نہ صحیح تو گفتار ہی صحیح، حسن و جمال یار کے آثار ہی صحیح. اگر ہم دیکھ نہیں سکتے تو کم از کم آواز تو سن سکیں. تو کیوں نہیں علماء یہ دعا کرتے ہیں اللہ تعالیٰ سے کہ اللہ تعالیٰ ہمیں بھی اپنا چہرہ دکھا، ہمیں بھی نشانات دکھا، تاکہ ہم تم پر ایمان ہمارا یقین ہو. یہ تو ایک اکیڈمک خدا کو مانتے ہیں جو ہم نے کتابوں میں پڑھا ہوا ہے. مسلمان گھر پیدا ہوئے ہیں، قرآن کریم میں اللہ کا نام لکھا ہوا ہے، اللہ تعالیٰ نے قرآن کریم نازل کیا ہے، بس اس سے ان کو کیا پتہ اللہ تعالیٰ کا. تو حضرت مسیح السلام تو یہ بتانے آئے تھے کہ اللہ تعالیٰ اپنے تازہ نشانوں کے ساتھ اپنی خبر دیتا ہے. تو ویسے بھی جب وقت کا امام آ گیا، اس کا جب تم نے انکار کر دیا تو تم متقی کہاں سے رہے؟ تقویٰ تو ختم ہو گیا تم میں. جب تقویٰ نہیں ہے تو اللہ تعالیٰ کلام نہیں کرتا. جب اللہ تعالیٰ کلام نہیں کرتا تو تم اپنی شرمساری کو بچانے کے لیے کھسیانی بلی کھمبا نوچے، اپنی تم شرمندگی کو بچانے کے لیے تم نے کہا جی اس کا انکار ہی کر دو عقیدے کا. کو جی اللہ تعالیٰ اب کلام ہی نہیں کرتا، پہلے کرتا تھا. قرآن کریم میں متعدد آیات ہیں. میں ایک آخری صورت کا ذکر کر کے پھر میں بند کرتا ہوں بات کو. اللہ تعالیٰ قرآن کریم، اور یہ ہر رمضان کے مہینے میں آخری عشرے کی تاک راتوں میں ہر مسلمان لیلۃ القدر کو تلاش کرتا ہے. قرآن کریم میں اس کا ذکر ہے، حدیث میں اس کا ذکر ہے. یہ الگ بات ہے کہ اس کو انہوں نے ایک ایونٹ بنا کے تو اس کی کو بدعت بنا لی ہے، میں وہ بات نہیں کر رہا. لیکن لیلۃ القدر رسول کریم صلی اللہ علیہ وسلم نے فرمایا ہے کہ رمضان کے آخری عشرے کی تاک راتوں میں اس کو تلاش کرو. وہ لیلۃ القدر قرآن کریم میں کیا ہے؟ فرمایا انا انزلناہ فی لیلۃ القدر، یقیناً ہم نے اس کلام کو قدر والی رات میں اتارا ہے. وما ادراک ما لیلۃ القدر، تجھے کیا بتائیں کہ لیلۃ القدر کیا ہے؟ لیلۃ القدر خیر من الف شہر، لیلۃ القدر 1000 مہینوں سے بہتر ہے. فرمایا تنزل الملائکۃ، اس میں فرشتے اترتے ہیں، والروح، اور روح الامین جبرائیل علیہ السلام اترتے ہیں. فیہا باذن ربہم من کل امر، اس میں اپنے رب کے امور لے کر. ہے سلام ہے حتی مطلع الفجر، تم پر سلامتی ہو، اور یہ طلوع فجر تک یہ واقعی سلسلہ رہتا ہے فرشتوں کے اترنے کا. تو آج بھی اللہ تعالیٰ اپنے فرشتے اتار رہا ہے. صرف فرشتے نہیں، فرشتوں کے سردار روح الامین حضرت جبرائیل علیہ السلام کو اللہ تعالیٰ اتارتا ہے. تو یہ عقیدہ کہاں سے آ گیا کہ اللہ تعالیٰ کلام نہیں کرتا؟ غامدی صاحب کہتے ہیں رسول کریم صلی اللہ علیہ وسلم کی بات کیا، اس کے بعد ختم ہو گیا. کوئی کہتے ہیں جی بزرگوں کے ساتھ کیا اس امت میں، آج 2026 میں نہیں کرتا. تو یہ ان کے عقائد ہیں جس کی وجہ سے یہ ہر چیز کا انکار کر بیٹھے ہیں. تو ایک جب غلط عقیدہ اپنائیں گے تو اس کو بچانے کے لیے کئی غلط عقیدے اپنانے پڑیں گے. تو یہی حال ان کا ہے. تو اللہ تعالیٰ نے کبھی بھی اپنا کلام بند نہیں کیا، وہ آج بھی اپنا کلام کرتا ہے. اس لیے حضرت اماں جان نے یہ رضی اللہ عنہ نے فرمایا تھا کہ نہ دکھائی دوں تو فکر کر، کہیں فرق نہ ہو نگاہ میں. کہ اگر اللہ تعالیٰ نظر نہیں آتا تو کہیں نظر میں تو کوئی مسئلہ نہیں ہے، کہیں نظر تو نہیں کمزور ہو گئی کہ اللہ تعالیٰ نظر نہیں آتا، اس کو تو نظر آنا چاہیے ہر جگہ پر. تو اس لیے انہوں نے یہ عقائد اپنائے ہیں. تو جس بات وہی ہے کہ جس شخص کو اللہ تعالیٰ کثرت کے ساتھ بارش کی طرح جس کے ساتھ کلام کرے اس کو نبی کہتے ہیں. یہ تعریف ہے نبی کی. وائس آف پیس بھائی، یہ بھی تھوڑا سا ایکسپلین کر دیں کہ جو روح القدس ہیں وہ جب آتے ہیں تو وہ کیا لے کے آتے ہیں، اسپیشل وہ کس لیے اترتے ہیں؟ ظاہر ہے اللہ تعالیٰ کا وہ کلام اس میں لکھا ہے نا، اس میں سورہ بتایا نا فیہا باذن ربہم من کل امر. اللہ تعالیٰ کا حکم لے کر آتے ہیں، اللہ تعالیٰ کا امر لے کے آتے ہیں. اور ایک جگہ فرمایا جو ایمان لائے اور ثابت قدم رہے، اللہ تعالیٰ ان پر فرشتے اتارتا ہے. وہ کہتا ہے کہ خوف نہ کرو اور غم زدہ نہ ہو، ہم تمہارے ساتھ ہیں دنیا میں بھی اور اگلی دنیا میں بھی. قرآن کریم میں تو متعدد جگہ اللہ تعالیٰ کے کلام کی اور فرشتوں کے اترنے کا ذکر ہے. متعدد جگہ، ایک جگہ نہیں، کئی جگہ پر ذکر ہے. تو انہوں نے انکار کیا ہے کہ کیونکہ ان کے ساتھ نہیں ہوتا. حالانکہ اگر اپنے بزرگوں کو پڑھ لیتے تو ان کو یہ پتہ ہونا چاہیے تھا کہ اگر ان کے بزرگوں کے ساتھ ہو رہا تھا تو اس کا مطلب ہے کہ وہ کلام جاری ہے. ہمارے ساتھ نہیں ہو رہا کیونکہ ہم جو کرتوت کرتے ہیں بچوں کے ساتھ، اور پاکستان میں جو کچھ ہو رہا ہے مدرسوں میں اور مسجدوں میں، اس وجہ سے اللہ تعالیٰ ہم سے نہیں کرتا. تو جس سے نہیں کرتا اس کی غلطی ہے نا، اس کو سمجھنا چاہیے کہ ہم سے کیوں نہیں کلام کرتا، نہ یہ کہ عقیدے کا انکار کر دو. تو جب فرشتہ نازل ہوتا ہے تو ظاہر اللہ تعالیٰ کا وہ پیغام لے کر آتا ہے، وہ انسان کے لیے تسلی ہے. تو بتا اس کے بغیر اللہ تعالیٰ کا کیا ثبوت ہے ان کے پاس؟ آج کثرت سے لوگ داعیہ ہو رہے ہیں خدا کو چھوڑ رہے ہیں، ان کے عقائد کی وجہ سے چھوڑ رہے ہیں نا. اس میں یہ عقیدہ ہے، بنیادی طور پر یہ عقیدہ ہے. دیکھیں قرآن کریم میں حضرت ابراہیم علیہ السلام کے متعلق آتا ہے کہ انہوں نے بتوں کو توڑ دیا کلہاڑی مار کر، جو سب سے بڑا تھا اس کے گلے میں لٹکا دی. تو جب بلایا گیا ان کو، کسی نے کہا کہ وہ ابراہیم تھا جو بچوں کے خلاف بات کر رہا تھا، اس کو بلاؤ. اس کو پکڑ کے لے کر آئے حضرت ابراہیم کو.
تو پوچھا کہ تم نے ان کو توڑا ہے؟ تو آپ علیہ السلام نے فرمایا کہ یہ جو بڑا ہے اس سے پوچھ لو. انہوں نے کہا یہ تو کلام نہیں کرتا. اب وہ دلیل کیا دے رہے ہیں حضرت ابراہیم؟ حضرت ابراہیم فرما رہے ہیں جو کلام نہیں کرتا خدا کیسے ہو سکتا ہے؟ پھر جب حضرت موسیٰ گئے جب حضرت موسیٰ طور کے اوپر گئے ہیں تو وہ انہوں نے سامری نے وہ سونا لے کے سب سے تو وہ سونے کا بنا لیا بچڑا بنا دیا اور اس نے وہ آواز بھی نکالتا تھا. تو جب آئے اور جب ان کو سرزنش کی حضرت ہارون کو بھی قرآن کریم میں لکھا ہے تو حضرت موسیٰ نے فرمایا کہ تم نے اس کو خدا بنا لیا جو تمہارا جواب ہی نہیں دیتا. یہ دلیل دے رہے ہیں حضرت موسیٰ کہ جو کلام ہی نہیں کرتا جواب ہی نہیں دیتا وہ خدا کیسے ہو سکتا ہے. تو یہ باتیں قرآن کریم میں ویسے ہی آئی ہوئی ہیں. قرآن کریم میں میرا سوال ہے کہ ان باتوں کو بیان کرنے کا مقصد کیا ہے؟ کیا یہ ہمارے لیے نہیں ہے؟ کس کے لیے ہیں یہ باتیں؟ کیوں قرآن کریم میں آئی ہیں؟ کوئی بتا سکتا ہے؟ وہ ہمارے لیے ہیں یہ، تاکہ ہم ان پر عمل کریں، ان کے مطابق اپنی زندگیوں کو گزاریں، ان کے مطابق ہم سمجھیں کہ قرآن کریم میں کیا بات ہے، کیوں لکھی ہوئی ہے. ورنہ اس کا مطلب ہے کہ وہ ٹھیک کہتے تھے کفار کہ یہ پرانے لوگوں کو قصے ہیں. یہ قرآن کریم نے اس کو نوٹ کیا ہے، کوٹ کیا قرآن کریم میں. فرماتا اللہ تعالیٰ کہ وہ کفار کہتے ہیں یہ تو پرانے لوگوں کی کہانیاں ہیں. تو تم لوگ بھی پرانے لوگوں کی کہانیاں سمجھتے ہو اس کو؟ اگر نہیں سمجھتے تو پھر اس بات کا مطلب کیا ہے؟ کیوں یہ دلیل دی جا رہی ہے؟ پھر ختم نبوت کے اوپر دیکھ لیں. آخری میں بات دیتا ہوں، آخری بات حضرت یوسف علیہ السلام کے مطلب اللہ فرماتا ہے کہ یوسف کھلے نشانات لے کر آیا اور اس کی قوم نے اس کا انکار کیا. جب یوسف گزر گیا، فوت ہو گیا، تو اس کی قوم نے کہا کہ اب اللہ تعالیٰ کبھی کسی کو نبی بنا کر مبعوث نہیں کرے گا. یہ ختم نبوت کا جو عقیدہ ہے یہ رسول کریم صلی اللہ علیہ وسلم سے نہیں، یہ یوسف علیہ السلام کے وقت سے چلا آ رہا ہے. اس وقت کی ختم نبوت ہے. اور کس کا عقیدہ ہے؟ حضرت یوسف کے منکرین کا. مومنین کا عقیدہ نہیں ہے، یہ منکرین کا عقیدہ ہے ختم نبوت کا. اور اگر یہ بات درست نہیں ہے تو میرا یہ سوال ہے ختم نبوت کے مجاہدوں سے، کوئی بھی آ کے مجھے یہاں پر بتا دے. میں نے جس برابر پر جاتا ہوں یہ سوال کر رہا ہوں میں آج کل، اس آیت کا قرآن کریم میں لانے کا مقصد کیا ہے؟ جزاک اللہ. اس کی آنکھوں کے سامنے سارا قصہ ہوا بت توڑنے کا. اس سے انہوں نے کہا تمہیں پتا تو ہے ہمارے خدا بات نہیں کرتے، ہم سے کلام نہیں کرتے. تو انہوں نے کہا کہ یہ خدا ہیں. بھئی یہ خدا کیسے ہو سکتا ہے جو اپنے پجاری سے کلام ہی نہیں کرتا؟ اگر انہی بت پرست، وہی بت پرست اگر فرض کریں آج کے دور میں آ جائیں اور وہ مسلمانوں سے کہیں کہ ادوں تے سانوں تانا دیتا سی کہ تہاڈا خدا کلام نہیں کردا، اے ہن تے تہاڈا بھی نہیں کردا. شرمندگی 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 سوائے اس کے کچھ بھی نہیں. قرآن مجید آئندہ لوگوں کے لیے ہدایت ہے. قرآن اس میں خدا تعالیٰ نے سمجھایا ہے کہ تمہارا خدا وہ ہے جو بولتا ہے، اور جو بولتا نہیں وہ تو مٹی کا ہے، وہ تو بت ہے جو نہیں بولتا. اور بڑی پیاری بات کی آپ نے ماشاءاللہ. اور یہ جو آپ نے بتایا ہے نا کہ اذا حلق یوسف، جب حضرت یوسف علیہ السلام وفات پا گئے، قل تو تم لوگوں نے کہنا شروع کر دیا کیا کہ لن یبعث اللہ من بعدہ رسولا، اس کے بعد اللہ تعالیٰ کوئی رسول نہیں مبعوث فرمائے گا. اللہ تعالیٰ کو یہ بات، اللہ کو یہ کہنا چاہیے تھا نا کہ بات اس وقت تو غلط تھی، اب ٹھیک ہے. اب اس کے آگے کیا ہے؟ کذالک یضل اللہ مسرف مرتاب. اسی طرح اللہ تعالیٰ ہر حد سے بڑے ہوئے اور سرکش کو گمراہ قرار دیتا ہے، اور گمراہ آئندہ بھی قرار دیتا رہے گا. آئندہ میں نے اس لیے کہا کیونکہ اس میں فعل مضارع ہے. یضل اللہ فعل مضارع عربی میں حال اور مستقبل کو کور کرتا ہے. ٹینس کے لحاظ سے اس کا یہ ترجمہ بنے گا کہ یہ کہنے والا کہ اس کے بعد کوئی رسول نہیں مبعوث ہوگا، اللہ تعالیٰ اس کو گمراہ قرار دیتا ہے اور آئندہ بھی قرار دیتا رہے گا. کب تک؟ قیامت تک، کیونکہ یہ آیت قیامت تک رہے گی. جی بولیں، بات کریں. جزاک اللہ. بھائیو جزاک اللہ، بڑی اچھی بات ہو گئی ہے. انشاءاللہ نیکسٹ ٹائم ملاقات ہوئے گی. ابھی میں بھی تھوڑا بزی ہونے لگا ہوں، تو انشاءاللہ پھر بات کریں گے. ٹھیک ہے بھائیو.
بھائی تو اللہ حافظ. شکریہ ٹھیک ہے اللہ تو ٹھیک ہے بھائی اللہ اب حافظ. تھوڑا سا نا ٹائم زیادہ لے کے نا تو براڈ کو نا تھوڑا سا آج تو آرام کر لیں کل نہیں کرنا ٹھیک ہے بھائی جیسے آپ کا حکم ہے. ٹھیک ہے بھائیو اللہ حافظ. پھر انشاءاللہ اوکے بھائی ملاقات اللہ ہوگی. حافظ اللہ اللہ حافظ. حافظ